ਉੱਪਰੋਂ ਲੈ ਕੇ ਥੱਲੇ ਤੱਕ 5-6 ਨਾਮ ਗਿਣਾ ਦਿੱਤੇ ਗਏ ਤੇ ਚੁਟਕਲਾ ਬਣ ਗਿਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਮੁੱਖ ਮੰਤਰੀ ਨਹੀਂ ਲੱਭਦਾ ਤੇ ਕਾਂਗਰਸ ਨੇ ਤੇ 2 ਦਿਨਾਂ 'ਚ 5 ਬਣਾ ਕੇ 6ਵਾਂ ਫਿਰ ਬਣਾ ਵੀ ਦਿੱਤਾ। ਜਦੋਂ ਹੰਸਰਾਜ ਨਾਲ ਗੱਲ ਹੁੰਦੀ ਆ ਤੇ ਉਹ ਵੀ ਫਿਰ ਮੋਦੀ ਸਾਹਿਬ ਨੂੰ ਆਪਣਾ ਪੀਰੋ ਮੁਰਸ਼ਦ ਹੀ ਦੱਸਦਾ ਤੇ ਜਿਹੜੇ ਖੇਤਰੀ ਪਾਰਟੀਆਂ ਦੇ ਲੋਕ ਨੇ ਉਹ ਵੀ ਆਪਣੇ ਸਰਬਰਾਹ ਜਿਹੜਾ ਉਹਨਾਂ ਦਾ ਹੁੰਦਾ ਹੈ ਇੱਕ ਪ੍ਰਮੁੱਖ ਉਹਨੂੰ ਉਹ ਪੀਰ ਹੀ ਦੱਸਦੇ ਨੇ ਤੇ ਜਦੋਂ ਉਹਨਾਂ ਦੇ ਪੀਰ ਕਿਤੇ ਮੱਥਾ ਟੇਕਣ ਜਾਂਦੇ ਨੇ ਕਿਸੇ ਜਗ੍ਹਾ ਤੇ ਤਾਂ ਉਹਨਾਂ ਦੀਆਂ ਜੁੱਤੀਆਂ ਲਾਉਂਦੇ ਪਾਉਂਦੇ ਵੀ ਕਈ ਲੀਡਰ ਜਿਹੜੇ ਆ ਉਹ ਦੇਖੇ ਜਾਂਦੇ ਨੇ। ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਆਹ ਜਿਹੜੇ 5 ਮੰਤਰੀ ਨੇ ਇਹਨਾਂ ਨੂੰ ਤਾਂ ਤੁਸੀਂ ਪਹਿਲਾਂ ਹੀ ਹਟਾ ਦਿਓ, ਇਹ ਸਾਰਿਆਂ ਦੇ ਉੱਤੇ ਦੋਸ਼ ਹਨ। ਪਰ ਪਹਿਲਾ ਜਿਹੜਾ ਪ੍ਰਮੁੱਖ ਕਾਰਨ ਇਹੀ ਉਹਦੇ 'ਚ ਸਾਹਮਣੇ ਆਇਆ ਕਿਉਂਕਿ ਉਹ ਲੋਕ ਪਿਛਲੇ ਕਪਤਾਨ ਦੇ ਬਹੁਤ ਨੇੜੇ ਸੀ। ਸਿੱਧੂ ਸਾਹਿਬ ਜਿੱਦਾਂ ਰਿਐਕਟ ਕਰ ਰਹੇ ਸੀ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੂੰ ਦਿੱਲੀ ਨਾ ਲੈ ਕੇ ਜਾਣਾ, ਉਹਨਾਂ ਦਾ ਇੱਥੇ ਰਹਿਣਾ ਤੇ ਉੱਥੇ ਮਨਪ੍ਰੀਤ ਬਾਦਲ ਦਾ ਤੇ ਜਾਖੜ ਦਾ ਉੱਥੇ ਹੋਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਲੱਗਦਾ ਕਿ 2-3 ਗੱਲਾਂ ਨੇ। ਜਦੋਂ ਤੁਹਾਡੇ ਵਾਰੰਟ ਕਿਤੋਂ ਲਿਖੇ ਜਾਣੇ ਆ ਕਿਸੇ ਥਾਣੇ 'ਚ FIR ਕੱਟੀ ਜਾਣੀ ਤੇ ਫਿਰ ਤੁਹਾਨੂੰ ਭਾਵੇਂ ਹੌਲਦਾਰ ਫੜ ਕੇ ਲੈ ਜਾ, ਕੀ ਫਰਕ ਪੈਂਦਾ। ਇਹ ਆਪ ਇਸ ਕਾਨੂੰਨ ਦਾ ਮਜ਼ਾਕ ਬਣਾਉਂਦੇ ਨੇ। ਇਹ ਇਕੱਲੇ ਸੁਖਬੀਰ ਸਿੰਘ ਬਾਦਲ ਨਹੀਂ, ਬਹੁਤਿਆਂ ਦਾ ਇਹੀ ਹਾਲ ਹੋ ਗਿਆ। ਅੱਜ ਬੇਸ਼ੱਕ ਉਹ 5 ਬੰਦੇ ਮਿਨਿਸਟਰ ਬਾਹਰ ਕੱਢ ਦਿੱਤੇ ਗਏ ਤੇ 7-8 ਨਵੇਂ ਬਣਾ ਦਿੱਤੇ ਗਏ। 117 ਮੈਂਬਰਾਂ ਦੀ ਵਿਧਾਨ ਸਭਾ ਆ, 80 ਕਾਂਗਰਸ ਦੇ ਕੋਲ ਨੇ। ਕਿਸੇ ਨੇ ਹੌਸਲਾ ਨਹੀਂ ਸੀ ਕੀਤਾ ਕੈਪਟਨ ਦਾ ਵਿਰੋਧ ਕਰਨ ਦਾ। ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ ਫੰਡ ਇੱਕ ਹੈਗਾ ਜਿਹੜਾ 47-48 ਤੋਂ ਜਵਾਹਰ ਲਾਲ ਨਹਿਰੂ ਦੇ ਸਮੇਂ ਦਾ ਬਣਿਆ ਹੋਇਆ ਉਹ ਚੱਲਦਾ। ਪਰ ਕਿਉਂਕਿ ਇਸ ਸਰਕਾਰ ਨੂੰ ਨਾ ਨਹਿਰੂ ਪਸੰਦ ਆ, ਨਾ ਉਹਨਾਂ ਦੀਆਂ ਨੀਤੀਆਂ ਤੇ ਨਾ ਉਹਨਾਂ ਦੇ ਕੀਤੇ ਹੋਏ ਸਾਰੇ ਕੰਮ। ਜੇ ਫੰਡ ਸਰਕਾਰੀ ਨਹੀਂ ਫਿਰ ਪ੍ਰਧਾਨ ਮੰਤਰੀ ਉਹਦੇ ਲਈ ਕਿਉਂ ਪੈਸੇ ਮੰਗ ਰਿਹਾ ਤੇ ਉਹਦੀ ਘੋਸ਼ਣਾ ਉਹਨੇ ਕਿਉਂ ਕੀਤੀ ਤੇ ਫਿਰ ਉਹਨਾਂ ਨੇ ਇਹ ਬਣਾਇਆ ਕਿਸ ਲਈ। ਬਿਨਾਂ ਸ਼ੱਕ ਭਾਰਤ ਦੇ ਵਿੱਚ ਜਿੱਦਣ ਤੋਂ ਇਹ ਫੰਡ ਬਣਿਆ ਉਸ ਦਿਨ ਤੋਂ ਰੌਲਾ ਪੈ ਰਿਹਾ ਵੀ ਇਹਦਾ ਦੱਸਦਾ ਹੀ ਕੋਈ ਨਹੀਂ ਵੀ ਪੈਸੇ ਆ ਕਿੱਥੋਂ ਰਹੇ ਤੇ ਜਾ ਕਿੱਥੋਂ ਰਹੇ। ਪ੍ਰਧਾਨ ਮੰਤਰੀ ਮੋਦੀ ਵਰਗੇ ਬੰਦੇ ਦਾ ਕਿਸੇ ਵੀ ਬਾਹਰਲੇ ਦੇਸ਼ ਨੂੰ ਜਾਣਾ ਜਿੰਨਾ ਦੇਸ਼ ਦੇ ਲੋਕਾਂ ਲਈ ਉਤਸੁਕਤਾ ਦੀ ਗੱਲ ਆ ਤੇ ਉਨੀ ਹੀ ਉਹ ਬਾਹਰਲੇ ਲੋਕਾਂ ਲਈ ਵੀ ਜਿਹੜੀ ਗੱਲ ਆ ਉਹ ਧਿਆਨ ਖਿੱਚਣ ਵਾਲੀ ਬਣ ਜਾਂਦੀ ਹੈ ਕਿਉਂਕਿ ਇਹ ਖਾਸ ਤਰ੍ਹਾਂ ਦੀ ਇੱਕ ਮਾਰਕੀਟਿੰਗ ਸਟ੍ਰੈਟਜੀ ਨਾਲ ਲੈ ਕੇ ਚੱਲਦਾ। ਇਹ ਪ੍ਰਧਾਨ ਮੰਤਰੀ ਉੱਥੇ ਜਾ ਰਿਹਾ, ਇਹਨੇ UN ਦੀ ਅਸੈਂਬਲੀ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਆ ਤੇ ਉੱਥੇ ਇਹ ਗੱਲ ਜ਼ਰੂਰ ਪਹੁੰਚਾਓ ਤੇ ਇਹ ਗੱਲ ਜ਼ਰੂਰ ਪੁੱਛੋ ਕਿ ਜਿਹੜਾ ਇੱਥੇ ਅੰਦੋਲਨ ਚੱਲ ਰਿਹਾ, ਜਿਹੜਾ ਇੱਥੇ 600-700 ਬੰਦੇ ਦੀ ਮੌਤ ਹੋ ਚੁੱਕੀ ਆ, ਇਹ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਕਿੰਨਾ ਗੰਭੀਰ ਹੈ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਆਲੇ ਦੁਆਲੇ ਝਾਤ ਮਾਰੋ ਤਾਂ ਇਸ ਵੇਲੇ ਪੰਜਾਬ ਤੋਂ ਇਲਾਵਾ ਹੋਰਨਾਂ ਪੰਜਾਬੀਆਂ ਦੀ ਵੀ ਇੱਛਾ ਹੈ, ਚਾਹੇ ਵਿਦੇਸ਼ਾਂ 'ਚ ਵਸਦੇ ਹੋਣਗੇ। ਇਸ ਵੇਲੇ ਨਵੇਂ ਕਪਤਾਨ ਦੀ ਨਵੀਂ ਟੀਮ ਦਾ ਐਲਾਨ ਹੋ ਗਿਆ ਹੈ। ਕਿਹਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ, ਕਿਹਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ, ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਨਵੀਆਂ ਨਿਯੁਕਤੀਆਂ ਦੀ ਗੱਲਬਾਤ। ਸੁਖਬੀਰ ਬਾਦਲ ਕਿਉਂ ਕਹਿੰਦਾ ਹੈ ਕਿ ਥਾਂ ਦੱਸੋ ਗ੍ਰਿਫਤਾਰੀ ਲਈ, ਮੋਦੀ ਦੀ ਅਮਰੀਕਾ ਫੇਰੀ 'ਚ ਕੀ ਕੁਝ ਹੋ ਰਿਹਾ ਹੈ, ਇਸ ਤੋਂ ਇਲਾਵਾ ਕੁਝ ਹੋਰ ਮੁੱਦਿਆਂ ਤੇ ਜਾਣਾਂਗੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ। ਤੇ ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਹੈ ਅੰਮ੍ਰਿਤਪਾਲ ਸ਼ਰਮਾ ਜੀ। ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਸ਼ੁਕਰੀਆ ਜੀ। ਅੱਜ ਦੀ ਪਹਿਲੀ ਖਬਰ ਦੀ ਗੱਲ ਕਰੀਏ ਜੀ, ਜਿੱਤੇ ਸਭ ਦੀਆਂ ਨਜ਼ਰਾਂ ਤੁਹਾਡੀਆਂ ਨਜ਼ਰਾਂ ਵੀ ਸੀਗੀਆਂ ਉੱਤੇ। ਬੜੇ ਦਿਨ ਹੋ ਗਏ ਜੀ, ਜਿਸ ਦਿਨ ਤੋਂ ਮੁੱਖ ਮੰਤਰੀ ਸਾਹਿਬ ਬਣੇ ਸੀ ਉਸ ਦਿਨ ਤੋਂ ਬਾਅਦ ਇਹੀ ਨਜ਼ਰ ਸੀ ਕਿ ਟੀਮ ਦੇ ਵਿੱਚ ਕੌਣ-ਕੌਣ ਆਵੇ ਜੀ। ਨਵੇਂ ਕਪਤਾਨ ਦੀ ਨਵੀਂ ਟੀਮ ਦਾ ਐਲਾਨ ਹੋ ਗਿਆ ਜੀ ਤੇ ਹੁਣ ਕਿਹਦਾ ਨਾਮ ਸ਼ਾਮਿਲ ਹੋਇਆ ਉਹਦੇ ਬਾਰੇ ਤੁਸੀਂ ਦੱਸ ਦਿਓ। ਦੇਖੋ, ਕੈਪਟਨ ਸਾਹਿਬ ਤੇ ਆਰਮੀ 'ਚ ਕੈਪਟਨ ਸੀ ਤੇ ਉਸ ਤੋਂ ਬਾਅਦ ਰਵਾਇਤ ਬਣ ਜਾਂਦੀ ਹੈ ਕਿ ਅਗਲਾ ਬੰਦਾ ਆ ਉਹਨੂੰ ਪੰਜਾਬ ਦਾ ਨਵਾਂ ਕੈਪਟਨ ਕਹਿੰਦੇ ਆ ਜੀ। ਠੀਕ ਆ, ਉਹਨਾਂ ਨੇ ਇੱਕ ਟੀਮ ਚੁਣੀ ਆ, ਉਹਦੇ ਉਹ ਕਪਤਾਨ ਨੇ, ਪਰ ਸੰਵਿਧਾਨਕ ਤੌਰ ਤੇ ਉਹਨਾਂ ਨੂੰ ਮੁੱਖ ਮੰਤਰੀ ਕਿਹਾ ਜਾਣਾ ਚਾਹੀਦਾ ਤੇ ਨਾ ਤੇ ਉਹ ਫੌਜ 'ਚ ਰਹੇ ਨੇ ਤੇ ਨਾ ਹੀ ਉਹਨਾਂ ਨੇ ਕੋਈ ਖੇਡ ਖੇਡੀ ਆ ਜਿਹਦੀ ਉਹ ਟੀਮ ਦੇ ਕਪਤਾਨ ਸੀ। ਪਰ ਬਿਲਕੁਲ ਠੀਕ ਆ ਕਿ ਕੈਬਨਿਟ ਦੇ ਉਹ ਮੁਖੀ ਹੋਣਗੇ, ਮੁੱਖ ਮੰਤਰੀ ਉਹਨਾਂ ਦੇ ਕੋਲ ਅਹੁਦਾ ਹੈ ਉਹਨਾਂ ਦਾ। ਤੇ ਪਿਛਲੇ ਕਪਤਾਨ ਨੂੰ ਹੁਣ ਕੈਪਟਨ ਕਹਿਣਾ ਛੱਡ ਦਈਏ ਤੇ ਚੰਗੀ ਗੱਲ ਹੈ, ਇੱਧਰ ਵਾਪਸ ਆਈਏ। ਬਿਲਕੁਲ ਤੁਸੀਂ ਗੱਲ ਦੱਸੀ ਕਿ ਇਹ ਭਾਰਤ ਦੇ ਸੰਵਿਧਾਨ ਦੇ ਵਿੱਚ ਜਾਂ ਭਾਰਤ ਦੇ ਲੋਕਤੰਤਰੀ ਇਤਿਹਾਸ ਦੇ ਵਿੱਚ ਬਹੁਤ ਵਾਰ ਇੱਦਾਂ ਹੁੰਦਾ ਰਹਿੰਦਾ ਕਿ ਮੁੱਖ ਮੰਤਰੀ ਜਿਹੜਾ ਆ ਉਹ ਜਿੱਤੀ ਹੋਈ ਜਿਹੜੀ ਟੀਮ ਆ, ਜਿੱਤੀ ਹੋਈ ਜਿਹੜੀ ਪਾਰਟੀ ਆ, ਉਹਦੇ ਵਿਧਾਇਕਾਂ ਦੇ ਦੁਆਰਾ ਆਪਣਾ ਲੀਡਰ ਚੁਣਿਆ ਜਾਂਦਾ ਜਿੱਦਾਂ ਸੰਵਿਧਾਨ 'ਚ ਲਿਖਿਆ ਹੈ। ਪਰ ਅਸੀਂ ਜਾਣਦੇ ਹਾਂ ਕਿ ਚੁਣਦੀ ਜਿਹੜੀ ਆ ਪਾਰਟੀ ਹਾਈ ਕਮਾਂਡ ਹੀ ਆ, ਚਾਹੇ ਉਹ ਖੇਤਰੀ ਪਾਰਟੀ ਹੋਵੇ ਤੇ ਚਾਹੇ ਉਹ ਨੈਸ਼ਨਲ ਪਾਰਟੀ ਹੋਵੇ। ਤੇ ਬਹੁਤ ਲੰਬੀ ਜੱਦੋ-ਜਹਿਦ ਤੋਂ ਬਾਅਦ ਜਿਸ ਦਿਨ ਕਪਤਾਨ ਸਾਹਿਬ ਨੇ ਅਸਤੀਫਾ ਦਿੱਤਾ, ਕੈਪਟਨ ਅਮਰਿੰਦਰ ਸਿੰਘ ਨੇ, ਉਸ ਦਿਨ ਤੋਂ ਬਾਅਦ 2-3 ਦਿਨ ਤਾਂ ਇਹੀ ਰੌਲਾ ਚੱਲਦਾ ਰਿਹਾ ਕਿ ਨਵੀਂ ਜਿਹੜੀ ਗੱਦੀ ਆ, ਨਵੀਂ ਜਿਹੜੀ ਇਹ
ਪੱਗ ਆ ਉਹ ਕਿਹਦੇ ਸਿਰ ਤੇ ਰੱਖੀ ਜਾਊਗੀ, ਕਿਹਨੂੰ ਇਸ ਕੁਰਸੀ ਦੇ ਯੋਗ ਸਮਝਿਆ ਜਾਊਗਾ। ਹਾਲਾਂਕਿ ਮਹੀਨੇ ਮੋਹਰੇ ਸਿਰਫ 3 ਜਾਂ 4 ਹੀ ਰਹਿ ਗਏ ਨੇ, 4 ਵੀ ਹੈ ਨਹੀਂ। ਕੁੱਲ ਮਿਲਾ ਕੇ ਅਸੀਂ ਸਤੰਬਰ ਦੇ ਤੀਸਰੇ ਹਫ਼ਤੇ 'ਚ ਪ੍ਰਵੇਸ਼ ਕਰ ਚੁੱਕੇ ਹਾਂ। ਅਕਤੂਬਰ, ਨਵੰਬਰ ਤੇ ਦਸੰਬਰ ਜੀ, ਹਾਰਡਲੀ ਦਸੰਬਰ ਦੇ ਵਿੱਚ ਜਾਂ ਜਨਵਰੀ ਦੇ ਪਹਿਲੇ ਦੂਜੇ ਹਫ਼ਤੇ ਜਿਹੜਾ ਆ ਕੋਡ ਆਫ ਕੰਡਕਟ ਲੱਗ ਜਾਣਾ ਹੈ। ਜੇ ਸਾਰੀਆਂ ਸਥਿਤੀਆਂ ਜਿਹੜੀਆਂ ਸੇਮ ਰਹਿੰਦੀਆਂ, ਜੇ ਕੋਈ ਹਾਲਾਤਾਂ ਦੇ ਵਿੱਚ ਕੋਈ ਵੱਡੀ ਗਤੀਵਿਧੀ ਨਹੀਂ ਹੁੰਦੀ, ਕੋਈ ਵੱਡਾ ਪਰਿਵਰਤਨ ਨਹੀਂ ਆਉਂਦਾ, ਕੋਈ ਇਹੋ ਜਿਹੀ ਘਟਨਾ ਨਹੀਂ ਹੁੰਦੀ ਜਿਹੜੀ ਟਾਲੀ ਨਾ ਜਾ ਸਕੇ, ਤੇ ਫਿਰ ਚੋਣਾਂ ਜਿਹੜੀਆਂ ਉਹ ਟਲਣੀਆਂ ਨਹੀਂ। ਕਿਉਂਕਿ ਅਸੀਂ ਦੇਖਿਆ ਬੀਤੇ ਸਮੇਂ ਦੇ ਵਿੱਚ ਕਿ ਕਰੋਨਾ ਦੇ ਪੂਰੇ ਪੀਕ ਸੀ ਜਦੋਂ ਗੋਆ, ਬੰਗਾਲ, ਤਾਮਿਲਨਾਡੂ ਦੀਆਂ ਅਸੀਂ ਚੋਣਾਂ ਜਿਹੜੀਆਂ ਦੇਖੀਆਂ, ਸਣੇ ਅਸਾਮ। ਤੇ ਅਸੀਂ ਆਪਣੇ ਦੇਸ਼ ਦੀ ਕੀ ਗੱਲ ਕਰਨੀ, ਕੈਨੇਡਾ ਵਰਗੇ ਵਿਕਸਿਤ ਮੁਲਕ ਨੇ ਬਿਨਾਂ ਕਿਸੇ ਕਾਰਨ ਤੋਂ ਇੱਕ ਹੰਗ ਪਾਰਲੀਮੈਂਟ ਨੂੰ ਮੈਜੋਰਟੀ ਵਾਲੀ ਪਾਰਲੀਮੈਂਟ ਵਿੱਚ ਬਦਲਣ ਲਈ ਉਹਨਾਂ ਨੇ ਫੁੱਲ ਫਲੈਜ ਚੋਣਾਂ ਕਰਵਾਤੀਆਂ। ਤੇ ਸਾਡਾ ਤਾਂ ਦੇਸ਼ ਹੈ ਹੀ ਚੋਣਾਂ ਤੇ ਟਿਕਿਆ ਹੋਇਆ, ਸਾਡੇ ਤਾਂ ਲੀਡਰਾਂ ਲਈ ਇਹ ਵਿਆਹ ਹੁੰਦਾ। ਸੋ ਉਸ ਤੋਂ ਬਾਅਦ ਉਹ ਜਿਹੜੀ ਗੱਦੀ ਉਹ ਬਦਲੀ ਗਈ। ਗੱਦੀ ਬਦਲ ਕੇ 2-3 ਦਿਨ ਤੇ ਇਹੀ ਰੌਲਾ ਪੈਂਦਾ ਰਿਹਾ ਕਿ ਬਣਾਵਾਂਗੇ ਕਿਹਨੂੰ। ਉੱਪਰੋਂ ਲੈ ਕੇ ਥੱਲੇ ਤੱਕ 5-6 ਨਾਮ ਗਿਣਾ ਦਿੱਤੇ ਗਏ ਤੇ ਚੁਟਕਲਾ ਬਣ ਗਿਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਮੁੱਖ ਮੰਤਰੀ ਨਹੀਂ ਲੱਭਦਾ, ਤੇ ਕਾਂਗਰਸ ਨੇ ਤੇ 2 ਦਿਨਾਂ 'ਚ 5 ਬਣਾ ਕੇ 6ਵਾਂ ਫਿਰ ਬਣਾ ਵੀ ਦਿੱਤਾ ਜੀ। ਇਹਨੂੰ ਤੁਸੀਂ ਇਦਾਂ ਸਮਝ ਸਕਦੇ ਆ ਕਿ ਇੱਕ ਪਾਰਟੀ ਦਾ ਪੁਰਾਣਾ ਹੋਣਾ, ਉਹਦੇ ਕੋਲ ਵੱਡੇ ਲੀਡਰਾਂ ਦਾ ਹੋਣਾ, ਵੱਡੇ ਚਿਹਰਿਆਂ ਦਾ ਹੋਣਾ ਇੱਕ ਐਡਵਾਂਟੇਜ ਵੀ ਆ ਤੇ ਡਿਸਐਡਵਾਂਟੇਜ ਵੀ ਆ ਕਿ ਆਪਸ ਦੇ ਵਿੱਚ ਫਿਰ ਉਹ ਖਹਿੰਦੇ ਵੀ ਨੇ, ਲੜਦੇ ਵੀ ਨੇ, ਤੇ ਕੁਰਸੀ ਦੀ ਜਿਹੜੀ ਜੰਗ ਆ ਉਹਦੇ 'ਚ ਵੀ ਉਹ ਸ਼ਾਮਿਲ ਹੁੰਦੇ ਨੇ ਜੀ। ਤੇ ਅਸੀਂ ਜਾਣਦੇ ਆ, ਜਿਹੜੇ ਬੰਦੇ ਰਾਜਨੀਤੀ ਨੂੰ ਦੇਖਦੇ ਆ, ਸੁਣਦੇ ਆ, ਪੜ੍ਹਦੇ ਆ, ਹੁਣ ਸਾਰੇ ਹੀ ਖਿਆਲ ਰੱਖਦੇ ਆ ਸਮਾਰਟਫੋਨ ਦੀ ਵਜ੍ਹਾ ਨਾਲ ਕਿ ਜਿਸ ਦਿਨ ਮੁੱਖ ਮੰਤਰੀ ਬਣਦਾ ਆ ਉਸੇ ਦਿਨ ਹੀ ਉਹ 2-3-4 ਨਿਯੁਕਤੀਆਂ ਤਾਂ ਪਹਿਲ ਦੇ ਆਧਾਰ ਤੇ ਹੀ ਕਰ ਲੈਂਦਾ, ਚਾਹੇ ਉਹ DGP ਹੋਵੇ, ਚਾਹੇ ਉਹ ਪ੍ਰਮੁੱਖ ਸਕੱਤਰ ਹੋਵੇ, ਮੁੱਖ ਸਕੱਤਰ ਹੋਵੇ, ਤੇ ਨਾਲ ਹੀ ਆਪਣੇ PACA ਜਾਂ ਹੋਰ ਜਿਹੜੀ ਟੀਮ ਆ ਉਹ ਬਹੁਤ ਛੇਤੀ ਅਨਾਉਂਸ ਕਰ ਲੈਂਦੇ ਨੇ। ਕੈਬਨਿਟ ਲਈ ਇੱਕ ਅੱਧੀ ਮੀਟਿੰਗ ਉਹਨਾਂ ਨੂੰ ਕਰਨੀ ਪੈਂਦੀ ਆ, ਪਰ ਇੱਥੇ ਜਿਹੜਾ ਮਸਲਾ ਸੀ ਉਹ ਥੋੜ੍ਹਾ ਜਿਹਾ ਫਿਰ ਗੁੰਝਲਦਾਰ ਰਿਹਾ। ਜਿੱਦਾਂ ਸਿੱਧੂ ਸਾਹਿਬ ਨੇ 1.5-2 ਸਾਲ ਜ਼ੋਰ ਲਾਇਆ ਤੇ ਕੈਪਟਨ ਬਦਲੇ ਗਏ, ਉਸ ਤੋਂ ਬਾਅਦ ਫਿਰ 2-3 ਦਿਨ ਹਾਈ ਕਮਾਂਡ ਨੇ ਜ਼ੋਰ ਲਾਇਆ ਤੇ ਨਵੇਂ ਮੁੱਖ ਮੰਤਰੀ ਚੁਣੇ ਗਏ, ਤੇ ਫਿਰ 2-3 ਦਿਨ ਫਿਰ ਜ਼ੋਰ ਲਾ ਕੇ ਹੁਣ ਅੰਤ ਨੂੰ ਇਹ ਗੱਲ ਹੋਈ ਹੈ ਸਾਹਮਣੇ ਕਿ ਜਿਹੜੀ ਚਿਹਰਿਆਂ ਦੇ ਉੱਤੇ ਜਾਂ ਉਹਨਾਂ ਲਿਸਟ ਦੇ ਉੱਤੇ ਫਾਈਨਲੀ ਸਹੀ ਮੁੱਖ ਮੰਤਰੀ ਸਾਹਿਬ ਦੀ ਵੀ, ਪਾਰਟੀ ਪ੍ਰਧਾਨ ਦੀ ਵੀ, ਤੇ ਅਸਲ ਦੇ ਵਿੱਚ ਦਿੱਲੀ ਹਾਈ ਕਮਾਂਡ ਦੀ ਜਿਹੜੀ ਉਹ, ਜਿਹਨੂੰ ਸਾਡੇ ਮੁੱਖ ਲੋਕ ਦਿੱਲੀ ਵਾਲੇ ਪੀਰ ਕਹਿੰਦੇ ਨੇ, ਕਿਉਂਕਿ ਜਦੋਂ ਹੰਸਰਾਜ ਨਾਲ ਗੱਲ ਹੁੰਦੀ ਆ ਤੇ ਉਹ ਵੀ ਫਿਰ ਮੋਦੀ ਸਾਹਿਬ ਨੂੰ ਆਪਣਾ ਪੀਰੋ ਮੁਰਸ਼ਦ ਹੀ ਦੱਸਦਾ, ਤੇ ਜਿਹੜੇ ਖੇਤਰੀ ਪਾਰਟੀਆਂ ਦੇ ਲੋਕ ਨੇ ਉਹ ਵੀ ਆਪਣੇ ਸਰਬਰਾਹ ਜਿਹੜਾ ਉਹਨਾਂ ਦਾ ਹੁੰਦਾ ਹੈ ਇੱਕ ਪ੍ਰਮੁੱਖ, ਉਹਨੂੰ ਉਹ ਪੀਰ ਹੀ ਦੱਸਦੇ ਨੇ। ਤੇ ਅਕਸਰ ਚਾਹੇ ਉਮਰ 'ਚ ਛੋਟਾ ਹੋਵੇ ਚਾਹੇ ਵੱਡਾ, ਉਹਦੇ ਗੋਡੇ ਹੱਥ ਵੀ ਲਾਉਂਦੇ ਦੇਖੇ ਜਾਂਦੇ ਨੇ। ਤੇ ਹਾਲਾਂਕਿ ਬਾਅਦ ਗਾਹੇ ਬਗਾਹੇ ਉਹਦੀ ਫਿਰ ਬਾਅਦ 'ਚ ਚਰਚਾ ਵੀ ਹੁੰਦੀ ਆ। ਤੇ ਜਦੋਂ ਉਹਨਾਂ ਦੇ ਪੀਰ ਕਿਤੇ ਮੱਥਾ ਟੇਕਣ ਜਾਂਦੇ ਨੇ ਕਿਸੇ ਜਗ੍ਹਾ ਤੇ ਉਹਨਾਂ ਦੀਆਂ ਜੁੱਤੀਆਂ ਲਾਉਂਦੇ ਪਾਉਂਦੇ ਵੀ ਕਈ ਲੀਡਰ ਜਿਹੜੇ ਆ ਉਹ ਦੇਖੇ ਜਾਂਦੇ ਨੇ। ਬਿਲਕੁਲ। ਸੋ ਇਹ ਸਾਡੇ ਲੋਕਤੰਤਰ ਦਾ ਸਿਸਟਮ ਹੀ ਇਦਾਂ ਦਾ ਬਣ ਗਿਆ ਆ। ਪਾਰਟੀ ਸਿਸਟਮ ਦੇ ਵਿੱਚ ਜਿਹੜਾ ਪਾਰਟੀ ਦਾ ਮੁਖੀ ਆ ਉਹਦੇ ਕੋਲ ਬਹੁਤ ਵੱਡੀ ਜਿਹੜੀ ਆ ਇੱਕ ਪਾਵਰ ਹੁੰਦੀ ਆ, ਕਿਉਂਕਿ ਟਿਕਟ ਉਹਨੇ ਦੇਣੀ ਆ, ਫੰਡ ਉਹਨੇ ਜਾਰੀ ਕਰਨੇ ਆ, ਚੋਣਾਂ ਉਹਨੇ ਲੜਾਉਣੀਆਂ ਆ, ਤੇ ਫਿਰ ਉਹ ਸਾਰਾ ਜਿਹੜਾ ਦਾਰੋਮਦਾਰ ਆ ਚੱਲਦਾ। ਹਾਲਾਂਕਿ ਕਾਂਗਰਸ ਪਾਰਟੀ ਨੂੰ ਆਪਣਾ ਪ੍ਰਧਾਨ ਚੁਣਿਆ ਨੂੰ ਬੜਾ ਟਾਈਮ ਹੋ ਗਿਆ, ਤੇ ਉਹਨਾਂ ਕੋਲ ਇੰਟਰਮ ਪ੍ਰੈਜ਼ੀਡੈਂਟ ਹੀ ਚੱਲ ਰਹੀ ਆ ਸੋਨੀਆ ਗਾਂਧੀ, ਤੇ ਰਾਹੁਲ ਗਾਂਧੀ ਨੂੰ ਬਣਾਇਆ ਸੀ, ਬਣਾ ਕੇ ਫਿਰ ਅਸਫਲ ਹੋ ਗਏ, ਫਿਰ ਉਹ ਬਾਹਰ ਆ ਗਏ। ਉਹ ਕਈ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਰਹਿੰਦੇ ਹਾਂ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਇਹ ਤਾਂ ਹੋ ਗਈ ਪੰਜਾਬ ਦੀ ਸਿਆਸਤ ਦਾ ਅੰਦਰ ਵਾਲਾ ਹਿੱਸਾ। ਹੁਣ ਜਿਹੜੇ ਚਿਹਰੇ ਬਾਹਰ ਨਿਕਲ ਕੇ ਆਏ ਨੇ ਉਹ ਕਿਹੜੇ-ਕਿਹੜੇ ਨੇ? ਦੇਖੋ, ਜਿਸ ਦਿਨ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਸੀ, ਜਿਹੜੇ ਪਿਛਲੇ ਕਪਤਾਨ ਸੀ, ਤੇ ਨਵੇਂ ਦੇ ਆਉਣ ਦੀ ਚਰਚਾ ਹੋ ਗਈ ਸੀ, ਉਸੇ ਦਿਨ ਹੀ ਇਹ ਗੱਲ ਕਲੀਅਰ ਸੀ ਕਿ ਜਿਹੜੇ ਉਹਨਾਂ ਦੇ ਬਹੁਤ ਨੇੜੇ ਨੇ, ਜਿਨ੍ਹਾਂ ਨੇ ਉਹਨਾਂ ਦਾ ਹੱਥ ਘੁੱਟ ਕੇ ਫੜਿਆ ਹੋਇਆ, ਉਹਨਾਂ ਦਾ ਹੱਥ ਜਦੋਂ ਇਹਨਾਂ ਦਾ ਛੁੱਟ ਗਿਆ ਤੇ ਉਹਨਾਂ ਦਾ ਵੀ ਛੁੱਟਣਾ ਹੀ ਛੁੱਟਣਾ। ਤੇ ਲਗਭਗ ਉਹ ਸਾਰੇ ਨਾਮ ਜਿਹੜੇ ਆ ਮੀਡੀਆ ਨੇ 3-4-5 ਦਿਨ ਤੋਂ ਪੂਰਾ ਰੌਲਾ ਪਾਇਆ ਹੋਇਆ ਸੀ। ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਆਹ ਜਿਹੜੇ 5 ਮੰਤਰੀ ਨੇ ਇਹਨਾਂ ਨੂੰ ਤਾਂ ਤੁਸੀਂ ਪਹਿਲਾਂ ਹੀ ਹਟਾ ਦਿਓ, ਇਹ ਸਾਰਿਆਂ ਦੇ ਉੱਤੇ ਦੋਸ਼ ਹਨ। ਤੇ ਉਹਨਾਂ ਦੀ ਜਿਹੜੀ ਗੱਲ ਆ ਉਹ ਠੀਕ ਸੀ। ਉਹ ਦੋਸ਼ ਉਹਨਾਂ ਤੇ ਸਨ ਜਾਂ ਹਨ ਸਾਬਤ ਹੋਣਗੇ, ਇਨਕੁਆਇਰੀ ਹੋਵੇਗੀ, ਉਹ ਵੱਖਰੀ ਗੱਲ ਆ। ਪਰ ਪਹਿਲਾ ਜਿਹੜਾ ਪ੍ਰਮੁੱਖ ਕਾਰਨ ਇਹੀ ਉਹਦੇ 'ਚ ਸਾਹਮਣੇ ਆਇਆ ਕਿਉਂਕਿ ਉਹ ਲੋਕ ਪਿਛਲੇ ਕਪਤਾਨ ਦੇ ਬਹੁਤ ਨੇੜੇ ਸੀ। ਪਰ ਕੁਝ ਜਿਹੜੇ ਵਿਰੋਧਾਭਾਸ ਵੀ ਉਹਦੇ 'ਚ ਅਪਵਾਦ ਵੀ ਹੈ, ਜਿਹਨੂੰ ਤੁਸੀਂ ਅੰਗਰੇਜ਼ੀ 'ਚ ਐਕਸੈਪਸ਼ਨਸ ਕਹਿੰਦੇ ਆ, ਕਿ ਐਕਸੈਪਸ਼ਨਲ ਕੇਸਿਸ ਵੀ ਉਹਦੇ 'ਚ ਹੈਗੇ ਨੇ। ਹੁਣ ਜਿਹੜੇ ਬੰਦੇ ਬਾਹਰ ਨਿਕਲੇ ਨੇ ਉਹਨਾਂ ਦੇ ਵਿੱਚ ਸ਼ਾਮ ਸੁੰਦਰ ਅਰੋੜਾ ਜਿਹੜੇ ਇੰਡਸਟਰੀਅਲ ਮਿਨਿਸਟਰ ਨੇ, ਹੁਸ਼ਿਆਰਪੁਰ ਤੋਂ ਲੜਦੇ ਨੇ, ਹੁਸ਼ਿਆਰਪੁਰ ਸ਼ਹਿਰੀ ਤੋਂ, ਉਹਨਾਂ ਦਾ ਨਾਮ ਵਿੱਚ ਸ਼ਾਮਲ ਆ। ਰਾਣਾ ਗੁਰਜੀਤ ਸ਼ਾਮਲ ਹੋਏ ਨੇ, ਰਾਣਾ ਗੁਰਮੀਤ ਸੋਢੀ ਜਿਹੜੇ ਜਾਣ ਵਾਲੇ ਨੇ, ਜਿਹੜੇ ਕਿਉਂਕਿ ਉਹ ਕੈਪਟਨ ਦੇ ਨਾਲ ਬਹੁਤ ਨੇੜੇ ਦੇ ਸੰਬੰਧ ਦੱਸੇ ਜਾਂਦੇ ਨੇ। ਕੈਪਟਨ ਸਾਹਿਬ ਦੇ ਕਈ ਵਾਰ ਉਹ ਡਰਾਈਵਰ ਬਣ ਕੇ ਉਹਨਾਂ ਦੀ ਗੱਡੀ ਚਲਾਉਂਦੇ ਦੇਖੇ ਜਾਂਦੇ ਨੇ, ਤੇ ਕੈਪਟਨ ਦੇ ਨਾਲ ਹੋਰ ਵੀ ਜਿਹੜੇ ਉਹਨਾਂ ਦੇ ਬਹੁਤ ਸਾਰੇ ਕੰਮਕਾਰ ਨੇ ਉਹਨਾਂ ਵਿੱਚ ਉਹ ਹਿੱਸੇਦਾਰ ਵੀ ਦੱਸੇ ਜਾਂਦੇ ਨੇ, ਤੇ ਉਹਨਾਂ ਦਾ ਨਾਮ ਵੀ ਇਹਦੇ 'ਚ ਸ਼ਾਮਲ ਸੀ। ਸਪੋਰਟਸ ਮੰਤਰੀ ਸੀ, ਉਹ ਵੀ ਬਾਹਰ ਹੋਏ ਨੇ। ਨਾਲ ਦੀ ਨਾਲ ਉਹਦੇ 'ਚੋਂ ਗੁਰਪ੍ਰੀਤ ਕਾਂਗੜ
ਜਿਨ੍ਹਾਂ ਦੇ ਜਵਾਈ ਨੂੰ ਨੌਕਰੀ ਦੇਣ ਦਾ ਅਖੀਰਲਾ ਫੈਸਲਾ ਕੈਪਟਨ ਸਾਹਿਬ ਨੇ ਲਿਆ ਉਸ ਦਿਨ ਜਿਹੜੀ ਕੈਬਨਿਟ ਦੀ ਮੀਟਿੰਗ ਸੀ, ਉਹ ਵੀ ਇਹਦੇ ਚੋਂ ਬਾਹਰ ਨਿਕਲੇ ਨੇ ਜੀ। ਸਾਧੂ ਸਿੰਘ ਧਰਮਸੋਤ ਜਿਨ੍ਹਾਂ ਦੇ ਉੱਤੇ ਵਜ਼ੀਫਿਆਂ ਦੇ ਘਟਾਲਿਆਂ ਦਾ ਦੋਸ਼ ਲੱਗਦਾ ਸੀ, ਹਾਲਾਂਕਿ ਉਹਨਾਂ ਨੂੰ ਕੈਪਟਨ ਸਾਹਿਬ ਨੇ ਆਪਣੀ ਜੇਬ ਵਿੱਚ ਰੱਖੀ ਹੋਈ ਕਲੀਨ ਚਿੱਟ ਦੇ ਦਿੱਤੀ ਸੀ, ਪਰ ਉਹ ਵੀ ਇਸ ਮਸਲੇ ਚੋਂ ਬਾਹਰ ਹੋਏ ਨੇ। ਤੇ ਬਲਬੀਰ ਸਿੰਘ ਸਿੱਧੂ ਉਹ ਵੀ ਇਸ ਮਸਲੇ ਚੋਂ, ਇਸ ਕੈਬਨਿਟ ਦੇ ਵਿੱਚੋਂ ਉਹਨਾਂ ਦੀ ਛਾਂਟੀ ਜਿਹੜੀ ਉਹ ਹੋ ਗਈ ਆ। ਜਿਹੜੇ ਨਵੇਂ ਸ਼ਾਮਲ ਹੋਏ ਨੇ ਉਹਨਾਂ ਦੀ ਗੱਲ ਵੀ ਇਦਾਂ ਹੀ ਚੱਲਦੀ ਸੀ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਮੀਡੀਆ ਨੂੰ ਇਸ ਗੱਲ ਦਾ ਅੰਦਾਜ਼ਾ ਸੀਗਾ ਕਿ ਕੌਣ-ਕੌਣ ਆਊਗਾ ਕੌਣ-ਕੌਣ ਨਹੀਂ, ਪਰ ਉਹਨਾਂ ਦੇ ਵਿੱਚੋਂ ਫਿਰ ਉਹੀ ਅਮਰਿੰਦਰ ਸਿੰਘ ਰਾਜਾ ਵੜਿੰਗ, ਇੱਕ ਅਮਰਿੰਦਰ ਸਿੰਘ ਕੈਪਟਨ ਸੀ ਤੇ ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਕੈਬਨਿਟ 'ਚ ਸ਼ਾਮਲ ਹੋਏ ਨੇ। ਹੁਸ਼ਿਆਰਪੁਰ ਤੋਂ ਜਾਂ ਦੁਆਬੇ ਤੋਂ ਤੁਸੀਂ ਕਹਿ ਲਓ, ਜੇਕਰ ਸ਼ਾਮ ਸੁੰਦਰ ਅਰੋੜਾ, ਐਕਚੁਅਲ 'ਚ ਉਹਨਾਂ ਦਾ ਨਾਮ ਸ਼ਾਮ ਸੁੰਦਰ ਅਰੋੜਾ ਸੀ ਪਰ ਕਿਸੇ ਵਜ੍ਹਾ ਨਾਲ ਉਹ ਸੁੰਦਰ ਸ਼ਾਮ ਅਰੋੜਾ ਲਿਖਦੇ ਨੇ, ਤੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਟਾਂਡਾ ਤੋਂ ਸੰਗਤ ਸਿੰਘ ਗਿਲਜੀਆਂ ਉਹਨਾਂ ਦੀ ਵਿੱਚ ਸ਼ਮੂਲੀਅਤ ਹੋਈ ਆ। ਉਹਨਾਂ ਦਾ ਪਹਿਲਾਂ ਪਾਰਟੀ ਵੱਲੋਂ ਵੀ ਉਹਨਾਂ ਦਾ ਉਪ ਪ੍ਰਧਾਨ ਵੀ ਉਹਨਾਂ ਨੂੰ ਲਾਇਆ ਗਿਆ ਸੀਗਾ, ਉਹਨਾਂ ਨੂੰ ਵਿੱਚ ਸ਼ਾਮਲ ਕੀਤਾ ਗਿਆ। ਨਾਲ ਦੀ ਨਾਲ ਗੁਰਕੀਰਤ ਸਿੰਘ ਕੋਟਲੀ ਤੇ ਹੋਰ ਜਿਹੜੇ ਸ਼ਾਮਲ ਹੋਏ ਨੇ ਉਹਨਾਂ 'ਚ ਕੁਲਜੀਤ ਨਾਗਰਾ, ਪ੍ਰਗਟ ਸਿੰਘ ਤੇ ਰਾਜਕੁਮਾਰ ਵੇਰਕਾ। ਪ੍ਰਗਟ ਸਿੰਘ ਦਾ ਸ਼ਾਮਲ ਹੋਣਾ ਬਿਲਕੁਲ ਤੈਅ ਸੀ। ਰਾਜਕੁਮਾਰ ਵੇਰਕਾ ਵੀ ਅੰਮ੍ਰਿਤਸਰ ਤੋਂ ਨੇ, ਐਸਸੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ, ਉਹਨਾਂ ਦਾ ਵੀ ਵਿੱਚ ਨਾਮ ਸ਼ਾਮਲ ਹੋਣਾ ਸੀ, ਉਹ ਹੋ ਗਿਆ। ਜਿਨ੍ਹਾਂ ਤੇ ਥੋੜੀ ਜਿਹੀ ਹੈਰਾਨੀ ਹੋਈ ਉਹ ਰਾਣਾ ਗੁਰਜੀਤ ਨੇ, ਹਾਲਾਂਕਿ ਉਹ ਦੁਆਬੇ ਦੇ ਵੱਡੇ ਲੀਡਰ ਨੇ, ਕਪੂਰਥਲਾ ਤੋਂ ਲੜਦੇ ਨੇ, ਸ਼ੂਗਰ ਲੌਬੀ ਦੇ ਉੱਤੇ ਵੱਡਾ ਹੱਥ ਆ ਉਹਨਾਂ ਦਾ, ਉਹਨਾਂ ਦੀ ਇੰਡਸਟਰੀ ਆ ਸ਼ੂਗਰ ਦੀ, ਇੱਥੇ ਵੀ ਤੇ ਯੂਪੀ ਦੇ ਵਿੱਚ ਵੀ। ਤੇ ਬੀਤੇ ਦੇ ਵਿੱਚ ਉਹ ਜਦੋਂ ਕੈਬਨਿਟ ਅਮਰਿੰਦਰ ਸਿੰਘ ਨੇ ਕੈਬਨਿਟ ਬਣਾਈ ਸੀ ਉਦੋਂ ਵੀ ਮੰਤਰੀ ਸੀ, ਪਰ ਉਦੋਂ ਬਹੁਤ ਜਲਦੀ ਉਹਨਾਂ ਨੂੰ ਹਟਾ ਦਿੱਤਾ ਗਿਆ ਸੀਗਾ, ਕਿਉਂਕਿ ਖਹਿਰਾ ਸਾਹਿਬ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੇ ਵੱਡੇ ਦੋਸ਼ ਲਾਏ ਸੀ ਤੇ ਉਹ ਦੋਸ਼ ਕਿਤੇ ਕਿਤੇ ਸਾਬਤ ਵੀ ਹੁੰਦੇ ਸੀ ਤੇ ਫਿਰ ਇਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਸੀ। ਉਸ ਤੋਂ ਬਾਅਦ ਇਹ ਲਗਭਗ ਹਾਸ਼ੀਏ ਤੇ ਚੱਲ ਰਹੇ ਸੀ। ਹਾਲਾਂਕਿ ਵੱਡਾ ਕੱਦ ਆ, ਕੁਝ ਐਮਐਲਏਜ਼ ਦਾ ਇੱਕ ਗਰੁੱਪ ਆ, ਹਾਲਾਂਕਿ ਬਹੁਤ ਵੱਡਾ ਧੜਾ ਨਹੀਂ, ਪਰ ਫਿਰ ਵੀ ਦੁਆਬੇ ਦੇ ਵਿੱਚ ਇੱਕ ਸਰਕਾਰ ਦਾ ਗਰੁੱਪ ਦੇ ਉਹ ਚੀਫ ਨੇ, ਉਹਨਾਂ ਨੂੰ ਦੁਬਾਰਾ ਸ਼ਾਮਲ ਕਰ ਲਿਆ ਗਿਆ। ਉਹ ਹੁਣ ਜੋੜ ਤੋੜ ਦੀ ਰਾਜਨੀਤੀ ਆ ਕਿ ਬੰਦੇ ਨਾਲ ਵੀ ਜੋੜ ਕੇ ਰੱਖਣੇ ਆ, ਤੇ ਮਹੀਨੇ ਤਾਂ ਥੋੜੇ ਨੇ ਤੇ ਅਗਲਾ ਜਿਹੜਾ ਆ ਇਲੈਕਸ਼ਨ ਆ ਉਹ ਵੀ ਲੜਨਾ ਆ। ਸੋ ਇਹ ਜਿਹੜੇ ਨਾਮ ਨੇ ਕੁਝ ਆਏ ਨੇ ਤੇ ਕੁਝ ਸ਼ਾਮਲ ਹੋਏ ਨੇ। ਬਾਕੀ ਰਜੀਆ ਸੁਲਤਾਨਾ ਸੀ, ਤ੍ਰਿਪਤ ਰਜਿੰਦਰ ਬਾਜਵਾ, ਸੁਖਵਿੰਦਰ ਰੰਧਾਵਾ, ਵਿਜੇਂਦਰ ਸਿੰਗਲਾ ਜਿਹੜੇ ਪਹਿਲਾਂ ਵਿੱਚ ਸੀ ਉਹ ਪਹਿਲਾਂ ਦੇ ਵਾਂਗ ਹੀ ਸ਼ਾਮਲ ਨੇ। ਗੱਲ ਹੋ ਰਿਹਾ ਕਿ ਚੋਣ ਕਮਿਸ਼ਨ ਨੇ ਇਸ ਚੀਜ਼ ਦੇ ਉੱਤੇ ਰੋਕ ਲਾਤੀ ਸੀ ਕੁਝ ਦੇਰ ਪਹਿਲਾਂ ਕਿ ਇਲੈਕਸ਼ਨ ਰਿਫਾਰਮਸ ਦੇ ਮੱਦੇਨਜ਼ਰ ਕਿ ਜਿੰਨੇ ਤੁਹਾਡੇ ਐਮਐਲਏਜ਼ ਨੇ, ਨੰਬਰ ਆਫ ਐਮਐਲਏਜ਼ ਨੇ ਜਾਂ ਨੰਬਰ ਆਫ ਐਮਪੀਜ਼ ਨੇ, ਉਹਦਾ ਤੁਸੀਂ 15% ਹੀ ਮਿਨਿਸਟਰ ਬਣਾ ਸਕਦੇ ਆ। ਸੋ ਉਹਦੇ ਹਿਸਾਬ ਨਾਲ 117 ਸੀਟਾਂ ਨੇ ਤੇ 15% ਦੇ ਹਿਸਾਬ ਨਾਲ 17 ਜਾਂ 18 ਜਿਹੜੇ ਬੰਦੇ ਨੇ ਉਹਨਾਂ ਦੀ ਹੀ ਚੋਣ ਕੀਤੀ ਜਾਂਦੀ ਆ। ਨਹੀਂ ਤਾਂ ਇਸ ਤੋਂ ਪਹਿਲਾਂ ਜਦੋਂ ਬੇਅੰਤ ਸਿੰਘ ਨੇ ਸਰਕਾਰ ਬਣਾਈ ਸੀ ਉਦੋਂ 26 ਮੰਤਰੀ ਸੀ, ਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜਦੋਂ ਸਰਕਾਰ ਬਣਾਈ ਸੀ ਤੇ ਮੰਤਰੀਆਂ ਦੀ ਗਿਣਤੀ ਬਹੁਤ ਹੁੰਦੀ ਸੀ। ਫਿਰ ਬੰਦਿਆਂ ਨੂੰ ਸੈੱਟ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ, ਫਿਰ ਇਸੇ ਕਰਕੇ ਚੀਫ ਪਾਰਲੀਮੈਂਟ ਸਕੱਤਰ ਲਾਏ ਜਾਂਦੇ ਨੇ, ਉਹਨਾਂ ਨੂੰ ਅਥਾਰਟੀਆਂ ਦੇ ਦਿੱਤੀਆਂ ਜਾਂਦੀਆਂ ਸੀ, ਪਰ ਫਿਰ ਪਿੱਛੇ ਜੇ ਹਾਈ ਕੋਰਟ ਨੇ ਉਹਨਾਂ ਨੂੰ ਲਾਉਣ ਤੇ ਜਾਂ ਉਹਨਾਂ ਨੂੰ ਕੈਬਨਿਟ ਰੈਂਕ ਦੇਣ ਦੇ ਉੱਤੇ ਵੀ ਰੋਕ ਲਾ ਦਿੱਤੀ ਸੀ। ਤਾਂ ਇੱਕ ਚੰਗਾ ਕਦਮ ਸੀ ਕਿ ਥੋੜੀ ਗਿਣਤੀ ਦੇ ਵਿੱਚ ਹੀ ਜਿਹੜਾ ਭਾਰ ਆ ਪ੍ਰਾਂਤ ਦੇ ਉੱਤੇ ਪਾਇਆ ਜਾਵੇ। ਸੋ ਇਹ ਕੁਝ ਅੱਜ ਦਾ ਲੇਖਾ ਜੋਖਾ ਹੈ ਕਿ ਇਹ ਬੰਦੇ ਆਏ ਨੇ, ਇਹ ਬੰਦੇ ਗਏ ਨੇ, ਤੇ ਕੁਝ ਬੰਦਿਆਂ ਨੇ ਆਪਣੀਆਂ ਸੀਟਾਂ ਜਿਹੜੀਆਂ ਉਹ ਬਚਾ ਕੇ ਰੱਖੀਆਂ ਨੇ। ਪਰ ਇੱਕ ਗੱਲ ਆ ਕਿ ਸਮਾਂ ਬਹੁਤ ਥੋੜਾ ਸੀ, ਪਰ ਇਹਨਾਂ ਨੇ ਕਾਫੀ ਦਿਨ ਜਿਹੜੇ ਆ ਇਸੇ ਗੱਲ ਦੇ ਉੱਤੇ ਲਾ ਦਿੱਤੇ। ਚਲੋ ਉਮੀਦ ਕਰਦੇ ਹਾਂ ਕਿ ਹੁਣ ਕੰਮ ਕਰਨ ਤੇ ਦਿਨ ਜ਼ਿਆਦਾ ਨਹੀਂ ਲਾਉਣੇ, ਕਿਉਂਕਿ ਉਹਨਾਂ ਕੋਲ ਹੈ ਵੀ ਨਹੀਂ। ਤੇ ਆਪਾਂ ਪੰਜਾਬ ਦੀ ਸਿਆਸਤ ਤੇ ਗੱਲਬਾਤ ਜਾਰੀ ਰੱਖਾਂਗੇ ਪਰ ਬ੍ਰੇਕ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਕਰਾਂਗੇ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ। ਅਮਰਿਤ ਜੀ, ਹੁਣ ਗੱਲ ਪੰਜਾਬ ਦੀ ਸਿਆਸਤ ਤੇ ਹੀ ਚੱਲ ਰਹੀ ਸੀ ਤੇ ਨਵੀਂ ਨਿਯੁਕਤੀਆਂ ਦਾ ਦੌਰ ਜਾਰੀ ਹੈ। ਪਿਛਲੇ ਦਿਨੀ ਇੱਕ ਦੀ ਛੁੱਟੀ ਹੋਈ ਸੀ, ਅੱਜ ਉਹਨਾਂ ਦੇ ਪਤੀ ਦੀ ਛੁੱਟੀ ਹੋ ਗਈ ਹੈ ਤੇ ਉਹਨਾਂ ਦੀ ਛੁੱਟੀ ਤੋਂ ਬਾਅਦ ਨਿਯੁਕਤੀ ਕੀਤੀ ਹੋਈ ਹੈ। ਗੱਲ ਹੈ ਨਵੇਂ ਡੀਜੀਪੀ ਦੀ। ਦੇਖੋ ਜੀ, ਮੈਂ ਪਹਿਲਾਂ ਅਸੀਂ ਹੁਣੇ ਗੱਲ ਕਰਦੇ ਹਟੇ ਹਾਂ ਕਿ ਜਦੋਂ ਕੋਈ ਮੁੱਖ ਮੰਤਰੀ ਬਣਦਾ ਉਹਦਾ ਪਹਿਲਾ ਕੰਮ ਇਹੀ ਹੁੰਦਾ ਕਿ ਉਹਨੇ ਆਪਣਾ ਪ੍ਰਮੁੱਖ ਸਕੱਤਰ, ਜਿਹਨੂੰ ਪ੍ਰਿੰਸੀਪਲ ਸੈਕਟਰੀ ਕਹਿੰਦੇ ਆ, ਬਹੁਤ ਅਹਿਮ ਅਹੁਦਾ ਹੁੰਦਾ, ਕੈਬਨਿਟ ਰੈਂਕ ਦਾ ਉਹਦੇ ਕੋਲ ਅਹੁਦਾ ਹੁੰਦਾ। ਸੀਨੀਅਰ ਆਈਏਐਸ ਨੂੰ ਲਾਇਆ ਜਾਂਦਾ ਤੇ ਉਸ ਬੰਦੇ ਨੂੰ ਸਰਕਾਰੀ ਕੰਮਕਾਜ ਦੀ, ਖਾਸ ਤੌਰ ਤੇ ਸਟੇਟ ਦੀ ਜਿਹੜੀ ਆ ਉਹ ਪੂਰੀ ਨੌਲੇਜ ਜਿਹੜੀ ਆ ਉਹ ਹੁੰਦੀ ਹੈ। ਇਸੇ ਤਰੀਕੇ ਨਾਲ ਅਗਲਾ ਪ੍ਰਮੁੱਖ ਅਹੁਦਾ, ਮੈਂ ਇਹਨਾਂ ਨੂੰ ਅਗਲਾ ਪਹਿਲਾ ਵੀ ਨਹੀਂ ਕਹਿ ਸਕਦੇ, ਇਹ ਨਹੀਂ ਕਹਿ ਸਕਦੇ ਕਿ ਡੀਜੀਪੀ ਘਟਿਆ ਜਾਂ ਪ੍ਰਿੰਸੀਪਲ ਸੈਕਟਰੀ ਘਟਿਆ, ਪਰ ਇਹ ਦੋਨੋਂ ਹੀ ਬਿਲਕੁਲ ਇਦਾਂ ਤੁਸੀਂ ਸਮਝ ਲਓ ਕਿ ਮੁੱਖ ਮੰਤਰੀ ਦਾ ਸੱਜਾ ਤੇ ਖੱਬਾ ਹੱਥ ਹੁੰਦੇ ਨੇ, ਜਾਂ ਹਰ ਵੇਲੇ ਇੱਕ ਪਾਸੇ ਤੇ ਦੂਜੇ ਪਾਸੇ। ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਸਾਰਾ ਡੀਜੀਪੀ ਦੇ ਕੰਟਰੋਲ 'ਚ ਹੈ ਤੇ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹ ਸਾਰਾ ਪ੍ਰਿੰਸੀਪਲ
ਸੈਕਟਰੀ ਦੇ ਕੋਲ ਆ। ਜੀ ਤੇ ਇਹ ਜੋੜਾ ਜਿਹੜਾ ਤੁਸੀਂ ਨਾਮ ਲਿਆ, ਇਹ ਹਿੰਦੁਸਤਾਨ ਦਾ ਸਭ ਤੋਂ ਤਾਕਤਵਰ ਅਫਸਰ ਜੋੜਾ ਸੀ, ਕਿਉਂਕਿ ਕਿਸੇ ਵੀ ਸਟੇਟ ਦੇ ਵਿੱਚ ਹਸਬੈਂਡ ਵਾਈਫ ਡੀਜੀਪੀ ਤੇ ਪ੍ਰਿੰਸੀਪਲ ਸੈਕਟਰੀ ਨਹੀਂ ਲੱਗੇ ਹੁੰਦੇ ਜੀ ਤੇ ਇੱਥੇ ਇਹ ਲੱਗੇ ਹੋਏ ਸੀ, ਦਿਨਕਰ ਗੁਪਤਾ ਤੇ ਵਿਨੀ ਮਹਾਜਨ। ਤੇ ਜੇ ਵਿਨੀ ਮਹਾਜਨ ਦੀ ਗੱਲ ਕਰੀਏ ਤੇ ਬਹੁਤ ਲੰਬੇ ਸਮੇਂ ਤੋਂ ਉਹ ਪੰਜਾਬ ਦੇ ਵਿੱਚ ਹੀ ਆ। ਕਦੇ ਉਹ ਰੋਪੜ ਡੀਸੀ ਰਹੇ, ਫਿਰ ਉਹ ਅਲੱਗ-ਅਲੱਗ ਪੋਸਟਾਂ, ਅਲੱਗ-ਅਲੱਗ ਡਿਪਾਰਟਮੈਂਟਸ, ਕਦੇ ਸੈਕਟਰੀ, ਕਦੇ ਅੰਡਰ ਸੈਕਟਰੀ, ਫਿਰ ਸਿਵਲ ਸੈਕਟਰੀ ਤੇ ਫਿਰ ਉਹ ਪ੍ਰਿੰਸੀਪਲ ਸੈਕਟਰੀ ਰਹੇ ਮੁੱਖ ਮੰਤਰੀ ਦੇ। ਜੀ ਤੇ ਇਹ ਵੀ ਇੱਕ ਵਿਚਿੱਤਰ ਸਥਿਤੀ ਬਣੀ, ਜਿੱਦਾਂ ਮੁੱਖ ਮੰਤਰੀ ਚੁਣਨ ਨੂੰ 2-3 ਦਿਨ ਲੱਗੇ, ਫਿਰ ਕੈਬਨਿਟ ਚੁਣਨ ਨੂੰ 2-3 ਦਿਨ ਲੱਗੇ, ਇਹਨਾਂ ਨੂੰ ਹਟਾਉਣ ਨੂੰ ਵੀ 2-4 ਦਿਨ ਲੱਗੇ। ਹਾਲਾਂਕਿ ਇਹ ਮੁੱਖ ਮੰਤਰੀ ਦਾ ਬਹੁਤ ਨੇੜੇ ਦਾ ਸਟਾਫ ਹੁੰਦਾ ਤੇ ਉਹਨਾਂ ਨੇ ਆਪ ਚੁਣ ਲੈਣੇ ਹੁੰਦੇ ਆ। ਜੀ ਇਹਦੇ 'ਚ ਨਾ ਤੇ ਪਾਰਟੀ ਦੀ ਧੜੇਬੰਦੀ ਕਿਤੇ ਕਦੇ ਬਹੁਤਾ ਮੇਜਰ ਰੱਖਦੀ ਆ, ਮਤਲਬ ਰੱਖਦੀ ਆ, ਤੇ ਨਾ ਹੀ ਪਾਰਟੀ ਹਾਈ ਕਮਾਂਡ ਜਿਹੜੇ ਉਹ ਦਿੱਲੀ ਵਾਲੇ ਪੀਰ ਆ, ਉਹ ਵੀ ਇਹਦੇ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਵੀ ਬਹੁਤੀ ਦਖਲਅੰਦਾਜ਼ੀ ਨਹੀਂ ਕਰਦੇ। ਇਹੋ ਜਿਹੀ ਦਖਲਅੰਦਾਜ਼ੀ ਇਸ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸਰਕਾਰ ਬਣਾਈ ਆ, ਉਦੋਂ ਦੇਖੀ ਗਈ, ਜਦੋਂ ਉਹਨਾਂ ਨੇ ਰਾਜਨਾਥ ਨੂੰ ਆਪਣਾ ਪੀਏ ਲਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਸੀ। ਜੀ ਤੇ ਉਹਨਾਂ ਨੇ ਸਾਰੇ ਹੀ ਮੰਤਰੀਆਂ ਨੂੰ, ਸਾਰੇ ਹੀ ਐਮਪੀਜ਼ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਕਿਸੇ ਦਾ ਵੀ ਰਿਸ਼ਤੇਦਾਰ ਉਹਨਾਂ ਦਾ ਦਫ਼ਤਰ ਦੇ ਵਿੱਚ ਸੈਕਟਰੀ ਜਾਂ ਪੀਏ ਬਣ ਕੇ ਨਾ ਬੈਠੇ। ਜੀ ਨਹੀਂ ਤੇ ਆਮ ਤੌਰ ਤੇ ਬਹੁਤ ਸਾਰੇ ਐਮਐਲਏਜ਼ ਨੇ ਆਪਣੇ ਪੁੱਤਰ ਨੂੰ, ਭਤੀਜੇ ਨੂੰ, ਦੋਤੇ ਨੂੰ, ਜਵਾਈ ਨੂੰ, ਗਵਾਂਢੀ ਨੂੰ, ਆਂਢੀ ਨੂੰ, ਨੇੜਲੇ ਰਿਸ਼ਤੇਦਾਰ ਨੂੰ ਹੀ ਆਪਣੇ ਨਾਲ ਬਹੁਤ ਨੇੜੇ ਰੱਖਿਆ ਹੁੰਦਾ, ਕਿਉਂਕਿ ਉਹਨਾਂ ਕੋਲ ਅਧਿਕਾਰ ਹੁੰਦੇ 1-2 ਬੰਦੇ ਰੱਖਣ ਦੇ। ਜੀ ਪਰ ਇੱਥੇ ਇਹ ਵੀ ਜਿਹੜੀ ਸਮੱਸਿਆ ਆ, ਨਾਲ ਦੀ ਨਾਲ ਐਡਵੋਕੇਟ ਜਨਰਲ ਨੂੰ ਲਾਉਣ ਲਈ ਵੀ ਦਿੱਲੀ ਹਾਈ ਕਮਾਂਡ ਨੇ ਦਖਲਅੰਦਾਜ਼ੀ ਕੀਤੀ ਤੇ ਇਹਨਾਂ ਦੋਨਾਂ ਅਫਸਰਾਂ ਨੂੰ ਲਾਉਣ ਲਈ ਵੀ ਕਾਫੀ ਜਿਹੜਾ ਸਮਾਂ ਉਹ ਲਗਾਇਆ ਗਿਆ। ਜੀ ਇਦਾਂ ਹੁੰਦਾ ਨਹੀਂ ਤੇ ਆਮ ਤੌਰ ਤੇ, ਕਿਉਂਕਿ ਡੀਜੀਪੀ ਜਿਹੜਾ ਆ ਉਹ ਪੁਲਿਸ ਨੂੰ ਹੈੱਡ ਕਰਦਾ। ਤੇ ਹੁਣ ਨਾਮ 2-3-4 ਚੱਲਦੇ ਸੀ, ਭਾਵਰਾ ਜੀ ਦਾ ਨਾਮ ਚੱਲਦਾ ਸੀ, ਇਕਬਾਲਪ੍ਰੀਤ ਸੋਤਾ ਜੀ ਦਾ ਨਾਮ ਚੱਲਦਾ ਸੀ, ਸਿਧਾਰਥ ਚਟੋਪਾਧਿਆਏ ਜਿਹੜੇ ਬਹੁਤ ਸਖਤ ਤਬੀਅਤ ਦੇ ਤੇ ਬਹੁਤ ਡਿਸਪਲਿਨਡ ਤੇ ਬਹੁਤ ਆਲਾ ਅਫਸਰ ਮੰਨੇ ਜਾਂਦੇ ਨੇ, ਉਹਨਾਂ ਦਾ ਨਾਮ ਵੀ ਚੱਲਦਾ ਸੀ। ਪਰ ਹੁਣ ਖਬਰ ਇਹ ਆਈ ਆ ਕਿ ਦਿਨਕਰ ਗੁਪਤਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਵਾਧੂ ਚਾਰਜ ਜਿਹੜਾ ਹੈ, ਐਡੀਸ਼ਨਲ ਚਾਰਜ ਇਕਬਾਲਪ੍ਰੀਤ ਸੋਤਾ ਨੂੰ ਦੇ ਦਿੱਤਾ ਗਿਆ। ਜੀ ਦੇਖੋ, ਇਹ ਲੋਕਤੰਤਰ ਦੇ ਵਿੱਚ ਇਹ ਇੱਕ ਮਜ਼ਾਕੀਆ ਸਥਿਤੀ ਆ, ਜਾਂ ਤੁਸੀਂ ਕਹਿ ਲਓ ਕਿ ਇਹ ਵੀ ਲੈਕ ਆਫ ਪਾਵਰ ਵਾਲੀ ਗੱਲ ਆ, ਲੈਕ ਆਫ ਡਿਸੀਜਨ ਮੇਕਿੰਗ ਦੀ ਗੱਲ ਆ, ਕਿ ਇੱਕ ਪ੍ਰਮੁੱਖ ਲਾਉਣਾ ਆ, ਸਟੇਟ ਦਾ ਪੁਲਿਸ ਹੈੱਡ ਲਾਉਣਾ, ਉਹਨੂੰ ਵਾਧੂ ਚਾਰਜ ਦਿੱਤਾ ਜੀ ਸੋ ਦੈਟ ਜੇ ਲੋੜ ਹੋਵੇ ਤਾਂ 1-2 ਦਿਨਾਂ 'ਚ ਉਹਨੂੰ ਚੇਂਜ ਕਰ ਲਿਆ ਜਾਵੇ। ਜਿੱਥੋਂ ਉਹ ਬੈਠਾ ਆ ਉਹ ਵਾਲੀ ਪੋਸਟ ਦੇ ਨਾਲ ਨਾਲ ਉਹਨੂੰ ਵਾਧੂ ਦਾ ਚਾਰਜ ਦੇ ਦਿੱਤਾ। ਉਹਨੂੰ ਵਾਧੂ ਦਾ ਚਾਰਜ ਕਿਹੜਾ ਦਿੱਤਾ? ਜਿਸ ਇੰਸਟੀਟਿਊਸ਼ਨ ਨੂੰ ਉਹਨੇ ਹੈੱਡ ਕਰਨਾ। ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਦੁਬਾਰਾ ਇੱਕ ਸੁਣਨ ਵਾਲੀ ਜਾਂ ਸਮਝਣ ਵਾਲੀ ਗੱਲ ਆ। ਬਿਲਕੁਲ ਕਿ ਉਹ ਪੰਜਾਬੀ ਦਾ ਮਾਸਟਰ ਵੀ ਆ ਤੇ ਨਾਲ ਦੀ ਨਾਲ ਸਕੂਲ ਦੇ ਪ੍ਰਿੰਸੀਪਲ ਦਾ ਉਹਨੂੰ ਵਾਧੂ ਚਾਰਜ ਦੇ ਦਿੱਤਾ ਗਿਆ, ਜਦ ਕਿ ਪਹਿਲ ਦੇ ਆਧਾਰ ਤੇ ਜਿਹੜੀ ਹੈੱਡ ਦੀ ਪੋਸਟ ਆ ਉੱਥੇ ਵਾਧੂ ਚਾਰਜ ਦਾ ਕੀ ਮਸਲਾ ਆ? ਪਰ ਇਹ ਆਮ ਰਵਾਇਤ ਹੀ ਆ ਕਿ ਜਿਹਨੂੰ ਭੇਜਣਾ ਆ ਉਹਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੈਨੂੰ ਅਸੀਂ ਇੱਥੋਂ ਇਸ ਕੁਰਸੀ ਤੋਂ ਲਾਂਭੇ ਕਰਦੇ ਜਾਂ ਤੂੰ ਇਹ ਪੋਸਟ ਛੱਡ ਕੇ ਹੁਣ ਕਿਤੇ ਹੋਰ ਜਾਣਾ ਆ, ਉਹਨੂੰ ਛੁੱਟੀ ਤੇ ਹੀ ਭੇਜ ਦਿੱਤਾ ਜਾਂਦਾ। ਆਮ ਤੌਰ ਤੇ ਆਫਿਸਰਸ ਨੂੰ ਉੱਥੋਂ ਹੋਮ ਮਿਨਿਸਟਰੀ ਤੋਂ ਪਤਾ ਲੱਗ ਜਾਂਦਾ ਹੁੰਦਾ ਕਿ ਤੁਹਾਡਾ ਜਿਹੜਾ ਨਾਮ ਹੈ ਉਹ ਹਟਾ ਦਿੱਤਾ ਗਿਆ ਤੇ ਦੂਜਾ ਨਾਮ ਆ ਗਿਆ, ਤੇ ਫਿਰ ਉਹ ਇੱਕ ਰਵਾਇਤ ਬਣੀ ਹੋਆ, ਫਿਰ ਉਹ ਛੁੱਟੀ ਤੇ ਚਲੇ ਜਾਂਦੇ ਨੇ। ਇਸੇ ਤਰ੍ਹਾਂ ਵਿਨੀ ਮਹਾਜਨ ਨੂੰ ਲਾ ਕੇ ਉਹਨਾਂ ਦਾ ਨਾਮ ਹਾਲਾਂਕਿ 2 ਦਿਨ ਪਹਿਲਾਂ ਹਟਾ ਦਿੱਤਾ ਗਿਆ, ਉਹਨਾਂ ਨੂੰ ਛੁੱਟੀ ਤੇ ਭੇਜ ਕੇ ਅਨਿਰੁੱਧ ਤਿਵਾੜੀ ਨੂੰ ਲਾ ਦਿੱਤਾ ਗਿਆ, ਤੇ ਹੁਣ ਇਹ ਜਿਹੜੀ ਪੂਰੀ ਕਵਾਇਦ ਹੋ ਗਈ ਆ। ਸੋ ਆਡੀਟਰ ਜਨਰਲ ਦੇ ਨਾਂ ਤੇ ਵੀ ਪਹਿਲਾਂ ਪਟਵਾਲੀਆ ਜੀ ਦਾ ਨਾਮ ਆਉਂਦਾ ਸੀ ਤੇ ਹੁਣ ਕਿਸੇ ਹੋਰ ਦਾ ਨਾਮ ਉਹਦੇ 'ਚ ਵੀ ਆ ਰਿਹਾ, ਪਰ ਅਸੀਂ ਨਾਮ ਹਾਲੇ ਤੱਕ ਤਾਂ ਨਹੀਂ ਲੈਂਦੇ ਕਿ ਪਤਾ ਨਹੀਂ ਇਹਨਾਂ ਨੇ ਕੱਲ੍ਹ ਤੱਕ ਉਹ ਨਾਮ ਰੱਖਣੇ ਆ ਕਿ ਨਹੀਂ ਰੱਖਣੇ। ਜੀ ਬਿਲਕੁਲ। ਤੇ ਨਿਯੁਕਤੀਆਂ ਦੇ ਨਾਲ ਦੀ ਨਾਲ ਇੱਕ ਗੱਲ ਇਹ ਵੀ ਦੇਖਣ ਵਾਲੀ ਆ ਕਿ ਦਿੱਲੀ ਵਾਲੀ ਜਿਹੜੀ ਉਹ ਹੈਗੀ ਆ ਕਮੇਟੀ, ਜਿਹੜੀ ਹਾਈ ਕਮਾਂਡ ਜਿਹਨੂੰ ਤੁਸੀਂ ਕਹਿੰਦੇ ਆ, ਜਾਂ ਕਾਂਗਰਸ ਦੀ ਜਿਹੜੀ ਕੋਰ ਕਮੇਟੀ ਆ, ਜਿਹਦੇ 'ਚ ਗਾਂਧੀ ਫੈਮਿਲੀ ਦੇ ਹੀ ਸਾਰੇ ਲਗਭਗ ਮੈਂਬਰ ਆ, ਹੋਰ ਵੀ ਬੰਦੇ 2-3 ਬੈਠਦੇ ਹੋਣਗੇ। ਕੱਲ੍ਹ ਹਾਲਾਂਕਿ ਮਨਪ੍ਰੀਤ ਬਾਦਲ ਵੀ ਉੱਥੇ ਸੀ, ਇਹਨਾਂ ਦਾ ਵੀ ਪੂਰਾ ਯੋਗਦਾਨ ਦੱਸਿਆ ਜਾਂਦਾ ਚੰਨੀ ਦੀ ਉਹਦੇ ਵਿੱਚ, ਹਾਲਾਂਕਿ ਉਹ ਅੰਡਰ ਪਾਵਰ ਰਹਿ ਕੇ ਜਾਂ ਅੰਡਰ ਕਵਰ ਰਹਿ ਕੇ ਸਾਰੀਆਂ ਚੀਜ਼ਾਂ ਨੂੰ ਅੰਜਾਮ ਦੇ ਰਹੇ ਆ। ਤੇ ਨਾਲ ਦੀ ਨਾਲ ਜਾਖੜ ਸਾਹਿਬ ਵੀ ਉੱਥੇ ਸੀ, ਤੇ ਮੀਡੀਆ ਅੰਦਾਜ਼ੇ ਲਾ ਰਿਹਾ ਕਿ ਜਾਖੜ ਸਾਹਿਬ ਨੂੰ ਕੋਈ ਵੱਡੀ ਜ਼ਿੰਮੇਵਾਰੀ ਉਹ 'ਚ ਦਿੱਤੀ ਜਾ ਰਹੀ ਆ, ਜਾਂ ਇਲੈਕਸ਼ਨ ਕਮੇਟੀ ਜਿਹੜੀ ਹੋਊਗੀ, ਪ੍ਰਚਾਰ ਕਮੇਟੀ ਜਾਂ ਟਿਕਟ ਦੇਣ ਵਾਲੀ ਕਮੇਟੀ, ਕੈਂਡੀਡੇਟ ਸਿਲੈਕਸ਼ਨ ਕਮੇਟੀ ਦੇ ਵਿੱਚ ਉਹ ਰੱਖੇ ਜਾਣਗੇ। ਇਹ ਕਿੱਥੇ ਰੱਖੇ ਜਾਣਗੇ, ਕਿੱਦਾਂ ਨਹੀਂ ਰੱਖੇ ਜਾਣਗੇ, ਬਾਅਦ ਦੀ ਗੱਲ ਆ। ਪਰ ਇੱਥੇ ਕੁਝ ਚੀਜ਼ਾਂ ਹੋਰ ਸਾਹਮਣੇ ਨਿਕਲ ਕੇ ਆਉਂਦੀਆਂ ਪਰਮਿੰਦਰ ਜੀ, ਉਹ ਇਹ ਨੇ ਕਿ ਸਿੱਧੂ ਸਾਹਿਬ ਜਿੱਦਾਂ ਰਿਐਕਟ ਕਰ ਰਹੇ ਸੀ ਮੁੱਖ ਮੰਤਰੀ ਬਣਨ ਤੋਂ ਬਾਅਦ, ਉਹਨਾਂ ਨੂੰ ਦਿੱਲੀ ਨਾ ਲੈ ਕੇ ਜਾਣਾ, ਉਹਨਾਂ ਦਾ ਇੱਥੇ ਰਹਿਣਾ, ਤੇ ਉੱਥੇ ਮਨਪ੍ਰੀਤ ਬਾਦਲ ਦਾ ਤੇ ਜਾਖੜ ਦਾ ਉੱਥੇ ਹੋਣਾ, ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਲੱਗਦਾ ਕਿ 2-3 ਗੱਲਾਂ ਨੇ। ਜਾਂ ਤੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਇੱਥੇ ਬਿਜ਼ੀ ਕਰ ਲਿਆ ਕਿ ਮੈਂ ਉਹ ਮੁੱਦੇ ਹੱਲ ਕਰਨੇ ਨੇ ਜਿਨ੍ਹਾਂ ਦੀ ਮੈਂ ਰੌਲਾ ਪਾ ਰਿਹਾ ਸੀ, ਤੇ ਹਾਈ ਕਮਾਂਡ ਜਿਹਨੂੰ ਮਰਜ਼ੀ ਬਣਾ ਦੇਵੇ, ਜਿਹਨੂੰ ਮਰਜ਼ੀ ਨਾ ਬਣਾ ਦੇਵੇ, ਮੈਨੂੰ ਇਸ ਗੱਲ ਨਾਲ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਮਹੀਨੇ ਤਾਂ ਕੁੱਲ ਮਿਲਾ ਕੇ 3 ਨੇ। ਤੇ ਜਾਂ ਫਿਰ ਹਾਈ ਕਮਾਂਡ ਇੱਥੇ ਸਟ੍ਰਿਕਟ ਆ ਕਿ ਸਿੱਧੂ ਨੇ ਮੁੱਖ ਮੰਤਰੀ ਚੰਨੀ ਨੂੰ ਮੁੱਖ ਮੰਤਰੀ ਸਾਹਿਬ ਕਹਿਣ ਦੀ ਬਜਾਏ ਚੰਨੀ ਬਾਈ, ਛੋਟਾ ਵੀਰ, ਇੱਦਾਂ ਦੀਆਂ ਗੱਲਾਂ ਕੀਤੀਆਂ, ਤੇ ਫਿਰ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਇੱਕ
ਸੁਪਰ ਮੁੱਖ ਮੰਤਰੀ ਵਜੋਂ ਨਾ ਪੇਸ਼ ਹੋਵੇ, ਜੀ ਜਿੱਦਾਂ ਦੀਆਂ ਕਿਆਸਰਾਈਆਂ ਵਿਰੋਧੀ ਪਾਰਟੀਆਂ ਅਕਸਰ ਲਾ ਰਹੀਆਂ। ਜੀ ਸੋ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਗੱਲ ਠੀਕ ਹੈ ਕਿਹੜੀ ਨਹੀਂ, ਇਹ ਦਰਸ਼ਕ ਫੈਸਲਾ ਕਰ ਲੈਣ। ਸਾਨੂੰ ਕੀ ਲੱਗਦਾ, ਇਸ ਗੱਲ ਨਾਲ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ, ਪਰ ਹਾਈ ਕਮਾਂਡ ਜਿੰਨਾ ਪੰਜਾਬ ਦੇ ਵਿੱਚ ਧਿਆਨ ਦੇ ਰਹੀ ਆ, ਜੀ ਇਹ ਇੱਕ ਚੰਗੀ ਗੱਲ ਆ। ਜੇਕਰ ਰਾਹੁਲ ਗਾਂਧੀ ਐਂਡ ਉਹਦੀ ਟੀਮ ਜਿਹੜੀ ਆ ਇਦਾਂ ਹੀ ਧਿਆਨ ਦੇਣ ਪਾਰਟੀ ਦੇ ਉੱਤੇ ਤੇ ਮੁਲਕ ਦੇ ਉੱਤੇ, ਜੀ 24 ਦੇ ਵਿੱਚ ਉਹ ਸਰਕਾਰ ਬਣਾਉਣ ਚਾਹੇ ਨਾ ਬਣਾਉਣ ਉਹ ਬਾਅਦ ਦੀ ਗੱਲ ਆ, ਪਰ ਇੱਕ ਸਸ਼ਕਤ ਵਿਰੋਧੀ ਧਿਰ ਬਣਾ ਕੇ ਜ਼ਰੂਰ ਸਾਹਮਣੇ ਆਉਣਗੇ ਤੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਵੀ ਇਹਦਾ ਮੈਸੇਜ ਚੰਗਾ ਜਾਊਗਾ ਤੇ ਪੂਰੇ ਦੇਸ਼ ਦੇ ਵਿੱਚ ਵੀ ਇੱਕ ਵਿਰੋਧੀ ਧਿਰ ਜਿਹੜੀ ਆ ਇੱਕ ਲਹਿਰ ਜ਼ਰੂਰ ਆ। ਲੋਕਾਂ ਨੂੰ ਹਾਲੇ ਤੱਕ ਇਹ ਸਮਝ ਨਹੀਂ ਆ ਰਿਹਾ ਕਿ ਜੇ ਮੋਦੀ ਨੂੰ ਵੋਟ ਨਹੀਂ ਪਾਉਣੀ ਤੇ ਪਾਉਣੀ ਕਿਹਨੂੰ ਆ। ਉਹ ਕੁਝ ਚੀਜ਼ਾਂ ਜਿਹੜੀਆਂ ਆ ਉਹਦੇ ਚੋਂ ਪਾਣੀ ਜਿਹੜਾ ਗੰਧਲਾ ਆ, ਹਾਲਾਂਕਿ ਬਹੁਤਾ ਸਾਫ਼ ਤਾਂ ਨਹੀਂ ਹੋਊਗਾ ਪਰ ਉਹਦੇ 'ਚ ਫਰਕ ਜ਼ਰੂਰ ਨਜ਼ਰ ਆਉਣਗੇ। ਤੇ ਜਾਖੜ ਸਾਹਿਬ ਨੂੰ ਕੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਕੀ ਨਹੀਂ, ਉਹ ਬਾਅਦ ਦੀਆਂ ਗੱਲਾਂ ਨੇ। ਹਾਂ, ਆਫਿਸਰ ਜਿਹੜੇ ਨੇ ਉਹ 2 ਲੱਗ ਗਏ ਨੇ ਤੇ ਐਡਵੋਕੇਟ ਜਨਰਲ ਵੀ ਲੱਗ ਜਾਣਗੇ ਤੇ ਕੱਲ੍ਹ ਨੂੰ ਤੁਸੀਂ ਦੱਸ ਹੀ ਦਿੱਤਾ ਕਿ ਕੈਬਨਿਟ 4:30 ਵਜੇ ਗਵਰਨਰ ਸਾਹਿਬ ਨੇ ਟਾਈਮ ਦੇ ਦਿੱਤਾ ਆ। ਜੀ ਜੀ ਕੱਲ ਨੂੰ ਉਹਦੀ ਗੱਲ ਹੋਵੇਗੀ ਤੇ ਫਿਰ ਪਰਸੋਂ ਨੂੰ ਉਹਨਾਂ ਨੂੰ ਵਿਭਾਗ ਵੰਡੇ ਜਾਣਗੇ। ਰਾਜਨੀਤੀ ਜਾਰੀ ਆ। ਅੰਮ੍ਰਿਤਪਾਲ ਸ਼ਰਮਾ ਜੀ, ਪੰਜਾਬ ਦੀ ਸਿਆਸਤ ਤੇ ਆਪਾਂ ਰਹਿੰਦੇ ਆ, ਜੀ ਕਾਂਗਰਸ ਦੀ ਗੱਲ ਕਰ ਲਈ ਹੈ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ। ਬਿਲਕੁਲ ਜੀ, ਹੁਣ ਤੁਸੀਂ ਉਹ ਵੀ ਗੱਲ ਕਰੋ, ਦੱਸੋ ਕੀ ਕਹਿੰਦੇ ਬਾਦਲ ਸਾਹਿਬ। ਸੁਖਬੀਰ ਬਾਦਲ 2-3 ਗੱਲਾਂ ਕਹਿੰਦੇ ਨੇ ਜਿਹਦੇ ਚੋਂ 2 ਦਾ ਜ਼ਿਕਰ ਤੁਹਾਡੇ ਕੋਲੋਂ ਵਿਸਥਾਰ ਚਾਹਾਂਗੀ। ਇੱਕ ਤਾਂ ਉਹ ਕਹਿੰਦੇ ਕਿ ਦੱਸੋ ਮੈਂ ਕਿਹੜੀ ਜਗ੍ਹਾ ਤੇ ਆਵਾਂ ਗ੍ਰਿਫਤਾਰੀ ਦੇਣ ਲਈ, ਉਹ ਕਿਉਂ ਕਹਿ ਰਹੇ ਨੇ, ਤੇ ਨਵੇਂ ਮੁੱਖ ਮੰਤਰੀ ਨੂੰ ਵੀ ਉਹਨਾਂ ਕੋਈ ਸਲਾਹ ਦਿੱਤੀ ਹੈ ਤੇ ਉਹ ਸਲਾਹ ਕੀ ਦਿੱਤੀ ਹੈ? ਮੈਨੂੰ ਲੱਗਦਾ ਤੁਸੀਂ ਵੱਡੇ ਬਾਦਲ ਸਾਹਿਬ ਦੀ ਗੱਲ ਕਰੋਗੇ ਕਿ ਉਹਨਾਂ ਨੇ ਵੀ ਕਹਿੰਦੇ ਲੰਬੀ ਦੇ ਵਿੱਚ ਜਿਹੜੀਆਂ ਆਪਣੀਆਂ ਤਿਆਰੀਆਂ ਸ਼ੁਰੂ ਕਰਤੀਆਂ ਇਲੈਕਸ਼ਨ ਲੜਨ ਲਈ, ਫਿਰ ਉਹ ਬੈਠਕਾਂ ਹਾਜੇ ਉਹ ਜ਼ਮੀਨ ਤਿਆਰ ਕਰ ਰਹੇ ਨੇ, ਹਾਜੇ ਇਸ ਕਰਕੇ ਉਹਨਾਂ ਦੀ ਜ਼ਮੀਨ ਤਿਆਰ ਆ। ਜੇ ਕੋਈ ਮਾੜੀ ਮੋਟੀ ਪ੍ਰੋਬਲਮ ਵੀ ਉਸ ਜ਼ਮੀਨ 'ਚ ਹੋਈ ਤੇ ਕੈਪਟਨ ਸਾਹਿਬ ਨੇ ਆ ਜਾਣਾ ਉੱਥੇ ਚੋਣ ਲੜਨ, ਗੱਲ ਹੀ ਕੋਈ ਨਹੀਂ। ਠੀਕ, ਤੁਸੀਂ ਗੱਲ ਕੀਤੀ ਆ ਪਾਰਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਜਿਹੜੇ ਕਿ ਬਹੁਤ ਤਿਆਰੀ ਨਾਲ ਇਸ ਵਾਰ ਇਲੈਕਸ਼ਨ 'ਚ ਲੱਗੇ ਹੋਏ ਨੇ। ਕਿਉਂਕਿ ਵਿਰੋਧੀ ਪਾਰਟੀਆਂ ਜਦੋਂ ਸੱਤਾ 'ਚ ਹੁੰਦੀਆਂ ਉਦੋਂ ਹੋਰ ਤਰੀਕੇ ਨਾਲ ਬਿਹੇਵ ਕਰਦੀਆਂ ਤੇ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਫਿਰ ਸੱਤਾ ਨੂੰ ਪ੍ਰਾਪਤ ਕਰਨ ਲਈ ਬਹੁਤ ਜਦੋਜਹਿਦ ਜਿਹੜੀ ਆ ਉਹ ਕਰਨੀ ਪੈਂਦੀ ਆ ਤੇ ਕਰਨੀ ਚਾਹੀਦੀ ਵੀ ਆ। ਜੀ ਇੱਥੇ ਉਹਨਾਂ ਨੇ ਕੱਲ ਰਾਜਪਾਲ ਨੂੰ ਮਿਲਣਾ ਸੀਗਾ ਤੇ ਉਹਨਾਂ ਨੇ ਉਸ ਕੋਰੀਡੋਰ ਜਿਹੜਾ ਇੱਕ ਬਣਦਾ ਪਿਆ ਦਿੱਲੀ ਤੋਂ ਅੰਮ੍ਰਿਤਸਰ ਕਟੜਾ ਜੰਮੂ, ਜਿਹੜੀ ਇੱਕ ਨੈਸ਼ਨਲ ਹਾਈਵੇ ਵੱਡੀ ਬਣਨੀ ਆ, ਉਹਦੇ ਵਿੱਚ ਜਿਹੜੀਆਂ ਜ਼ਮੀਨਾਂ ਆ ਰਹੀਆਂ ਲੋਕਾਂ ਦੀਆਂ, ਕਿਸਾਨਾਂ ਦੀਆਂ, ਉਹਦੇ ਲਈ ਵਾਧੂ ਮੁਆਵਜ਼ੇ ਦੀ ਮੰਗ ਉਹਨਾਂ ਨੇ ਕੀਤੀ ਆ। ਹਾਲਾਂਕਿ ਇੱਕ ਮੁੱਦਾ ਹੈ ਲੋਕਾਂ ਦੀ ਮਸਲੇ ਲਈ, ਲੋਕਾਂ ਦੇ ਮਸਲੇ ਸਰਕਾਰ ਸਾਹਮਣੇ ਰੱਖਣ ਦਾ, ਉਹਦੇ ਲਈ ਉੱਥੇ ਗਏ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਉਹ ਦੱਸਿਆ ਕਿ ਮੈਂ ਜੇ ਸਰਕਾਰ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਆ ਤਾਂ ਮੈਨੂੰ ਦੱਸੇ ਅਫਸਰਾਂ ਤੇ ਕਿਉਂ ਜ਼ੋਰ ਪਾ ਰਹੀ ਆ। ਅਫਸਰਾਂ ਦੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਪੰਜਾਬ ਦੀ ਕਾਂਗਰਸ ਅਫਸਰ ਬਦਲ ਰਹੀ ਆ ਜਾਂ ਨਵੇਂ ਡੀਜੀਪੀ ਲਾਉਣ ਤੋਂ ਪਹਿਲਾਂ ਬੰਦਿਆਂ ਨੂੰ ਬੁਲਾ ਕੇ ਪੁੱਛ ਰਹੀ ਆ ਵੀ ਤੁਹਾਨੂੰ ਅਹੁਦਾ ਤਾਂ ਦੇ ਦਿੰਨੇ ਆ, ਤੁਸੀਂ ਇਹ ਦੱਸੋ ਵੀ ਬਾਦਲ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੌਸਲਾ ਕੌਣ ਰੱਖਦਾ। ਜੀ ਅਸਲ ਦੇ ਵਿੱਚ ਸਾਰੇ ਲੋਕ ਸਮਝਦੇ ਨੇ ਕਿ ਇਹ ਜਿਹੜੀਆਂ ਗੱਲਾਂ ਨੇ ਇਹ ਬੇਸਲੈਸ ਨੇ, ਯੂਜ਼ਲੈਸ ਨੇ। ਇਹ ਸਿਰਫ ਔਰ ਸਿਰਫ ਇੱਕ ਨਵੀਂ ਪ੍ਰਕਿਰਿਆ ਨੂੰ ਪੋਲੀਟੀਸਾਈਜ਼ ਕਰਨ ਦੀ ਗੱਲ ਆ। ਉਹਨਾਂ ਨੇ ਡੀਜੀਪੀ ਇਸ ਕਰਕੇ ਨਹੀਂ ਲਾਇਆ ਕਿ ਉਹਨਾਂ ਨੂੰ ਹਾਈ ਕਮਾਂਡ ਲਾਉਣ ਨਹੀਂ ਦਿੰਦੀ ਤੇ ਇਹ ਕਹਿ ਰਹੇ ਨੇ ਕਿ ਮੈਨੂੰ ਗ੍ਰਿਫਤਾਰ ਕਰਨ ਵਾਲਾ ਅਫਸਰ ਲਾਉਂਦੇ ਨੇ। ਇਹਨਾਂ ਨੂੰ ਚੰਗਾ ਭਲਾ ਪਤਾ ਵੀ ਜਦੋਂ ਅਫਸਰ ਨੇ ਲੱਗ ਜਾਣਾ, ਜਦੋਂ ਤੁਹਾਡੇ ਵਾਰੰਟ ਕਿਤੋਂ ਲਿਖੇ ਜਾਣੇ ਆ, ਕਿਸੇ ਥਾਣੇ 'ਚ FIR ਕੱਟੀ ਜਾਣੀ ਤੇ ਫਿਰ ਤੁਹਾਨੂੰ ਭਾਵੇਂ ਹੌਲਦਾਰ ਫੜ ਕੇ ਲੈ ਜਾ, ਕੀ ਫਰਕ ਪੈਂਦਾ। ਇਹ ਆਪ ਇਸ ਕਾਨੂੰਨ ਦਾ ਮਜ਼ਾਕ ਬਣਾਉਂਦੇ ਨੇ। ਇਹ ਇਕੱਲੇ ਸੁਖਬੀਰ ਸਿੰਘ ਬਾਦਲ ਨਹੀਂ, ਬਹੁਤਿਆਂ ਦਾ ਇਹੀ ਹਾਲ ਹੋ ਗਿਆ। ਇਹ ਗੱਲ ਇਹੋ ਜਿਹੀ ਕਰਦੇ ਨੇ ਕਿ ਮੈਨੂੰ ਕੌਣ ਗ੍ਰਿਫਤਾਰ ਕਰੇਗਾ। ਕਿਉਂ ਭਾਈ, ਤੁਹਾਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਸਕਦਾ? ਕੀ ਹੋ ਤੁਸੀਂ? ਰਾਸ਼ਟਰਪਤੀ ਹੋ, ਸਿਰਫ ਉਹਦੇ ਕੋਲ ਅਧਿਕਾਰ ਆ, ਜਾਂ MPs MLA ਦੇ ਕੋਲ ਅਧਿਕਾਰ ਆ ਕਿ ਜਦੋਂ ਸੰਸਦ ਚੱਲ ਰਹੀ ਆ ਉਦੋਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਨਹੀਂ ਤੇ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਪੁਲਿਸ ਫੜ ਸਕਦੀ ਆ। ਤੇ ਜਦੋਂ ਲੋਕ ਰੋਹ ਦਾ ਸਾਹਮਣਾ ਕਰਨਾ ਪੈਂਦਾ ਤੇ ਚੰਗੀਆਂ ਦੀਆਂ ਸੀਟਾਂ ਜਿਹੜੀਆਂ ਆ ਉਹ ਲੱਭਦੀਆਂ ਨਹੀਂ। ਇੱਥੇ ਕੈਪਟਨ ਸਾਹਿਬ ਨੂੰ ਆਪਣੀ ਸੀਟ ਨਹੀਂ ਲੱਭਦੀ। ਸੋ ਇਹ ਜਿਹੜੀ ਗੱਲ ਕਰਦੇ ਨੇ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਧਿਆਨ ਭਟਕਾਉਣ ਲਈ ਜਾਂ ਇਹ ਦੱਸਣ ਲਈ ਕਿ ਅਸੀਂ ਬਹੁਤ ਵੱਡੇ ਆ, ਸਾਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਜਿਹਨੇ ਵੀ ਕੁਝ ਗਲਤ ਕੀਤਾ ਹੋਣਾ, ਕਾਨੂੰਨ ਦਾ ਡੰਡਾ ਉਹਦੇ ਤੇ ਚੱਲ ਜਾਣਾ ਆ, ਚਾਹੇ ਅੱਜ ਚੱਲ ਜੇ ਤੇ ਚਾਹੇ ਕੱਲ ਚੱਲ ਜੇ। ਜਿਹੜੀ ਉਹਨਾਂ ਨੇ ਸਲਾਹ ਦਿੱਤੀ, ਤੁਸੀਂ ਦੱਸਦੇ ਆ ਕਿ ਚੰਨੀ ਸਾਹਿਬ ਲਈ, ਉਹਨਾਂ ਨੇ ਸਲਾਹ ਦਿੱਤੀ ਕਿ ਸਿੱਧੂ ਤੁਹਾਨੂੰ ਓਵਰਪਾਵਰ ਕਰਨ ਦੇ ਯਤਨ ਕਰ ਰਿਹਾ, ਤੁਹਾਨੂੰ ਓਵਰਕਮ ਕਰਨ ਦੇ ਯਤਨ ਕਰ ਰਿਹਾ, ਤੁਹਾਡੇ ਮੋਢੇ ਤੇ ਹੱਥ ਰੱਖਦਾ, ਉਹਦਾ ਜਿਹੜਾ ਗੱਲਬਾਤ ਦਾ ਤਰੀਕਾ ਆ, ਉਹਦਾ ਜਿਹੜਾ ਸਲੀਕਾ ਆ, ਉਹ ਇਦਾਂ ਦਾ ਲੱਗਦਾ ਕਿ ਤੁਸੀਂ ਮੁੱਖ ਮੰਤਰੀ ਹੋ ਤੇ ਉਹ ਤੁਹਾਡੇ ਤੋਂ ਵੱਡਾ ਆ। ਜੇ ਤਾਂ ਪਾਰਟੀ ਸਟਰਕਚਰ ਦੀ ਗੱਲ ਕਰੀਏ ਤੇ ਪਾਰਟੀ ਦਾ ਪ੍ਰਧਾਨ ਮੁੱਖ ਮੰਤਰੀ ਨਾਲੋਂ ਵੱਡਾ ਆ ਇਹਦਾ ਪਾਰਟੀ। ਤੇ ਜਦੋਂ ਸਰਕਾਰ ਚਲਾਉਣ ਦੀ ਗੱਲ ਆ ਤੇ ਫਿਰ ਉਹ ਵੱਡਾ ਬੇਸ਼ੱਕ ਨਹੀਂ ਆ, ਪਰ ਉਹ ਸਲਾਹਕਾਰ ਜ਼ਰੂਰ ਆ, ਕਿਉਂਕਿ ਉਹ ਚੰਨੀ ਸਾਹਿਬ ਦੇ ਕੋਲ ਵੀ ਬਹੁਤ ਲੰਬਾ ਤਜਰਬਾ ਆ। ਪਰ ਸਰਕਾਰ ਜਿਹੜੀ ਆ ਉਹ ਵੱਡੀ ਚੀਜ਼ ਆ। ਇੱਕ ਮਿਨਿਸਟਰੀ ਹੋਣੀ ਤੇ ਇੱਕ MLA ਹੋਣਾ ਵੱਖਰੀ ਗੱਲ ਆ। ਪਰ ਇੱਕ ਗੱਲ ਹੋਰ ਦੇਖਣੀ ਪਊਗੀ ਪਰਮਿੰਦਰ ਜੀ ਇਸ ਸੰਦਰਭ ਦੇ ਵਿੱਚ, ਇਸ ਵਾਕਿਆ ਨਾਲ ਜੁੜਦੀ ਹੋਈ। ਹੁਣ ਤੁਸੀਂ 3-4 ਨਾਮ ਤੁਹਾਨੂੰ ਮੈਂ ਦੱਸਣੇ ਆ, ਉਹਨਾਂ ਸਾਰਿਆਂ ਲਈ ਪਰੇਸ਼ਾਨੀ ਦਾ ਸਬੱਬ ਨਵਜੋਤ ਸਿੰਘ ਸਿੱਧੂ ਆ।
ਚਾਹੇ ਤਾਂ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਵੇ, ਚਾਹੇ ਉਹ ਬਿਕਰਮਜੀਤ ਸਿੰਘ ਮਜੀਠੀਆ ਹੋਵੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਵੇ। ਇਹ ਅਸੀਂ ਆਮ ਤੌਰ ਤੇ ਪੰਜਾਬੀ 'ਚ ਕਹਿੰਦੇ ਆ ਕਿ ਜਿਹੜਾ ਬੰਦਾ ਰਾਈਜ਼ ਕਰਦਾ ਆ ਉਹਨੂੰ ਉਹ ਸਾਰਿਆਂ ਨੂੰ ਚੁੱਭਦਾ। ਮੈਂ ਇਹਦੀ ਬਿਲਕੁਲ ਵਕਾਲਤ ਨਹੀਂ ਕਰਦਾ ਕਿ ਸਿੱਧੂ ਜੋ ਵੀ ਕਹਿ ਰਿਹਾ, ਜੋ ਵੀ ਕਰ ਰਿਹਾ ਉਹ ਸਾਰਾ ਕੁਝ ਠੀਕ ਹੈ। ਨੋ ਡਾਊਟ ਉਹਨਾਂ ਨੇ ਬਹੁਤ ਚੰਗੇ ਤਰੀਕੇ ਨਾਲ ਬਿਲਕੁਲ ਪੰਜਾਬ ਦੇ ਮੁੱਦੇ ਉਠਾਏ, ਪਰ ਬਿਲਕੁਲ ਸਮੇਂ ਤੇ ਆ ਕੇ ਉਠਾਏ। ਜਦੋਂ ਉਠਾਉਣੇ ਚਾਹੀਦੇ ਸੀ ਉਦੋਂ ਨਹੀਂ ਉਠਾਏ, ਸਮਾਂ ਉਹਨਾਂ ਨੇ ਵੀ ਖਰਾਬ ਕੀਤਾ। ਪਰ ਫਿਰ ਵੀ ਜਿੰਨੀ ਤਾਕਤ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕੀਤਾ, ਅੱਜ ਬੇਸ਼ੱਕ ਉਹ 5 ਬੰਦੇ ਮਿਨਿਸਟਰ ਬਾਹਰ ਕੱਢ ਦਿੱਤੇ ਗਏ ਤੇ 7-8 ਨਵੇਂ ਬਣਾ ਦਿੱਤੇ ਗਏ। 117 ਮੈਂਬਰਾਂ ਦੀ ਵਿਧਾਨ ਸਭਾ ਆ, 80 ਕਾਂਗਰਸ ਦੇ ਕੋਲ ਨੇ। ਕਿਸੇ ਨੇ ਹੌਸਲਾ ਨਹੀਂ ਸੀ ਕੀਤਾ ਕੈਪਟਨ ਦਾ ਵਿਰੋਧ ਕਰਨ ਦਾ। ਉਹਦੀਆਂ 20 ਗਲਤੀਆਂ ਸੀ, 30 ਗਲਤੀਆਂ ਸੀ, ਕਿਸੇ ਨੂੰ ਨਹੀਂ ਸੀ ਮਿਲਦਾ, ਕਿਸੇ ਨੂੰ ਟਿੱਚ ਨਹੀਂ ਸੀ ਜਾਣਦਾ, ਬਿਲਕੁਲ ਰਾਜਾਸ਼ਾਹੀ ਬਿਹੇਵ ਕਰਦਾ ਸੀ। ਫਿਰ ਵੀ ਕੋਈ ਵਿਰੋਧ ਨਹੀਂ ਸੀ ਕਰਦਾ ਤੇ ਕੋਈ ਹਿੰਮਤ ਨਹੀਂ ਸੀ ਜਟਾਉਂਦਾ। ਇਹ ਗੱਲ ਮੰਨਣੀ ਪੈਣੀ ਆ। ਇਹ ਜਿਹੜਾ ਹੌਸਲਾ ਆ ਉਹ ਨਵਜੋਤ ਸਿੰਘ ਸਿੱਧੂ ਦੇ ਹੱਥ ਹੀ ਆਇਆ। ਸੋ ਹੁਣ ਜਿਹੜੀ ਸਲਾਹ ਦਿੱਤੀ ਉਹਨਾਂ ਨੇ ਚੰਨੀ ਨੂੰ, ਇਹ ਚੰਨੀ ਨੂੰ ਪਤਾ ਹੋਊ ਮੁੱਖ ਮੰਤਰੀ ਆ, ਹੁਣ ਉਹਨੇ ਮੰਨਣੀ ਆ ਨਹੀਂ ਮੰਨਣੀ, ਕਿੱਦਾਂ ਮੰਨਣੀ ਆ ਕਿੱਦਾਂ ਨਹੀਂ ਮੰਨਣੀ। ਪਰ ਬਾਕੀ ਬਹੁਤ ਸਾਰੀਆਂ ਗੱਲਾਂ ਸਮੇਂ ਦੇ ਅਨੁਸਾਰ ਕਲੀਅਰ ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਬਹੁਤ ਹਾਈਪ ਬਣਾਈ ਸੀ ਇਹਨਾਂ ਨੇ, ਟਿਕਟਾਂ ਵੰਡ ਕੇ, ਰੈਲੀਆਂ ਸ਼ੁਰੂ ਕਰਕੇ ਤੇ ਕੈਪਟਨ ਨੂੰ ਬਿਨਾਂ ਬੋਲਿਆਂ, ਬਿਨਾਂ ਕਿਸੇ ਦਾ ਕੁਝ ਖਿਲਾਫ ਬੋਲਿਆਂ, ਬਹੁਤ ਸਾਰੀਆਂ ਗੱਲਾਂ ਕਰਕੇ, ਪਰ ਉਹ ਜਿਹੜੀ ਸੀ ਉਹਦੇ 'ਚ 2 ਡੈਂਟ ਉਹਦੇ 'ਚ ਲੱਗ ਗਏ। ਇੱਕ ਤਾਂ ਕੈਪਟਨ ਸਾਹਿਬ ਉਤਰਨ ਦੇ ਨਾਲ ਕਾਂਗਰਸ ਦਾ ਥੋੜ੍ਹਾ ਜਿਹਾ ਸਟਰਕਚਰ ਚੇਂਜ ਹੋ ਗਿਆ, ਦੂਸਰਾ ਕਿਸਾਨ ਅੰਦੋਲਨ ਨੇ ਇਹਨਾਂ ਨੂੰ ਹਾਲੇ ਤੱਕ ਕੋਈ ਸਹੀ ਰਾਹ ਦਿੱਤਾ ਨਹੀਂ ਸਿਆਸਤ ਕਰਨ। ਜੀ ਅੰਮ੍ਰਿਤਪਾਲ ਸ਼ਰਮਾ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਸਵਾਗਤ। ਅੰਮ੍ਰਿਤਪਾਲ ਸ਼ਰਮਾ ਜੀ, ਪੰਜਾਬ ਦੀ ਸਿਆਸਤ ਮੁੱਕ ਗਈ? ਨਹੀਂ, ਮੁੱਕੀ ਨਹੀਂ, ਅਸੀਂ ਪੰਜਾਬ ਦੀ ਸਿਆਸਤ ਮੁੱਕ ਗਈ ਅੱਜ ਦੇ ਲਈ। ਅੱਜ ਦੇ ਲਈ ਅਸੀਂ ਮੁਕਾ ਦਿੱਤੀ ਹੈ। ਤੇ ਗੱਲ ਇਹ ਹੈ ਕਿ ਪੀਐਮ ਮੋਦੀ ਇਸ ਵੇਲੇ ਫੇਰੀ ਤੇ ਨੇ, ਅਮਰੀਕਾ ਦੀ ਫੇਰੀ ਤੇ। ਉਹ ਉਧਰ ਫੇਰੀ ਦੀ ਗੱਲ ਬਾਅਦ 'ਚ ਕਰਾਂਗੇ। ਇਸ ਵੇਲੇ ਦੀ ਗੱਲ ਕਰੀਏ ਤਾਂ ਪੀਐਮ ਕੇਅਰਸ ਫੰਡ ਦਾ ਚਰਚਾ ਬਹੁਤ ਜ਼ਿਆਦਾ ਹੈ। ਕੀ ਪ੍ਰਧਾਨ ਮੰਤਰੀ ਦੀ ਕੇਅਰ ਵਾਸਤੇ ਫੰਡ ਬਣਿਆ ਜਾਂ ਇਹਦਾ ਕੋਈ ਹੋਰ ਮਕਸਦ? ਪ੍ਰਧਾਨ ਮੰਤਰੀ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ ਐਮਰਜੈਂਸੀ ਫੰਡ, PMCARE, ਆਪਾਂ ਜਿਹਨੂੰ ਕੇਅਰਸ ਪੜ੍ਹਦੇ ਹਾਂ ਉਹਦਾ ਮਤਲਬ ਹੈਗਾ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ ਐਮਰਜੈਂਸੀ। ਉਹ ਸ਼ਬਦਾਂ ਨੂੰ ਅੱਗੇ ਪਿੱਛੇ ਕਰ ਲਿਆ ਕਿਉਂਕਿ ਸ਼ਬਦ ਜਿਹੜਾ ਉਹ ਕੇਅਰ ਬਣਾਉਣਾ ਸੀ। ਉਹ ਇੱਕ ਫੰਡ ਆ। 20 ਮਾਰਚ 2020 23/2020 ਜਦੋਂ ਕੋਵਿਡ ਦਾ ਦੌਰ ਹੋਇਆ ਉਦੋਂ ਇਹਨਾਂ ਨੇ ਅਨਾਉਂਸਮੈਂਟ ਕੀਤੀ, ਜਦ ਕਿ ਪ੍ਰਧਾਨ ਮੰਤਰੀ ਕੋਲ ਪਹਿਲਾਂ ਹੀ ਇੱਕ PM ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ ਫੰਡ ਇੱਕ ਹੈਗਾ ਜਿਹੜਾ 47-48 ਤੋਂ ਜਵਾਹਰ ਲਾਲ ਨਹਿਰੂ ਦੇ ਸਮੇਂ ਦਾ ਬਣਿਆ ਹੋਇਆ ਉਹ ਚੱਲਦਾ। ਪਰ ਕਿਉਂਕਿ ਇਸ ਸਰਕਾਰ ਨੂੰ ਨਾ ਨਹਿਰੂ ਪਸੰਦ ਆ, ਨਾ ਉਹਨਾਂ ਦੀਆਂ ਨੀਤੀਆਂ ਤੇ ਨਾ ਉਹਨਾਂ ਦੇ ਕੀਤੇ ਹੋਏ ਸਾਰੇ ਕੰਮ, ਇਹਨਾਂ ਦੇ ਕਹਿਣ ਮੁਤਾਬਕ ਤਾਂ ਜਿਹੜਾ ਮੁਲਕ ਆ ਉਹ 14 ਤੋਂ ਬਾਅਦ ਹੀ ਬਣਿਆ ਤੇ 14 ਤੋਂ ਬਾਅਦ ਸਾਰਾ ਇਹਨਾਂ ਨੇ ਹੀ ਬਣਾਇਆ। ਮਤਲਬ ਸਾਨੂੰ ਆਜ਼ਾਦ ਹੋਇਆ ਕੁਝ ਮਹੀਨੇ ਹੋਏ, ਇਹਦਾ ਮਤਲਬ? ਨਹੀਂ, ਸਾਨੂੰ ਨਹੀਂ ਇਦਾਂ ਲੱਗਦਾ, ਪ੍ਰਧਾਨ ਮੰਤਰੀ ਸਾਹਿਬ ਨੂੰ ਇਦਾਂ ਲੱਗਦਾ। ਉਹ ਪਿਛਲੀਆਂ ਸਾਰੀਆਂ ਰਵਾਇਤਾਂ ਜਿਹੜੀਆਂ ਆ, ਚਾਹੇ ਉਹ ਯੋਜਨਾ ਕਮਿਸ਼ਨ ਨੂੰ ਨੀਤੀ ਆਯੋਗ 'ਚ ਬਦਲਦੇ ਆ ਤੇ ਚਾਹੇ ਉਹ PMRNF ਜਿਹੜਾ ਨੈਸ਼ਨਲ ਰਿਲੀਫ ਫੰਡ ਸੀ ਉਹਨੂੰ PM ਕੇਅਰ ਫੰਡ 'ਚ ਬਦਲਦੇ ਆ। ਇਹ ਦੁਨੀਆ ਦਾ ਇੱਕ ਮਾਤਰ ਐਸਾ ਅਨੋਖਾ ਫੰਡ ਹੋਣਾ ਜਿਹਦੀ ਘੋਸ਼ਣਾ ਪ੍ਰਧਾਨ ਮੰਤਰੀ ਨੇ ਕੀਤੀ, ਜਿਹਦਾ ਐਡਰੈਸ ਜਿਹੜਾ ਆ ਉਹ ਪ੍ਰਧਾਨ ਮੰਤਰੀ ਆਫਿਸ ਆ, ਜਿਹਦੇ ਵਿੱਚ ਚੇਅਰਮੈਨ ਜਾਂ ਡਾਇਰੈਕਟਰ ਜਾਂ ਮੁਖੀ ਜਿਹੜੇ ਆ ਇਸ ਫੰਡ ਦੇ ਪ੍ਰਧਾਨ ਮੰਤਰੀ ਆ। ਪਰ ਇਹ ਸਰਕਾਰੀ ਫੰਡ ਨਹੀਂ। ਇਹਦੇ 'ਚ ਜਿਹੜੇ ਹੋਰ ਮੈਂਬਰ ਨੇ ਉਹਨਾਂ ਦੇ ਵਿੱਚ ਵੱਡੇ ਤਿੰਨੋਂ ਹੀ ਭਾਰਤ ਦੇ ਮੰਤਰੀ, ਹੋਮ ਮਿਨਿਸਟਰ ਅਮਿਤ ਸ਼ਾਹ, ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ। ਮੋਦੀ ਤੋਂ ਬਾਅਦ ਅਗਲੇ 3 ਨਾਮ ਉਹਨਾਂ ਦੇ ਸ਼ਾਮਲ ਨੇ। ਦੇਖੋ, ਫੰਡ ਬਣਾਉਣੇ ਹੁੰਦੇ ਨੇ, ਇਹਨਾਂ ਜਿਹੜੀਆਂ ਲੋਕਾਂ ਤੋਂ ਪੈਸੇ ਲੈਣੇ ਹੁੰਦੇ ਨੇ, ਚੰਗੇ ਕੰਮਾਂ ਵਾਸਤੇ ਪੈਸੇ ਲੱਗਦੇ ਨੇ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਐਸੋਸੀਏਸ਼ਨਸ ਨੇ ਜਿਹੜੀਆਂ ਨਾਨ ਗਵਰਨਮੈਂਟ ਨੇ, ਚੰਦਾ ਫੰਡ ਪੈਸੇ ਦਾਨ ਲੋਕਾਂ ਤੋਂ ਲੈਂਦੀਆਂ ਨੇ ਤੇ ਉਹ ਚੰਗੇ ਪਾਸੇ ਲਾਉਂਦੀਆਂ ਨੇ। ਬਹੁਤ ਸਾਰੀਆਂ ਅਜਿਹੀਆਂ ਵੀ ਨੇ ਜਿਹੜੀਆਂ ਪਰਚੀਆਂ ਛਾਪਦੀਆਂ ਨੇ, ਪੈਸੇ ਇਕੱਠੇ ਕਰਦੀਆਂ ਨੇ, ਥੋੜ੍ਹੇ ਬਹੁਤੇ ਖਰਚਦੀਆਂ ਨੇ ਤੇ ਥੋੜ੍ਹੇ ਬਹੁਤੇ ਜਿਹੜੇ ਲੈ ਕੇ ਰਫੂ ਚੱਕਰ ਹੋ ਜਾਂਦੀਆਂ ਨੇ। ਬਹੁਤ NGOs ਨੇ ਜਿਹੜੀਆਂ ਪੈਸੇ ਬਣਾਉਣ ਦਾ ਕੰਮ ਕਰਦੀਆਂ, ਪੈਸੇ ਇੱਧਰੋਂ ਉੱਧਰੋਂ ਸਾਰੇ ਪਾਸਿਓਂ ਆਉਂਦੇ ਨੇ। ਪਰ ਇਹ ਇੱਕ ਐਸਾ ਅਜੀਬ ਫੰਡ ਆ ਜਿਹਦਾ ਮੁਖੀ ਪ੍ਰਧਾਨ ਮੰਤਰੀ ਆ। ਆਪ ਉਹ ਅਨਾਊਂਸ ਕਰਦੇ ਆ 28 ਤਰੀਕ ਨੂੰ, 28 ਮਾਰਚ ਨੂੰ
ਕਿ ਨੈਸ਼ਨਲ ਡਿਜ਼ਾਸਟਰ ਲਈ ਜਾਂ ਇਸ ਮਹਾਮਾਰੀ ਦੇ ਲਈ ਅਸੀਂ ਪੈਸੇ ਇਕੱਠੇ ਕਰਨੇ ਆ ਤੇ ਸਾਨੂੰ ਉਹ ਜਿਹੜੇ ਪੈਸੇ ਦਿੱਤੇ ਜਾਣ। ਉਹ ਪੈਸੇ ਵੀ ਬਹੁਤ ਆਉਂਦੇ ਆ। ਹੁਣ ਜਦੋਂ ਇੱਕ ਗੰਗਵਾਲ ਸੰਯਮਕ ਗੰਗਵਾਲ ਨਾਂ ਦੇ ਬੰਦੇ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਪਾਈ ਕਿ ਇਸ ਫੰਡ ਨੂੰ ਸਰਕਾਰੀ ਫੰਡ ਘੋਸ਼ਿਤ ਕਰ ਦਿੱਤਾ ਜਾਵੇ, ਤੇ ਫਿਰ ਬਾਅਦ 'ਚ ਪਤਾ ਲੱਗਾ ਕਿ ਇਹ ਫੰਡ ਸਰਕਾਰੀ ਨਹੀਂ ਹੈਗਾ। ਪ੍ਰਦੀਪ ਕੁਮਾਰ ਨਾਂ ਦੇ ਇੱਕ ਜੂਨੀਅਰ ਅਸਿਸਟੈਂਟ ਸੈਕਟਰੀ ਜਾਂ ਅੰਡਰ ਸੈਕਟਰੀ ਲੈਵਲ ਦੇ ਆਫਿਸਰ ਨੇ ਦਿੱਲੀ ਹਾਈ ਕੋਰਟ 'ਚ ਆ ਕੇ ਗੱਲ ਦੱਸੀ ਕਿ ਇਹ ਫੰਡ ਸਰਕਾਰੀ ਨਹੀਂ ਆ। ਫਿਰ ਇਹ ਫੰਡ ਕਿਹੜਾ ਆ ਭਾਈ? ਫਿਰ ਇਹ ਪ੍ਰਧਾਨ ਮੰਤਰੀ ਦਾ ਨਿੱਜੀ ਫੰਡ ਆ ਜਾਂ ਇਹਦੇ ਨਾਲ ਜਿਹੜੇ ਮੈਂਬਰ ਨੇ ਇਹਨਾਂ ਦਾ ਕੋਈ ਆਪਣਾ ਫੰਡ ਆ? ਜੇ ਇਹ ਇਹਨਾਂ ਦਾ ਆਪਣਾ ਫੰਡ ਆ ਤੇ ਫਿਰ ਇਹਦਾ ਐਡਰੈਸ ਪ੍ਰਧਾਨ ਮੰਤਰੀ ਦਫ਼ਤਰ ਕਿਉਂ ਆ? ਤੇ ਫਿਰ ਇਹਦੇ ਲਈ ਜਿਹੜੀ ਡਿਮਾਂਡ ਕਰਦੇ ਆ ਉਹ ਪ੍ਰਧਾਨ ਮੰਤਰੀ ਕਿਉਂ ਆ? ਤੇ ਫਿਰ ਇਸ ਫੰਡ ਦੀ RTI ਰਾਹੀਂ ਜਾਣਕਾਰੀ ਕਿਉਂ ਨਹੀਂ ਦਿੱਤੀ ਜਾਂਦੀ ਵੀ ਕਿੱਥੋਂ ਪੈਸੇ ਆਏ ਤੇ ਕਿੱਥੇ ਪੈਸੇ ਗਏ? ਫਿਰ ਉਹਨਾਂ ਨੇ ਕਹਿਤਾ ਕਿ ਜੀ ਜਿੱਦਾਂ ਬਾਕੀ ਸਾਰੀਆਂ NGOs ਦਾ ਆਡਿਟ ਹੁੰਦਾ ਉੱਦਾਂ ਇਹਦਾ ਵੀ ਆਡਿਟ ਹੁੰਦਾ। ਤੇ ਤੁਸੀਂ ਜਾਣਦੇ ਆ ਕਿ ਇੱਥੋਂ ਹਜ਼ਾਰਾਂ ਲੱਖਾਂ ਐਸੀਆਂ ਐਸੋਸੀਏਸ਼ਨਸ ਨੇ ਜਿਹੜੀਆਂ ਪੈਸੇ ਇਕੱਠੇ ਕਰਦੀਆਂ ਨੇ। ਆਡਿਟ ਕਹਿਣ ਨੂੰ ਸਾਰਿਆਂ ਦਾ ਹੁੰਦਾ ਪਰ ਉਹ ਮੁੜ ਕੇ ਲੱਭਦੀਆਂ ਵੀ ਨਹੀਂ, ਤੇ ਉਹ ਪੈਸੇ ਕਿੱਥੇ ਦੇ ਕਿੱਥੇ ਚਲ ਜਾਂਦੇ ਆ। ਉਹ ਜਾਂ ਤੇ ਉਹ ਐਸੋਸੀਏਸ਼ਨਸ ਜਾਣਦੀਆਂ ਜਿਹੜੀਆਂ ਇਕੱਠੇ ਕਰਦੀਆਂ, ਤੇ ਜਾਂ ਫਿਰ ਪਰਮਾਤਮਾ ਜਾਣਦਾ। ਅੰਮ੍ਰਿਤਪਾਲ ਸ਼ਰਮਾ ਜੀ, ਤੁਹਾਨੂੰ ਟੋਕ ਰਹੀ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਹਮੇਸ਼ਾ ਕਹਿੰਦੇ ਨੇ ਵੀ ਪਾਰਦਰਸ਼ਤਾ ਵਾਲੀ ਸਾਡੀ ਸਰਕਾਰ ਹੈ, ਤੇ ਇਹਦੀ ਜਿਹੜੀ ਪਾਰਦਰਸ਼ਤਾ ਕਿਉਂ ਨਹੀਂ ਲੋਕਾਂ ਦੇ ਸਾਹਮਣੇ? ਕਿਆ ਉਹਨਾਂ ਨੂੰ ਆਪਣੇ ਕੰਮਾਂ ਤੇ ਜਾਂ ਕੰਮ ਕਰਨ ਦੇ ਢੰਗ ਤੇ ਭਰੋਸਾ ਨਹੀਂ ਹੈ? ਦੇਖੋ, ਇਹ ਜਦੋਂ ਤੋਂ ਇਹ ਕੇਅਰ ਫੰਡ ਬਣਿਆ, ਰੌਲਾ ਇਹੀ ਆ ਕਿ ਇਹਦੇ 'ਚ ਜਿਹੜੇ ਪੈਸੇ ਜਾਂਦੇ ਆ ਇਹਦਾ ਪਤਾ ਨਹੀਂ ਕਿਸੇ ਨੂੰ ਲੱਗਦਾ ਕਿੱਥੇ ਆ ਤੇ ਕਿੱਥੇ ਨਹੀਂ। ਜਦੋਂ ਧਿਆਨ ਤੁਸੀਂ ਦਿੰਦੇ ਆ ਫਿਰ ਪਤਾ ਲੱਗਦਾ ਕਿ ਇਹ ਤਾਂ ਫੰਡ ਸਰਕਾਰੀ ਨਹੀਂ। ਫਿਰ ਦੁਬਾਰਾ ਉਹ ਗੱਲ ਸਾਹਮਣੇ ਆਉਂਦੀ ਹੈ ਵੀ ਜੇ ਫੰਡ ਸਰਕਾਰੀ ਨਹੀਂ ਫਿਰ ਪ੍ਰਧਾਨ ਮੰਤਰੀ ਉਹਦੇ ਲਈ ਕਿਉਂ ਪੈਸੇ ਮੰਗ ਰਿਹਾ ਤੇ ਉਹਦੀ ਘੋਸ਼ਣਾ ਉਹਨੇ ਕਿਉਂ ਕੀਤੀ, ਤੇ ਫਿਰ ਉਹਨਾਂ ਨੇ ਇਹ ਬਣਾਇਆ ਕਿਸ ਲਈ? ਹੁਣ ਜਦੋਂ ਤੁਸੀਂ ਇਹਦੇ 'ਚ ਪੈਸਿਆਂ ਦੀ ਗੱਲ ਕਰਦੇ ਆ ਜਾਂ ਸਰਕਾਰ ਦੇ ਸਿਸਟਮ ਦੀ ਗੱਲ ਕਰਦੇ ਆ, ਸਰਕਾਰ ਉਹਨਾਂ ਦੀ ਆਪਣੀ ਆ, ਸਰਕਾਰ ਉਹਨਾਂ ਦੇ ਮੁਤਾਬਕ ਬਹੁਤ ਵਧੀਆ ਚੱਲ ਰਹੀ ਆ। ਹੁਣ ਗੱਲ ਇਹ ਆ ਵੀ ਇਹ ਫੰਡ ਜਦੋਂ ਉਹਨਾਂ ਨੇ ਬਣਾਇਆ ਤੇ ਇਹਦੇ 'ਤੇ ਇੰਨੇ ਸਾਰੇ ਪੈਸੇ ਆਏ ਤੇ ਉਹ ਪੈਸੇ ਗਏ ਕਿੱਥੇ ਉਹਦਾ ਪਤਾ ਨਹੀਂ ਲੱਗਣਾ। ਗੱਲ ਸਿਰਫ ਇਸੇ ਗੱਲ ਤੇ ਉੱਤੇ ਮੁਕਾਤੀ ਕਿ ਆਡੀਟਰ ਜਿਹੜਾ ਆ ਇਹਦਾ ਆਡਿਟ ਕਰ ਰਿਹਾ। ਹੁਣ ਆਡਿਟ ਕਰਨ ਵਾਲੀ ਸੰਸਥਾ ਜਿਹੜੀ ਆ ਉਹ ਕਹਿ ਗਿਆ ਕੰਟਰੋਲਰ ਆਫ ਆਡੀਟਰ ਜਨਰਲ, ਤੇ ਉਹਦੇ ਤੇ ਉੱਪਰ ਸਰਕਾਰ ਆ, ਸਰਕਾਰ ਦਾ ਇਹ ਫੰਡ ਆ, ਤੇ ਕਹਿ ਗਏ ਨੂੰ ਆਡਿਟ ਕਿੱਦਾਂ ਕਰ ਲੂ? ਬਿਲਕੁਲ, ਤੁਸੀਂ ਸਮਝਦੇ ਗੱਲ ਸਾਰੀ ਸਥਿਤੀ ਜਿਹੜੀ ਕਿਤੇ ਹੋ ਰਿਹਾ। ਤੇ ਰੁਪਈਏ ਇਹਨਾਂ ਦੇ ਕੋਲ ਹਜ਼ਾਰਾਂ ਕਰੋੜਾਂ ਦੀ ਗਿਣਤੀ 'ਚ ਆ ਰਿਹਾ। ਜੇ ਅਸੀਂ ਉਹਨਾਂ ਰੁਪਈਆਂ ਦੀ ਗੱਲ ਕਰੀਏ ਜਿਹੜੇ ਹੁਣ ਤੱਕ ਆ ਰਹੇ ਆ, ਤੇ ਤੁਹਾਡੀਆਂ ਅੱਖਾਂ ਜਿਹੜੀਆਂ ਉਹ ਖੁੱਲੀਆਂ ਰਹਿ ਜਾਂਦੀਆਂ। 2400 ਕਰੋੜ ਤੇ ਲਗਭਗ ਭਾਰਤ ਦੀਆਂ ਪ੍ਰਾਈਵੇਟ ਕੰਪਨੀਆਂ ਨੇ ਜਾਂ ਜਿਹੜੀ ਬਿਜ਼ਨਸ ਅਦਾਰੇ ਨੇ ਉਹਨਾਂ ਨੇ ਇਹਨਾਂ ਨੂੰ ਦਿੱਤੇ। ਸਾਰੀਆਂ ਹੀ ਵੱਡੀਆਂ ਕੰਪਨੀਆਂ ਨੇ, ਟਾਟਾ ਹੋਵੇ, ਰਿਲਾਇੰਸ ਹੋਵੇ, ਅੰਬਾਨੀਜ਼ ਹੋਣ, ਅਡਾਨੀਜ਼ ਹੋਣ, ਜਿੰਨੀਆਂ ਵੀ ਵੱਡੀਆਂ ਕੰਪਨੀਜ਼ ਨੇ ਉਹਨਾਂ ਨੂੰ ਇਹਨਾਂ ਨੇ ਪੈਸੇ ਦਿੱਤੇ। ਰੇਲਵੇ ਵਰਗੀ ਸੰਸਥਾ ਜਿਹੜੀ ਇੰਡੀਅਨ ਰੇਲਵੇ ਜਿਹਨੂੰ ਅਸੀਂ ਕਹਿੰਦੇ ਆ, ਉਹਨਾਂ ਨੇ ਇਹਨਾਂ ਨੂੰ ਮੋਟੇ ਪੈਸੇ ਜਿਹੜੇ ਆ ਉਹ ਦਿੱਤੇ। ਹੁਣ ਤੁਸੀਂ ਸਮਝਦੇ ਆ ਕਿ ਰੇਲਵੇ ਦੇ ਹਾਲਾਤ ਕਿਹੋ ਜਿਹੇ ਨੇ। ਰੇਲਵੇ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਨੂੰ ਤੁਰਿਆ ਆ। ਜੇ ਤੁਸੀਂ ਕਿਸੇ ਨੂੰ ਰੇਲ ਤੇ ਸਟੇਸ਼ਨ ਤੇ ਛੱਡਣ ਵੀ ਜਾਂਦੇ ਤੇ ਤੁਹਾਡੀ ਪਲੇਟਫਾਰਮ ਟਿਕਟ ਜਿਹੜੀ ਉਹ 50 ਰੁਪਏ ਦੀ ਲੱਗਦੀ ਆ, ਤੇ ਉਹੀ ਰੇਲਵੇ ਸੈਂਕੜੇ ਕਰੋੜਾਂ ਰੁਪਈਆ PM ਕੇਅਰ ਫੰਡ ਦੇ ਵਿੱਚ ਦੇ ਰਿਹਾ। ਇੰਡੀਅਨ ਆਰਮੀ 150 ਕਰੋੜ ਤੋਂ ਜ਼ਿਆਦਾ, ਨੇਵੀ 16 ਕਰੋੜ, 에ਅਰ ਫੋਰਸ 29 ਕਰੋੜ, RBI 200 ਕਰੋੜ, ਭਾਰਤ ਦੀਆਂ ਸਾਰੀਆਂ ਨੈਸ਼ਨਲਾਈਜ਼ ਬੈਂਕਾਂ 350 ਕਰੋੜ। ਇੱਥੇ ਸਵਾਲ ਨੈਸ਼ਨਲਾਈਜ਼ ਬੈਂਕਾਂ ਜੀ ਮੈਂ ਕਹਿਣ ਲੱਗੀ ਸੀ ਕਿ ਇਹ ਜਿਹੜੇ ਨਾਮ ਤੁਸੀਂ ਗਿਣਾਏ ਨੇ ਨਾ, ਉਹਨਾਂ ਦੇ ਵਿੱਚ ਤਾਂ ਸਰਕਾਰ ਇਹਨਾਂ ਨੂੰ ਪੈਸੇ ਦਿੰਦੀ ਹੈ, ਤੇ ਫਿਰ ਉਹਨਾਂ ਨੇ ਸਰਕਾਰ ਨੂੰ ਪੈਸੇ ਕਿਉਂ ਦਿੱਤੇ? ਦੇਖੋ, ਸਰਕਾਰ ਉਹਨਾਂ ਨੂੰ ਪੈਸੇ ਦਿੰਦੀ ਆ, ਉਹ ਬਜਟ ਦੀ ਐਲੋਕੇਸ਼ਨ ਹੈ। ਇਹ ਸਰਕਾਰ ਨੂੰ ਪੈਸੇ ਦੇ ਰਹੇ ਨੇ, ਇਹ ਦਾਨ ਆ ਜਿਹਦਾ ਹਿਸਾਬ ਕਿਤਾਬ ਕੋਈ ਨਹੀਂ, ਖਰਚਣੇ ਕਿਹਨੇ ਆ, ਕਿੱਥੇ ਜਾਣੇ ਇਹਦਾ ਪਤਾ ਕੁਛ ਨਹੀਂ। RBI, ਮੈਂ ਬੈਂਕਾਂ ਦੀ ਗੱਲ ਕਰਦਾ ਸੀ, ਨੈਸ਼ਨਲਾਈਜ਼ ਬੈਂਕਾਂ ਨੇ 350 ਕਰੋੜ ਦੇ ਕਰੀਬ ਇਹਨਾਂ ਨੂੰ ਇਕੱਠਾ ਕਰਕੇ ਦਿੱਤਾ। ਤੇ ਬੈਂਕਾਂ ਦੇ ਹਾਲਾਤ ਕੀ ਨੇ? 15 ਬੈਂਕਾਂ ਨੂੰ ਇਕੱਠੀਆਂ ਕਰਕੇ ਤਿੰਨਾਂ ਨੂੰ ਚੌਂ ਕਰਕੇ ਕਲੱਬ ਕਰ ਰਹੇ ਨੇ। ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਛਾਂਟੀ ਹੋ ਰਹੀ ਆ, ਮੁਲਾਜ਼ਮ ਆਪਣੀਆਂ ਤਨਖਾਹਾਂ ਲਈ ਹੜਤਾਲ ਤੇ ਨੇ। ਪਰ ਉਹੀ ਮੁਲਾਜ਼ਮ, ਕਿਉਂਕਿ ਚਿੱਠੀ PMO ਤੋਂ ਆਉਂਦੀ ਆ, ਪ੍ਰਾਈਮ ਮਿਨਿਸਟਰ ਆਫਿਸ ਤੋਂ ਸਰਕੂਲੇਸ਼ਨ ਜਾਰੀ ਹੁੰਦਾ ਕਿ ਤੁਸੀਂ ਪੈਸੇ ਇਕੱਠੇ ਕਰਕੇ ਦਿਓ। ਹੁਣ ਕੁਝ ਪੈਸਾ ਤੇ ਉਹ ਆਪਣੇ ਕੋਲੋਂ ਦਿੰਦੇ ਨੇ, ਤੇ ਕੁਝ ਫਿਰ ਜਿੰਨੇ ਮੁਲਾਜ਼ਮ ਨੇ ਉਹਨਾਂ ਨੂੰ ਕਹਿੰਦੇ ਨੇ ਇੱਕ ਦਿਨ ਦੀ ਤਨਖਾਹ ਦੇ ਦਿਓ, ਤੇ ਉਹ ਪੈਸੇ ਦਿੰਦੇ ਨੇ। ਤੇ ਉਹ ਹੁਣ ਸਾਰੀਆਂ ਨੈਸ਼ਨਲਾਈਜ਼ ਬੈਂਕਾਂ ਜੇ ਇੱਕ ਦਿਨ ਦੀ ਤਨਖਾਹ ਦਿੰਦੀਆਂ ਨੇ, ਤੇ ਉਹ ਰੁਪਈਆ ਕਰੋੜਾਂ ਦੇ ਵਿੱਚ ਉਹਦੀ ਗਿਣਤੀ ਹੁੰਦੀ ਹੈ। ਪਰ ਕਈ ਜਗ੍ਹਾ ਤੇ ਆ ਕੇ ਉਹਦਾ ਫਿਰ ਪੰਗਾ ਵੀ ਬਣਦਾ। ਜਦੋਂ ਇਹ ਨੋਟਿਸ ਡਾਕਟਰਸ ਨੂੰ ਆਇਆ, ਸਰਕਾਰੀ ਡਾਕਟਰਸ ਨੂੰ, ਤੇ ਦਿੱਲੀ ਦੇ ਸਾਰੇ ਵੱਡੇ ਹਸਪਤਾਲਾਂ ਦੇ ਡਾਕਟਰਾਂ ਨੇ ਇਸ ਪੈਸੇ ਦੇਣ ਤੋਂ ਨਾ ਕਰ ਦਿੱਤੀ। ਏਮਸ ਦੇ ਡਾਕਟਰ ਵੀ ਉਹਦੇ 'ਚ ਸ਼ਾਮਲ ਸੀ, ਡਾਕਟਰ ਰਾਮ ਮਨੋਹਰ ਲੋਹੀਆ ਹਸਪੀਟਲ ਦੇ ਵੀ ਸੀ, ਸਫਦਰਜੰਗ ਦੇ ਵੀ ਸੀ, ਤੇ ਲੇਡੀ ਜਿਹੜਾ ਬੈਟਨ ਹਸਪੀਟਲ ਹੈ ਇੱਕ ਵੱਡਾ ਸਰਕਾਰੀ ਹਸਪਤਾਲ,
ਉੱਥੇ ਦੇ ਡਾਕਟਰਾਂ ਨੇ ਵੀ ਮਨਾ ਕਰਤਾ। ਉਹ ਕਹਿੰਦੇ ਪੈਸੇ ਅਸੀਂ ਦਾਨ ਦੇਣੇ ਆ ਜੀ, ਤੇ ਦਾਨ ਜਿਹੜਾ ਉਹ ਡਨ ਨਹੀਂ ਹੋ ਸਕਦਾ। ਜੀ, ਸਾਡੀ ਮਰਜ਼ੀ ਆ, ਅਸੀਂ ਜਿਸ ਕਿਸੇ ਇੰਸਟੀਟਿਊਸ਼ਨ ਨੂੰ ਦਈਏ ਚਾਹੇ ਨਾ ਦਈਏ, ਜਿਹਨੂੰ ਦਿਲ ਕਰੂ ਉਹਨੂੰ ਦੇਵਾਂਗੇ, ਜਿਹਨੂੰ ਨਹੀਂ ਦਿਲ ਕਰੂ ਨਹੀਂ ਦੇਵਾਂਗੇ। ਇਸ ਫੰਡ ਦੇ ਵਿੱਚ ਅਸੀਂ ਡੋਨੇਟ ਜਿਹੜਾ ਉਹ ਨਹੀਂ ਕਰਨਾ। ਜੀ, ਜਦੋਂ ਇੱਕ ਮੁਸ਼ਤ ਵਿਰੋਧ ਹੋਇਆ, ਸਾਰਿਆਂ ਨੇ ਇਕੱਠੇ ਹੋ ਕੇ ਉਹਦਾ ਵਿਰੋਧ ਕੀਤਾ ਤੇ ਫਿਰ ਉਹ ਸਰਕੂਲੇਸ਼ਨ ਜਿਹੜਾ ਉਹ ਵਾਪਸ ਕਰਤਾ ਗਿਆ। ਫਿਰ ਕਿਹਾ ਗਿਆ ਕਿ ਇਹ ਵਲੰਟਰੀ ਆ, ਮੈਂਡੇਟਰੀ ਨਹੀਂ, ਸ਼ਬਦ ਉਹਦੇ ਚੋਂ ਬਦਲ ਦਿੱਤੇ ਗਏ। ਜੀ, ਹੁਣ ਸਵਾਲ ਫਿਰ ਇਹੀ ਉੱਠਦਾ ਕਿ ਇਹ ਪਹਿਲਾਂ ਜਿਹੜਾ ਸਰਕੂਲੇਸ਼ਨ ਆ ਉਹ ਪੀਐਮ ਆਫਿਸ ਚੋਂ ਕਿਉਂ ਜਾਂਦਾ? ਜੀ, ਜਦੋਂ ਉਹ ਫੰਡ ਸਰਕਾਰੀ ਨਹੀਂ, ਜਦੋਂ ਉਹ ਟਰਸਟ ਸਰਕਾਰੀ ਨਹੀਂ, ਫਿਰ ਸਰਕਾਰ ਦੇ ਦਫ਼ਤਰ 'ਚੋਂ ਉਹ ਨੋਟੀਫਿਕੇਸ਼ਨ ਜਾਰੀ ਕਿਉਂ ਹੁੰਦਾ? ਜੀ, ਫਿਰ ਜਦੋਂ ਕੋਈ ਵਿਰੋਧ ਕਰਦਾ ਤੇ ਫਿਰ ਉਹਨੂੰ ਵਾਪਸ ਕਿਉਂ ਲਿਆ ਜਾਂਦਾ? ਪਰ ਫਿਰ ਸਵਾਲ ਪਰਮਿੰਦਰ ਜੀ ਉੱਥੇ ਹੀ ਆ ਵੀ ਕੌਣ ਪੁੱਛੇ ਤੇ ਕਿਹਨੂੰ ਪੁੱਛੇ? ਜੀ, ਕਰਨ ਵਾਲਾ ਸਰਵਾ ਭਾਰਤ ਦਾ ਪ੍ਰਧਾਨ ਮੰਤਰੀ ਤੇ ਪੁੱਛਣ ਵਾਲੀ ਕੈਗ, ਜੀ, ਦੋਨੋਂ ਹੀ ਸਰਕਾਰੀ। ਉਹ ਤੇ ਉਹਨੂੰ ਪੁੱਛ ਕੇ ਸਾਹ ਲੈਂਦੇ ਨੇ ਤੇ ਉਹ ਉਹਨੂੰ ਪੁੱਛਣਗੇ ਕਿਵੇਂ? ਜੀ, ਫਿਰ ਅਗਲੀ ਗੱਲ ਦੇਖੋ, ਫਾਈਨੈਂਸ ਮਿਨਿਸਟਰੀ ਦੇ ਵਿੱਚ ਜਿਹੜੇ ਰੈਵਨਿਊ ਡਿਪਾਰਟਮੈਂਟ, ਸਾਰਾ ਫਾਈਨੈਂਸ ਮਿਨਿਸਟਰੀ ਦਾ ਜਿਹੜਾ ਡਿਪਾਰਟਮੈਂਟ ਆ, ਉਹਨਾਂ ਨੂੰ ਵੀ ਸਰਕੂਲੇਸ਼ਨ ਜਾਰੀ ਹੋਇਆ ਵੀ ਤੁਸੀਂ ਪਿਛਲੇ ਸਾਲ 20 ਤੋਂ ਲੈ ਕੇ 2021 ਮਾਰਚ ਤੱਕ 1 ਸਾਲ ਦਾ ਹਰ ਮਹੀਨੇ ਦਾ 1 ਦਿਨ ਦੀ ਤਨਖਾਹ ਜਿਹੜੀ ਆਪਣੀ ਦਿਓ। ਜੀ, ਉੱਥੇ ਫਿਰ ਵਿਰੋਧ ਹੋਇਆ। ਉਹ ਕਹਿੰਦੇ ਵੀ 1 ਦਿਨ ਦੀ ਤਨਖਾਹ ਦਾ ਮਤਲਬ ਤਾਂ ਇਹ ਆ ਵੀ ਅਸੀਂ 12 ਤਨਖਾਹਾਂ ਦੇਣੀਆਂ, 12 ਦਿਨ ਦੀ ਜਿਹੜੀ ਸੈਲਰੀ ਉਹ ਡੋਨੇਟ ਕਰੀਏ। ਉਹਨਾਂ ਨੇ ਵੀ ਨਾ ਕਰਤੀ। ਜਦੋਂ ਨਾ ਕਰਤੀ, ਸਾਰੇ ਡਿਪਾਰਟਮੈਂਟਸ ਨੇ, ਯੂਨੀਅਨਸ ਬਣੀਆਂ ਹੋਈਆਂ ਨੇ, ਫਿਰ ਉੱਥੇ ਵੀ ਸਰਕੂਲੇਸ਼ਨ ਜਿਹੜਾ ਉਹ ਵਾਪਸ ਲਿਆ ਗਿਆ ਵੀ ਤੁਸੀਂ 12 ਦਿਨ ਦੀ ਨਾ ਦਿਓ, 1 ਦਿਨ ਦੀ ਦੇ ਦਿਓ। ਸੋ ਇਹ ਗੱਲ ਜਿਹੜੀ ਆ ਇਹ ਫਿਰ ਡੂੰਘੀ ਜਾ ਕੇ ਕਿਤੇ ਰੁਕਦੀ ਆ ਵੀ ਇਹ ਕਹਾਣੀ ਜਿਹੜੀ ਆ ਇਹ ਕਿੱਧਰ ਨੂੰ ਤੁਰੀ ਹੋਈ ਆ ਤੇ ਕਿੱਧਰ ਨੂੰ ਜਾ ਰਹੀ ਆ। ਬਿਨਾਂ ਸ਼ੱਕ ਭਾਰਤ ਦੇ ਵਿੱਚ ਜਿੱਦਣ ਤੋਂ ਇਹ ਫੰਡ ਬਣਿਆ ਉਸ ਦਿਨ ਤੋਂ ਰੌਲਾ ਪੈ ਰਿਹਾ ਵੀ ਇਹਦਾ ਦੱਸਦਾ ਹੀ ਕੋਈ ਨਹੀਂ ਵੀ ਪੈਸੇ ਆ ਕਿੱਥੋਂ ਰਹੇ ਤੇ ਜਾ ਕਿੱਥੋਂ ਰਹੇ। ਦੇਖੋ ਹੁਣ ਫੇਮਾ ਐਕਟ ਦੀ ਇੱਕ ਕਿਸੇ ਤੇ ਵੀ ਲਾਉਂਦੇ ਆ ਕਿ ਜਿਹੜਾ ਫੰਡਿੰਗ ਜਿਹੜੀ ਬਾਹਰੋਂ ਮਨੀ ਲਾਂਡਰਿੰਗ ਆ ਉਹਦੇ ਤੇ ਐਕਟ ਲੱਗਦਾ। ਇਸ ਫੰਡ ਦੇ ਵਿੱਚ ਬਾਹਰੋਂ ਵੀ ਪੈਸੇ ਆ ਰਹੇ ਤੇ ਹੈਰਾਨੀ ਦੀ ਗੱਲ ਆ ਕਿ ਬਾਹਰੋਂ ਵੀ ਪੈਸੇ ਕਿੱਥੋਂ ਆ ਰਹੇ ਆ। ਹੋਰ ਛੋਟੀਆਂ ਗੱਲਾਂ ਤਾਂ ਛੱਡੋ, ਰਸ਼ੀਆ ਦੀ ਇੱਕ ਹਥਿਆਰ ਬਣਾਉਣ ਵਾਲੀ ਕੰਪਨੀ ਆ ਸੋਰੋਬੋਰਨ ਕਰਕੇ, ਸੋਰੋਬੋਰਨ ਐਕਸ ਕਰਕੇ ਉਹਦਾ ਨਾਮ ਆ, ਉਹਦੇ ਪੈਸੇ ਇਹਦੇ ਚ ਆਏ ਹੋਏ ਨੇ। 80 ਜੀ ਚੋਂ ਛੂਟ ਵੀ ਮਿਲੀ ਹੋਈ ਆ। ਸੋ ਇਹ ਜਿਹੜੀਆਂ ਕਹਾਣੀਆਂ ਨੇ ਇਹ ਸਾਰੀਆਂ ਬਹੁਤ ਅਲੱਗ-ਅਲੱਗ ਪਾਸਿਆਂ ਨੂੰ ਜਾਂਦੀਆਂ ਤੇ ਇਹ ਜਿਹੜੀ ਕਹਾਣੀ ਹੈ ਇਹਦੇ ਚ ਹੋਰ ਇੱਕ ਪਹਿਲੂ ਜੁੜਦਾ ਕਿ ਭਾਰਤ ਦੇ ਵੱਡੇ ਸਾਰੇ ਕ੍ਰਿਕਟਰ, ਬਾਲੀਵੁੱਡ ਦੇ ਸਿਤਾਰੇ, ਚਾਹੇ ਉਹ ਅਕਸ਼ੇ ਕੁਮਾਰ ਆ, ਚਾਹੇ ਉਹ ਸਲਮਾਨ ਖਾਨ ਆ, ਚਾਹੇ ਕੋਈ ਛੋਟਾ ਤੇ ਚਾਹੇ ਕੋਈ ਵੱਡਾ, ਇੰਡੀਅਨ ਆਰਮੀ, LIC, ਸਾਰੀਆਂ ਬੈਂਕਾਂ, ਹਾਊਸਿੰਗ ਕਾਰਪੋਰੇਸ਼ਨ, ਪਤਾ ਨਹੀਂ ਕਿਤੋਂ ਪੈਸੇ ਲਏ। ਅੱਛਾ, ਉਸ ਤੋਂ ਵੀ ਅਗਲੀ ਗੱਲ ਦੇਖੋ, ਇੱਕ CSR ਨਾਂ ਦਾ ਫੰਡ ਹੁੰਦਾ, ਕੰਪਨੀ ਸੋਸ਼ਲ ਰਿਸਪੌਂਸਿਬਿਲਟੀ। ਜਿਸ ਵੱਡੇ ਪ੍ਰਾਈਵੇਟ ਅਦਾਰੇ ਦਾ ਕੁਛ ਇੱਕ ਟਰਮ ਸੈੱਟ ਆ ਕਿ ਉਹ ਤੋਂ ਬਿਜ਼ਨਸ ਜ਼ਿਆਦਾ ਹੁੰਦਾ ਜਾਂ ਉਹਦੀ ਜਿਹੜੀ ਟਰਨਓਵਰ ਉਹ ਤੋਂ ਜ਼ਿਆਦਾ ਹੁੰਦੀ ਆ, ਉਹ ਆਪਣੀ ਅਮਾਊਂਟ ਦਾ, ਆਪਣੇ ਨੈਟ ਪ੍ਰੋਫਿਟ ਦਾ ਜਾਂ ਆਪਣੇ ਗ੍ਰੋਸ ਪ੍ਰੋਫਿਟ ਦਾ ਕੁਛ % ਜਿਹੜਾ ਆ ਉਹ CSR 'ਚ ਖਰਚਦਾ। CSR ਦਾ ਪੈਸਾ ਸਿੱਧਾ ਸਰਕਾਰ ਕੋਲ ਜਾਂਦਾ ਜਾਂ ਉਹ ਲੋਕ ਸਿੱਧੇ ਤੌਰ ਤੇ ਆਪ ਖਰਚਦੇ ਆ ਤੇ ਸਰਕਾਰ ਨੂੰ ਦੱਸਦੇ ਨੇ ਕਿ ਅਸੀਂ CSR 'ਚ ਪੈਸੇ ਖਰਚ ਦਿੱਤੇ। ਤੇ ਕਿਉਂਕਿ ਇਸ ਫੰਡ ਦੇ ਵਿੱਚ CSR ਦੇਣ ਦਾ ਫਾਇਦਾ ਇਹ ਸੀਗਾ ਕਿ ਤੁਸੀਂ ਪ੍ਰਧਾਨ ਮੰਤਰੀ ਦੀਆਂ ਨਜ਼ਰਾਂ 'ਚ ਆਉਣਾ ਸੀ। ਸੋ ਬਹੁਤੀਆਂ ਕੰਪਨੀਆਂ ਨੇ ਆਪਣੇ CSR ਦੀ ਐਲੋਕੇਸ਼ਨ ਜਿਹੜੀ ਸਿੱਧੀ ਆ ਉਹ PM ਕੇਅਰ ਫੰਡ ਲਈ ਕਰ ਦਿੱਤੀ ਗਈ। ਕੋਈ ਵੱਡੀ ਗੱਲ ਨਹੀਂ ਹੈ ਪਰਮਿੰਦਰ ਜੀ ਕਿ ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ ਜਦੋਂ ਕਿਤੇ ਸਰਕਾਰ ਬਦਲੇ ਇਹ ਇੱਕ ਵੱਡੇ ਘੁਟਾਲੇ ਦੇ ਰੂਪ 'ਚ ਗੱਲਾਂ ਸਾਰੀਆਂ ਸਾਹਮਣੇ ਆਉਣ। ਪਰ ਹਾਲਾਤ ਇਹੀ ਨੇ ਕਿ ਇਹ ਜਿਹੜੇ ਸਰਕਾਰੀ ਤੰਤਰ ਨੇ ਜਾਂ ਪਹਿਲਾਂ ਤਾਂ ਕਾਂਗਰਸ ਵਾਲੀਆਂ ਨੀਤੀਆਂ ਨੂੰ ਬਦਲਣਾ, ਬਹੁਤਾ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕਰਨੀ, ਸਾਰੇ ਹੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੰਮ ਕਰਨਾ, ਜਿਹੜਾ ਇਸ ਸਰਕਾਰ ਦਾ ਆ ਟੋਟਲ ਜਿਹੜਾ ਆ ਉਹ ਏਜੰਡਾ ਬਣ ਗਿਆ ਹੋਇਆ। ਅੰਮ੍ਰਿਤਪਾਲ ਸ਼ਰਮਾ ਜੀ, ਮੁੱਦਿਆਂ ਤੇ ਆਪਾਂ ਵਿਚਾਰ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, PM ਕੇਅਰਸ ਫੰਡ ਦੀ ਗੱਲ ਤਾਂ ਅਸੀਂ ਪਹਿਲੇ ਹਿੱਸੇ 'ਚ ਕਰ ਲਈ ਤੇ ਹੁਣ PM ਦੀ ਗੱਲ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਅਮਰੀਕਾ ਦੇ ਵਿੱਚ ਨੇ, ਕੀ ਕੁਝ ਕਰ ਰਹੇ ਨੇ ਉੱਥੇ? 3 ਦਿਨਾਂ ਦਾ ਦੌਰਾ ਹੈ ਜੀ। ਤੁਸੀਂ ਦੱਸਿਆ ਕਿ ਕੁਐਡ ਨਾਂ ਦੀ ਇੱਕ ਗਰੁੱਪ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਬਣਿਆ ਹੋਇਆ, ਜਿਹਦੇ 'ਚ 4 ਮੈਂਬਰ ਨੇ, ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ। ਉਹਨਾਂ ਦੀ ਪਹਿਲੀ ਵਾਰ ਮੀਟਿੰਗ ਜਿਹੜੀ ਆ ਉਹ ਕੋਵਿਡ ਤੋਂ ਬਾਅਦ ਫਿਜ਼ੀਕਲ ਤੌਰ ਤੇ ਹੋ ਰਹੀ ਆ। ਇਹ ਤੋਂ ਪਹਿਲਾਂ ਜਿਹੜੀਆਂ ਮੀਟਿੰਗਸ ਹੋਈਆਂ ਉਹ ਜ਼ੂਮ ਮੀਟਿੰਗਸ ਜਿਹਨਾਂ ਨੂੰ ਤੁਸੀਂ ਕਹਿੰਦੇ ਜਾਂ ਡਿਜੀਟਲ ਮੀਟਿੰਗਸ ਜਾਂ ਤੁਸੀਂ ਕਹਿ ਲਓ ਟੈਕਨੋਲੋਜੀ ਨਾਲ ਦੂਰੋਂ ਬੈਠ ਕੇ ਗੱਲ ਹੋਈ ਸੀ। ਉੱਥੇ ਜਾ ਕੇ ਜਿਹੜੀ ਮੀਟਿੰਗ ਆ ਉਹ
ਪਹਿਲੀ ਵਾਰ ਇਸ ਦੌਰਾਨ ਹੋ ਰਹੀ ਆ ਜੀ ਤੇ ਪ੍ਰਧਾਨ ਮੰਤਰੀ ਉੱਥੇ ਫਿਰ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਮਿਲਣਗੇ, ਸ਼ਿੰਜੋ ਆਬੇ ਨੂੰ, ਜਿਨ੍ਹਾਂ ਨੂੰ ਇੱਥੇ ਸਾਬਰਮਤੀ ਦੇ ਕਿਨਾਰੇ ਵੀ ਮਿਲੇ ਸੀ। ਜੀ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਹੋਵੇਗੀ ਤੇ ਅਮਰੀਕਾ ਵਾਲਿਆਂ ਨਾਲ ਤਾਂ ਹੋਵੇਗੀ ਹੀ। ਜੀ ਨਾਲ ਦੀ ਨਾਲ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਇੱਕ ਅਸੈਂਬਲੀ ਆ ਉਹਨੂੰ ਵੀ ਉਹਨਾਂ ਨੇ ਸੰਬੋਧਨ ਕਰਨਾ। ਪਰਮਿੰਦਰ ਜੀ, ਗੱਲ ਇੱਦਾਂ ਕਿ ਅੰਤਰਰਾਸ਼ਟਰੀ ਤੌਰ ਤੇ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਕਿਤੇ ਵੀ ਜਾਂਦਾ ਜਾਂ ਕਿਸੇ ਵੀ ਦੇਸ਼ ਦਾ ਕੋਈ ਰਾਸ਼ਟਰ ਦੇ ਰਾਸ਼ਟਰ ਮੁਖੀ ਕਿਤੇ ਜਾਂਦਾ ਤੇ ਉਹ ਅੰਤਰਰਾਸ਼ਟਰੀ ਪੋਲਿਟਿਕਸ ਦੇ ਸਟੂਡੈਂਟਸ ਲਈ ਵੱਡੀ ਘਟਨਾ ਹੁੰਦੀ ਹੈ। ਜੀ ਪ੍ਰਧਾਨ ਮੰਤਰੀ ਮੋਦੀ ਵਰਗੇ ਬੰਦੇ ਦਾ ਕਿਸੇ ਵੀ ਬਾਹਰਲੇ ਦੇਸ਼ ਨੂੰ ਜਾਣਾ ਜਿੰਨਾ ਦੇਸ਼ ਦੇ ਲੋਕਾਂ ਲਈ ਉਤਸੁਕਤਾ ਦੀ ਗੱਲ ਆ, ਉਨੀ ਹੀ ਉਹ ਮੋਦੀ ਦੇ ਭਗਤਾਂ ਲਈ ਗੁਣਗਾਨ ਕਰਨ ਵਾਲੀ ਵੀ ਗੱਲ ਆ ਤੇ ਉਨੀ ਹੀ ਉਹ ਬਾਹਰਲੇ ਲੋਕਾਂ ਲਈ ਵੀ ਜਿਹੜੀ ਗੱਲ ਆ ਉਹ ਧਿਆਨ ਖਿੱਚਣ ਵਾਲੀ ਬਣ ਜਾਂਦੀ ਆ, ਕਿਉਂਕਿ ਇਹ ਖਾਸ ਤਰ੍ਹਾਂ ਦੀ ਇੱਕ ਮਾਰਕੀਟਿੰਗ ਸਟ੍ਰੈਟਜੀ ਨਾਲ ਲੈ ਕੇ ਚੱਲਦੇ ਆ। ਇੱਕ ਖਾਸ ਤਰ੍ਹਾਂ ਦਾ ਇਹਨਾਂ ਦਾ ਇੱਕ ਔਰਾ ਆ, ਉਹ ਚੰਗਾ ਆ ਜਾਂ ਮਾੜਾ ਆ ਉਹਦਾ ਫੈਸਲਾ ਤੁਸੀਂ ਜਾਂ ਦਰਸ਼ਕ ਆਪ ਕਰ ਲਈਓ, ਪਰ ਇੱਕ ਕੁਆਲਿਟੀ, ਇੱਕ ਗੱਲਬਾਤ ਹੈ। ਜਦੋਂ ਅਸੀਂ ਰਾਜਦੀਪ ਸਰਦੇਸਾਈ ਦੀ ਮੋਦੀ ਦੇ ਜਿੱਤਣ ਤੋਂ ਬਾਅਦ 14 ਦੀ ਲਿਖੀ ਹੋਈ ਕਿਤਾਬ ਪੜ੍ਹਦੇ ਹਾਂ ਤੇ ਉਹ ਇਹ ਗੱਲ ਦੀ ਤਸ਼ਬੀਹ ਕਰਦੇ ਨੇ ਕਿ ਉਹ ਇੱਕ ਖਾਸ ਤਰ੍ਹਾਂ ਦਾ ਵਿਅਕਤਿਤਵ ਰੱਖਦੇ ਨੇ ਤੇ ਉਹ ਵਨ ਮੈਨ ਆਰਮੀ ਦੇ ਤੌਰ ਤੇ ਆਪਣੇ ਆਪ ਨੂੰ ਲਾਰਜਰ ਦੈਨ ਲਾਈਫ ਪ੍ਰੈਜ਼ੈਂਟ ਕਰਦੇ ਆ। ਜਦੋਂ ਉਹਨਾਂ ਦੇ ਪੂਰੇ ਭਾਰਤ ਵਿੱਚ ਬੁੱਤ ਵੀ ਲੱਗਦੇ ਆ, ਉਹ ਕਟ ਆਊਟ ਵੀ ਲੱਗਦੇ ਆ ਤਾਂ ਉਹ ਵੱਡੇ ਵੱਡੇ ਹੁੰਦੇ ਤੇ ਉਹਨਾਂ ਦੇ ਨਾਲ ਫਿਰ ਹੋਰ ਕਿਸੇ ਦੀ ਫੋਟੋ ਨਹੀਂ ਲੱਗਦੀ। ਤੁਸੀਂ ਬਹੁਤ ਪਾਰਟੀਆਂ ਦੀਆਂ ਫੋਟੋਜ਼ ਦੇਖਦੇ ਆ ਜਿੱਥੇ ਉਹ ਫਿਰ ਨਾਲ ਛੋਟੇ ਵੱਡੇ ਵੱਡੇ 2-2 3-3 4-4 ਲਾਈਨਾਂ ਦੇ ਵਿੱਚ ਪਾਰਟੀ ਦੇ ਹੈੱਡ ਦੀ ਫੋਟੋ, ਪਾਰਟੀ ਦੇ ਸੰਯੋਜਕ ਦੀ ਫੋਟੋ, ਪਾਰਟੀ ਨੂੰ ਸਥਾਪਨਾ ਕਰਨ ਵਾਲੇ ਦੀ ਫੋਟੋ, ਹੋਰ ਨਹੀਂ ਕੁਛ ਤੇ ਮਹਾਤਮਾ ਗਾਂਧੀ ਦੀ ਫੋਟੋ। ਪਰ ਜਦੋਂ ਮੋਦੀ ਦਾ ਕੱਟ ਆਊਟ ਲੱਗਦਾ ਫਿਰ ਉਹ ਇਕੱਲੇ ਦਾ ਹੀ ਲੱਗਦਾ ਤੇ ਜਦੋਂ ਉੱਥੇ ਜਾ ਕੇ ਹਾਊਡੀ ਮੋਦੀ ਕਰਦੇ ਆ ਉਦੋਂ ਵੀ ਉਹ ਇੰਨੇ ਹੀ ਪਪੂਲਰ ਹੁੰਦੇ ਆ। ਉਹਦਾ ਰਿਜ਼ਲਟ ਅੰਤ ਵਿੱਚ ਕਿਹੋ ਜਿਹਾ ਵੀ ਨਿਕਲੇ, ਪਰ ਮੋਦੀ ਆਪਣੇ ਆਪ ਨੂੰ ਬਹੁਤ ਵੱਡਾ ਦਿਖਾਉਣ ਦੀ, ਬਹੁਤ ਵੱਡਾ ਪ੍ਰਦਰਸ਼ਨ ਕਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਰਹਿੰਦੇ ਆ। ਤੇ ਨਿੱਜੀ ਤੌਰ ਤੇ ਉਹ ਕੀ ਸੋਚਦੇ ਹੋਣਗੇ, ਕੀ ਕਰਦੇ ਹੋਣਗੇ, ਬਾਅਦ ਦੀ ਗੱਲ ਹੈ। ਪਰ ਮੈਨੂੰ ਇਦਾਂ ਲੱਗਦਾ ਕਿ ਕਿਉਂਕਿ ਉਹਨਾਂ ਨੂੰ ਅਮਰੀਕਾ ਜਾਣ ਤੋਂ ਮਨਾ ਕਰ ਦਿੱਤਾ ਗਿਆ ਸੀ ਜਾਂ ਵੀਜ਼ਾ ਨਹੀਂ ਸੀ ਮਿਲਿਆ ਗੁਜਰਾਤ ਦੰਗਿਆਂ ਤੋਂ ਬਾਅਦ, ਤੇ ਉਹ ਇਸ ਚੀਜ਼ ਨੂੰ ਹਾਲੇ ਤੱਕ ਵੀ ਆਪਣੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਰੱਖਿਆ ਹੋਇਆ। ਜਦੋਂ ਵੀ ਉੱਥੇ ਜਾਂਦੇ ਤੇ ਉੱਥੇ ਦਾ ਜਿਹੜਾ ਬਿਜ਼ਨਸ ਭਾਈਚਾਰਾ ਹੈ, ਕਿਉਂਕਿ ਉੱਥੇ ਬਹੁਤ ਸਾਰੇ ਇੰਡੀਅਨਸ ਰਹਿੰਦੇ ਨੇ ਤੇ ਉਹਨਾਂ ਦਾ ਬਹੁਤ ਸਵਾਗਤ ਕਰਦੇ ਨੇ, ਵੱਡੇ ਵੱਡੇ ਪ੍ਰੋਗਰਾਮ ਵੀ ਕਰਦੇ ਨੇ। ਤੇ ਜਿਹੜੀ ਇੱਥੇ ਦੀ ਮੋਦੀ ਮੀਡੀਆ ਆ ਜਾਂ ਗੋਦੀ ਮੀਡੀਆ ਆ ਉਹ ਇਸ ਚੀਜ਼ ਨੂੰ ਬਹੁਤ ਉਹ ਵੀ ਕਰਦੀ ਆ ਕਿ ਮੋਦੀ ਸਾਹਿਬ ਉੱਥੇ ਕੋਈ ਖਰਚਾ ਨਹੀਂ ਕਰਦੇ। ਪਰ ਇਸ ਵਾਰ ਜਾਂ ਅਗਲੀ ਵਾਰ ਜਾਂ ਪਿਛਲੀਆਂ ਵਾਰਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਜਿਹੜਾ ਆ ਗੁੰਮਰਾਹਕੁਨ ਪ੍ਰਚਾਰ ਹੁੰਦਾ ਹੈ। ਜਦੋਂ ਵੀ ਉੱਥੇ ਕੋਈ ਰਾਸ਼ਟਰ ਅਧਿਆਕਸ਼ ਜਾਂਦਾ ਆ ਤੇ ਉਹ ਕਿਸੇ ਦੇ ਦੱਸੇ ਹੋਏ ਜਗ੍ਹਾ ਤੇ ਨਹੀਂ ਰਹਿੰਦਾ, ਉਹਨੂੰ ਅਮਰੀਕਾ ਦੀ ਜਿਹੜੀ ਸਰਕਾਰ ਆ ਉਹੀ ਰੱਖਦੀ ਆ ਤੇ ਉਹਨੂੰ ਪ੍ਰੋਪਰ ਸਿਕਿਉਰਿਟੀ ਤੇ ਪ੍ਰੋਪਰ ਉਹਦਾ ਵੈਲਕਮ ਜਿਹੜਾ ਸਾਰਾ ਕੁਝ ਹੁੰਦਾ ਆ। ਹਾਲਾਂਕਿ ਜਦੋਂ ਅਮਰੀਕਾ ਦੇ ਵਿੱਚ ਕੋਈ ਜਾਂਦਾ ਤੇ ਉਹਨੂੰ ਲੈਣ ਲਈ ਫਿਰ ਅਮਰੀਕਾ ਦਾ ਸਦਰ ਜਾਂ ਅਮਰੀਕਾ ਦਾ ਰਾਸ਼ਟਰਪਤੀ ਆਪ ਨਹੀਂ ਆਉਂਦਾ, ਕਿਉਂਕਿ ਅਮਰੀਕਾ ਆਪਣੇ ਆਪ ਨੂੰ ਸਾਰਿਆਂ ਨਾਲੋਂ ਵੱਡਾ ਸਮਝਦਾ ਆ। ਪਰ ਇਸ ਵਾਰ ਇਹ ਜਿਹੜਾ ਦੌਰਾ ਆ 2-3 ਗੱਲਾਂ ਤੋਂ ਹੋਰ ਵੀ ਵਿਸ਼ੇਸ਼ ਆ। ਇੱਕ ਬੀਤੇ ਦਿਨੀ ਅਮਰੀਕਾ ਦਾ ਆਸਟ੍ਰੇਲੀਆ ਨਾਲ ਇੱਕ ਸਮਝੌਤਾ ਹੋਇਆ। ਉਹਦੇ 'ਚ ਫਰਾਂਸ ਨੂੰ ਛੱਡ ਕੇ ਅਮਰੀਕਾ ਨੇ ਆਸਟ੍ਰੇਲੀਆ ਨਾਲ ਜਿਹੜਾ ਆ ਉਹ ਆਸਟ੍ਰੇਲੀਆ ਨੇ ਅਮਰੀਕਾ ਨਾਲੋਂ ਸਮਝੌਤਾ ਕੀਤਾ ਤੇ ਉਹ ਤੋਂ ਗੁੱਸਾਏ ਹੋਏ ਫਰਾਂਸ ਨੇ ਅਮਰੀਕਾ ਤੋਂ ਆਪਣੇ ਜਿਹੜੇ ਆ ਉਹ ਵਾਪਸ ਬੁਲਾ ਲਏ ਐਂਬੈਸਡਰਸ। ਅਮਰੀਕਾ, ਫਰਾਂਸ ਤੇ ਇੰਗਲੈਂਡ ਇਹ ਪੱਕੇ ਭਾਈਵਾਲ ਮੰਨੇ ਜਾਂਦੇ ਆ। ਰੂਸ ਹਾਲਾਂਕਿ ਕਿਸੇ ਵੱਖਰੇ ਸਾਈਡ ਤੇ ਆ, ਚਾਈਨਾ ਵੱਖਰੇ ਸਾਈਡ ਤੇ ਆ। ਰੂਸ ਤੇ ਚਾਈਨਾ ਬਹੁਤ ਵਾਰ ਇਕੱਠੇ ਦੇਖੇ ਜਾਂਦੇ ਆ, ਪਰ ਉਹ ਤਿੰਨੋਂ ਅਮਰੀਕਾ, ਬ੍ਰਿਟੇਨ ਤੇ ਫਰਾਂਸ ਇਕੱਠੇ ਮੰਨੇ ਜਾਂਦੇ ਆ। ਉਹ 3-3.5 ਲੱਖ ਡਾਲਰ ਦਾ ਕੋਈ ਸਮਝੌਤਾ ਸੀ ਕਿਸੇ ਪਰਮਾਣੂ ਪਣਡੁੱਬੀ ਦਾ। ਉਹਦੇ 'ਚ ਵੀ ਥੋੜ੍ਹੀ ਜਿਹੀ ਦਰਾਰ ਜਿਹੜੀ ਅਮਰੀਕਾ ਤੇ ਫਰਾਂਸ ਦੇ ਵਿੱਚ ਆਈ ਆ ਤੇ ਪ੍ਰਧਾਨ ਮੰਤਰੀ ਨੇ ਇੱਥੋਂ ਜਾਣ ਤੋਂ ਪਹਿਲਾਂ ਫਰਾਂਸ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਆ, ਪ੍ਰਧਾਨ ਮੰਤਰੀ ਮੋਦੀ ਨੇ। ਤੇ ਨਾਲ ਦੀ ਨਾਲ ਫਿਰ ਤਾਲਿਬਾਨ ਵਾਲਾ ਮਸਲਾ ਜਿਹੜਾ ਆ ਉਹ ਵੀ ਇੱਥੇ ਵਿਚਾਰਨਯੋਗ ਆ, ਕਿਉਂਕਿ ਤਾਲਿਬਾਨ ਭਾਰਤ ਦੇ ਨਾਲ ਬਹੁਤ ਨੇੜੇ ਆ। ਅਫਗਾਨਿਸਤਾਨ ਵਾਲਾ ਮਸਲਾ ਤੇ ਅਮਰੀਕਾ ਉਹਨੂੰ ਛੱਡ ਕੇ ਗਿਆ ਆ। ਹਾਲਾਂਕਿ ਅਮਰੀਕਾ ਨੇ ਜਦੋਂ ਕਤਰ ਦੇ ਵਿੱਚ ਇਹ ਸਾਰੀਆਂ ਗੱਲਾਂ ਤਾਲਿਬਾਨ ਨਾਲ ਕੀਤੀਆਂ ਉਦੋਂ ਇੰਡੀਆ ਨੂੰ ਕਿਤੇ ਨਹੀਂ ਰੱਖਿਆ ਉਹਦੇ ਵਿੱਚ, ਪਰ ਫਿਰ ਵੀ ਇਹ ਜਿਹੜੇ ਉੱਥੇ ਮਸਲੇ ਨੇ ਇਹ ਵਿਚਾਰੇ ਜਾਣਗੇ। ਮਨੁੱਖੀ ਅਧਿਕਾਰ ਦੀ ਗੱਲ ਜਦੋਂ UN ਦੀ ਅਸੈਂਬਲੀ ਦੀ ਮੀਟਿੰਗ ਹੋਣੀ ਆ, ਗੱਲ ਹੋਣੀ, ਉੱਥੇ ਮਨੁੱਖੀ ਅਧਿਕਾਰ ਦੀ ਗੱਲ ਜ਼ਰੂਰ ਹੋਣੀ ਆ ਤੇ ਨਾਲ ਦੀ ਨਾਲ ਫਿਰ ਇਹ ਵੀ ਗੱਲ ਹੋਣੀ ਆ ਕਿ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਆ ਉਹ ਕਿੰਨੀ ਕੁ ਹੋ ਰਹੀ ਆ ਤੇ ਕਿੰਨੀ ਕੁ ਨਹੀਂ ਹੋ ਰਹੀ। ਕਮਲਾ ਹੈਰਿਸ ਨਾਲ ਜਿਹੜੀ ਕੱਲ੍ਹ ਮੁਲਾਕਾਤ ਹੋਈ ਤੇ ਕਿਹਾ ਜਾਂਦਾ ਕਿ ਕਮਲਾ ਹੈਰਿਸ ਨੇ ਵੀ ਉਹਨਾਂ ਨੂੰ ਕਿਹਾ, ਪ੍ਰਧਾਨ ਮੰਤਰੀ ਸਾਹਿਬ ਨੂੰ, ਕਿ ਭਾਰਤ ਦਾ ਮਨੁੱਖੀ ਅਧਿਕਾਰਾਂ ਦਾ ਰੱਖਿਅਕ ਹੋਣਾ ਬਹੁਤ ਜ਼ਰੂਰੀ ਆ, ਕਿਉਂ ਜੇ ਤੁਹਾਡੇ ਕੋਲ ਆਬਾਦੀ ਵੀ ਬਹੁਤ ਜ਼ਿਆਦਾ ਹੈ ਤੇ ਤੁਹਾਡੇ ਲਈ ਇਹ ਇੱਕ ਵੱਡੀ ਚੁਣੌਤੀ ਆ ਕਿ ਤੁਸੀਂ ਮਨੁੱਖੀ ਅਧਿਕਾਰਾਂ ਦਾ ਖਿਆਲ ਰੱਖੋ। ਤੇ ਇਹ ਗੱਲ ਕਈ ਮਾਇਨਿਆਂ ਦੇ ਵਿੱਚ ਇੰਪੋਰਟੈਂਟ ਵੀ ਆ। ਕਮਲਾ ਹੈਰਿਸ ਨੂੰ ਤੁਸੀਂ ਅੱਧੀ ਇੰਡੀਅਨ ਵੀ ਮੰਨਦੇ ਆ ਤੇ ਉਹ ਭਾਰਤ ਦੇ ਮਸਲਿਆਂ ਬਾਰੇ ਜਾਣਕਾਰੀ ਵੀ ਰੱਖਦੇ ਆ, ਕਸ਼ਮੀਰ ਦੇ ਮਸਲੇ ਤੇ ਵੀ ਜਾਣਕਾਰੀ ਰੱਖਦੇ ਆ। ਨਾਲ ਦੀ ਨਾਲ ਇਹ ਵੀ ਦੇਖਣਾ ਪਊਗਾ ਕਿ ਬੀਤੇ ਦਿਨੀ
ਇਮਰਾਨ ਖਾਨ ਨੇ ਵੀ UN ਦੇ ਵਿੱਚ ਇੱਕ ਗੱਲਬਾਤ ਜਿਹੜੀ ਕੀਤੀ, ਉੱਥੇ ਫਿਰ ਉਹ ਜੰਮੂ ਕਸ਼ਮੀਰ ਵਾਲਾ ਮਸਲਾ ਜਿਹੜਾ ਉਠਾਇਆ ਜੀ। ਬ੍ਰਿਟੇਨ ਦੀ ਸੰਸਦ ਦੇ ਵਿੱਚ ਵੀ ਇੱਕ ਮਤਾ ਪਾਸ ਕਰਕੇ ਕਸ਼ਮੀਰ ਦੇ ਮੁੱਦੇ ਤੇ ਉੱਤੇ ਕੁਝ ਗੱਲ ਕੀਤੀ ਗਈ ਜਿਹੜੀ ਬੀਜੇਪੀ ਨੂੰ ਜਾਂ ਬੀਜੇਪੀ ਵਾਲੀ ਸਰਕਾਰ ਨੂੰ ਭਾਰਤ 'ਚ ਪਸੰਦ ਨਹੀਂ ਆਈ ਜੀ। ਤੇ ਉੱਥੋਂ ਇੱਕ ਜੂਨੀਅਰ ਅਧਿਕਾਰੀ ਨੇ ਇਮਰਾਨ ਖਾਨ ਦੀ ਗੱਲ ਦਾ ਖੰਡਨ ਵੀ ਕੀਤਾ ਤੇ ਨਾਲ ਦੀ ਨਾਲ ਉਹ UN ਦੇ ਵਿੱਚ ਜਿਹੜੀ ਗੱਲ ਹੋਈ ਉਹਦਾ ਵੀ ਖੰਡਨ ਕੀਤਾ ਗਿਆ। ਪਰ ਇਹ ਅੰਤਰਰਾਸ਼ਟਰੀ ਕੰਟੈਕਸਟ ਦੇ ਵਿੱਚ ਇਹ ਗੱਲ ਦੇਖਣੀ ਬਣੂਗੀ ਕਿ ਇਹ ਜਿਹੜਾ ਦੌਰਾ ਆ ਇਹ ਕਿੰਨੀਆਂ ਹੀ ਚੀਜ਼ਾਂ ਨੂੰ ਲੈ ਕੇ ਇਹ ਮਹੱਤਵਪੂਰਨ ਰਹੂਗਾ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਉੱਥੇ ਬਹੁਤ ਵੱਡੀਆਂ ਬਿਜ਼ਨਸ ਮੀਟਿੰਗਸ ਹੋਈਆਂ। ਜਿਹੋ ਜਿਹਾ ਦੁਨੀਆ ਦਾ ਦਾਰੋ ਮਦਾਰ ਹੈ, ਹਿੰਦੁਸਤਾਨ ਬਹੁਤੀਆਂ ਕੰਪਨੀਆਂ ਨੂੰ ਬਹੁਤ ਪਸੰਦ ਆ। ਕਾਰਪੋਰੇਟਸ ਅਦਾਰੇ ਜਿੰਨੇ ਵੀ ਵੱਡੇ ਨੇ ਉਹ ਸਾਰੇ ਹੀ ਭਾਰਤ ਨੂੰ ਬਹੁਤ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਨੇ, ਖਾਸ ਕਰਕੇ ਭਾਰਤ ਦੇ ਖੇਤੀ ਸੈਕਟਰ ਨੂੰ। ਤੇ ਇਹ ਜਿਹੜੀਆਂ ਮੀਟਿੰਗਸ ਆ ਇਹ ਰੂਟੀਨ ਦੇ ਵਿੱਚ ਹੁੰਦੀਆਂ। ਜਦੋਂ ਇੱਧਰੋਂ ਪ੍ਰਧਾਨ ਮੰਤਰੀ ਜਾਂਦੇ ਨੇ ਤੇ ਉੱਥੇ ਬਹੁਤ ਸਾਰੀਆਂ ਮੀਟਿੰਗ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਨਿਕਲਦਾ ਕੀ ਆ ਉਹ ਬਾਅਦ ਵਿੱਚ ਪਤਾ ਲੱਗੇਗਾ। ਜੀ ਅੰਮ੍ਰਿਤਪਾਲ ਸ਼ਰਮਾ ਜੀ, ਖੇਤੀ ਸੈਕਟਰ ਦਾ ਤੁਸੀਂ ਜ਼ਿਕਰ ਕੀਤਾ ਤੇ ਕਿਆ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਡਟੇ ਹੋਏ ਕਿਸਾਨਾਂ ਦੀ ਵੀ ਕੋਈ ਗੱਲ ਹੋਈ ਉੱਥੇ? ਮੈਂ ਤੁਹਾਨੂੰ ਬਿਲਕੁਲ ਇਹੀ ਦੱਸਣ ਲੱਗਾ ਸੀ। ਇਸ ਤੋਂ ਪਹਿਲਾਂ ਗੱਲ ਸੀਗੀ ਕਿ ਟੈਕਨੋਲੋਜੀ ਦੀਆਂ ਕੁਝ ਕੰਪਨੀਆਂ ਨਾਲ ਖਾਸ ਤੌਰ ਤੇ ਗੱਲ ਹੋਈ ਆ, ਉਹ ਵੀ ਪੋਲਿਟਿਕਸ ਨਾਲ ਜੁੜੀ ਹੋਈ ਗੱਲ ਵੀ ਆ, ਅੰਤਰਰਾਸ਼ਟਰੀ ਸਿਆਸਤ ਨਾਲ ਜੁੜੀ ਹੋਈ ਗੱਲ ਵੀ ਆ। ਕੁਝ ਟੈਕਨੋਲੋਜੀ ਦੀਆਂ ਕੰਪਨੀਆਂ ਨਾਲ ਉੱਥੇ ਮੁਲਾਕਾਤ ਹੋਈ ਆ ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਹਿੰਦੁਸਤਾਨ ਦੀ ਵਿੱਚ 5G ਦੀ ਟੈਕਨੋਲੋਜੀ ਨੂੰ ਲੈ ਕੇ ਕੁਝ ਕੰਮ ਕਰੋ ਤਾਂ ਜੋ ਸਾਡਾ ਜਿਹੜਾ ਚੀਨ ਦੇ ਉੱਤੇ ਜਿਹੜੀ ਸਾਡੀ ਨਿਰਭਰਤਾ ਆ ਉਹ ਥੋੜ੍ਹੀ ਬਹੁਤ ਘਟ ਸਕੇ। ਹੁਣ ਅਗਲੇ ਤੁਹਾਡੀ ਗੱਲ ਦੱਸੀਏ, ਜੇ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕੀਤੀ ਆ, ਇਹ ਇੱਕ ਵੱਡਾ ਮੁੱਦਾ ਬਣ ਕੇ ਉੱਥੇ ਉੱਭਰਿਆ ਵੀ ਆ। ਵਾਸ਼ਿੰਗਟਨ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਪੰਜਾਬੀ ਭਾਈਚਾਰੇ ਨੇ ਤੇ ਹਿੰਦੁਸਤਾਨੀ ਭਾਈਚਾਰੇ ਨੇ ਉੱਥੇ ਪ੍ਰਧਾਨ ਮੰਤਰੀ ਮੋਦੀ ਦਾ ਵੱਖ-ਵੱਖ ਜਗ੍ਹਾ ਦੇ ਉੱਤੇ ਭਾਰੀ ਵਿਰੋਧ ਕੀਤਾ। ਉੱਥੇ ਬੀਜੇਪੀ ਵਾਲੀ ਸਰਕਾਰ ਨੂੰ ਮੰਦਾ ਚੰਗਾ ਵੀ ਬੋਲਿਆ ਗਿਆ, ਝੰਡੇ ਵੀ ਦਿਖਾਏ ਗਏ, ਸਲੋਗਨਸ ਵੀ ਬੋਲੇ ਗਏ ਤੇ ਜਿਵੇਂ ਦਾ ਪ੍ਰਦਰਸ਼ਨ ਉੱਥੇ ਕਰ ਸਕਦੇ ਸੀ ਉਹ ਕੀਤਾ ਗਿਆ। ਤੇ ਉੱਥੋਂ ਉਹਨਾਂ ਨੇ ਉਹਨਾਂ ਲੋਕਾਂ ਨੂੰ ਹਟਾਇਆ ਵੀ ਜਿਹੜੇ ਲੋਕ ਮੋਦੀ ਦੇ ਸਵਾਗਤ ਲਈ ਖੜੇ ਸੀ। ਨਾਲ ਦੀ ਨਾਲ ਇਹ ਵੀ ਦੱਸਣਾ ਬਣਦਾ ਕਿ ਕਿਸਾਨ ਅੰਦੋਲਨ ਦੇ ਮੁਖੀਆਂ ਜਿਹੜੇ ਇੱਥੇ ਅੰਦੋਲਨ ਦੀਆਂ ਮੋਹਰਲੀਆਂ ਧਿਰਾਂ ਦੇ ਜਿਹੜੇ ਆਗੂ ਨੇ ਉਹਨਾਂ ਨੇ ਵੀਡੀਓ ਜਾਰੀ ਕਰਕੇ ਭਾਰਤੀ ਲੋਕ ਜਿਹੜੇ ਅਮਰੀਕਾ 'ਚ ਰਹਿੰਦੇ ਆ ਉਹਨਾਂ ਨੂੰ ਇਹ ਖਾਸ ਹਦਾਇਤ ਦਿੱਤੀ ਸੀ, ਉਹਨਾਂ ਨੂੰ ਅਪੀਲ ਕੀਤੀ ਸੀ ਰਾਜੇਵਾਲ ਸਾਹਿਬ ਨੇ ਕਿ ਤੁਸੀਂ ਉੱਥੇ ਇਹ ਪ੍ਰਧਾਨ ਮੰਤਰੀ ਉੱਥੇ ਜਾ ਰਿਹਾ, ਇਹਨੇ UN ਦੀ ਅਸੈਂਬਲੀ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਆ ਤੇ ਉੱਥੇ ਇਹ ਗੱਲ ਜ਼ਰੂਰ ਪਹੁੰਚਾਓ ਤੇ ਇਹ ਗੱਲ ਜ਼ਰੂਰ ਪੁੱਛੋ ਕਿ ਜਿਹੜਾ ਇੱਥੇ ਅੰਦੋਲਨ ਚੱਲ ਰਿਹਾ, ਜਿਹੜਾ ਇੱਥੇ 600-700 ਬੰਦੇ ਦੀ ਮੌਤ ਹੋ ਚੁੱਕੀ ਆ, ਇਹ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਮਨੁੱਖੀ ਅਧਿਕਾਰਾਂ ਪ੍ਰਤੀ ਕਿੰਨਾ ਗੰਭੀਰ ਆ। ਤੇ ਨਾਲ ਦੀ ਨਾਲ ਰਾਕੇਸ਼ ਟਕੈਤ ਜਿਹੜੇ ਇਸ ਅੰਦੋਲਨ ਦੇ ਵੱਡੇ ਲੀਡਰ ਨੇ ਉਹਨਾਂ ਨੇ ਇੱਕ ਟਵੀਟ ਕੀਤਾ, ਉਹਨਾਂ ਨੇ ਵੀ ਉਹੀ ਆਪਣੀ ਮੰਗ ਉੱਥੇ ਜਿਹੜੀ ਆ ਉਹ ਰੱਖੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਮਰੀਕਾ ਆ ਰਹੇ ਨੇ ਤੇ ਉਹਨਾਂ ਨੇ ਤੁਹਾਡੇ ਨਾਲ ਗੱਲਾਂ ਸਾਰੀਆਂ ਕਰਨੀਆਂ ਨੇ, ਪਰ ਉਹਨਾਂ ਨੂੰ ਇਹ ਵੀ ਪੁੱਛਿਆ ਜਾਵੇ ਕਿ ਇੱਥੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦਾ ਕਿੰਨਾ ਕੁ ਖਿਆਲ ਰੱਖਿਆ ਜਾ ਰਿਹਾ ਤੇ ਜਿਹੜੇ ਕਿਸਾਨ ਅੰਦੋਲਨ ਹੈ ਉਹਦੇ ਬਾਰੇ ਕੀ ਸੋਚਿਆ ਜਾ ਰਿਹਾ। ਦੇਖੋ ਹੁਣ ਇਹ ਸਰਕਾਰ ਦੇ ਉੱਤੇ ਇਹ ਗੱਲਾਂ ਸਾਰੀਆਂ ਆਉਂਦੀਆਂ। ਪਾਕਿਸਤਾਨ ਦੁਨੀਆ ਦੇ ਵਿੱਚ ਹਮੇਸ਼ਾ ਜਾ ਕੇ ਕਸ਼ਮੀਰ ਦੀ ਗੱਲ ਕਰਦਾ, ਅਸੀਂ ਉਹਦਾ ਖੰਡਨ ਕਰਦੇ ਹਾਂ ਕਿ ਕਸ਼ਮੀਰ ਭਾਰਤ ਦਾ ਇੰਟਰਨਲ ਮੈਟਰ ਆ। ਪਰ ਜੇ ਕਸ਼ਮੀਰ ਭਾਰਤ ਦਾ ਇੰਟਰਨਲ ਮੈਟਰ ਆ ਤੇ ਫਿਰ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਹ ਵੀ ਇੰਟਰਨਲ ਮੈਟਰ ਆ। ਹੁਣ ਬੀਜੇਪੀ ਦੇ ਲੋਕ ਕਹਿਣਗੇ ਕਿ ਇਹ ਜਿਹੜਾ ਵਿਰੋਧ ਆ ਸਾਨੂੰ ਬਾਹਰ ਜਾ ਕੇ ਨਹੀਂ ਕਰਨਾ ਚਾਹੀਦਾ। ਬਿਲਕੁਲ ਅਸੀਂ ਇਸ ਗੱਲ ਨਾਲ 1% ਸਹਿਮਤ ਹੋ ਜਾਂਦੇ ਹਾਂ, ਇੱਕ ਵਾਰੀ 1 ਮਿੰਟ ਲਈ ਸਹਿਮਤ ਹੋ ਜਾਂਦੇ ਹਾਂ ਕਿ ਇਹ ਜਿਹੜਾ ਵਿਰੋਧ ਆ ਬਾਹਰ ਜਾ ਕੇ ਨਹੀਂ ਹੋਣਾ ਚਾਹੀਦਾ। ਜਦੋਂ ਸਾਡੀ ਘਰ ਦੀ ਗੱਲ ਹੈ ਉਹ ਘਰ 'ਚ ਰਵੇ, ਪਰ ਘਰ ਦੀ ਗੱਲ ਘਰ ਦੇ ਵਿੱਚ ਆਖਰ ਰਵੇ ਕਿੰਨੀ ਦੇਰ। ਸੋ ਇਹ ਜਿਹੜਾ ਅੰਤਰਰਾਸ਼ਟਰੀ ਦੌਰਾ ਆ ਇਹਦੇ ਬਹੁਤ ਪ੍ਰਭਾਵ ਨੇ, ਬਹੁਤ ਅਹਿਮ ਸਾਈਡਸ ਨੇ ਇਹਦੀਆਂ ਦੇਖਣੀਆਂ ਬਣਗੀਆਂ। ਆਸਟ੍ਰੇਲੀਆ ਨਾਲ, ਜਾਪਾਨ ਨਾਲ ਤੇ ਅਮਰੀਕਾ ਨਾਲ ਤੇ ਭਾਰਤ ਨੇ ਇੱਕ ਕੁਐਡ ਤੇ ਬਣਾ ਲਈ, ਪਰ ਯਾਦ ਹੋਣਾ ਇਹ ਉਹੀ ਆਸਟ੍ਰੇਲੀਆ ਆ ਜਿਨ੍ਹਾਂ ਨੇ ਸਾਡੇ ਨਾਲ ਇੱਕ ਵਾਰ ਬਹੁਤ ਵੱਡਾ ਨਾ ਕਰ ਦਿੱਤੀ ਸੀ ਪਰਮਾਣੂ ਬਾਲਣ ਦੇਣ ਦੇ ਨਾਮ ਤੇ, ਜਦ ਕਿ ਭਾਰਤ ਨੇ ਅੰਤਰਰਾਸ਼ਟਰੀ ਤੌਰ ਦੇ ਉੱਤੇ ਇਹ ਗੱਲ ਕਹੀ ਹੋਈ ਆ ਕਿ ਅਸੀਂ ਪਰਮਾਣੂ ਜਿਹੜਾ ਇੰਧਨ ਆ ਉਹਦੀ ਵਰਤੋਂ ਆਪਣੀਆਂ ਬਿਜਲੀ ਲੋੜਾਂ ਪੂਰੀਆਂ ਕਰਨ ਲਈ ਜਾਂ ਸਮਾਜਿਕ ਕੰਮਾਂ ਲਈ ਹੀ ਵਰਤੋਂ ਕਰਨੀ ਆ, ਹਥਿਆਰਾਂ ਲਈ ਵਰਤੋਂ ਨਹੀਂ ਕਰਨੀ। ਫਿਰ ਵੀ ਮੋਦੀ ਸਾਹਿਬ ਦਾ ਇਹ ਜਿਹੜਾ ਦੌਰਾ ਆ ਇਹ ਬਹੁਤ ਮਹੱਤਵਪੂਰਨ ਆ। ਕੱਲਾ ਕੁਐਡ ਹੀ ਨਹੀਂ, ਇਹਦੇ ਲਈ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਬਣਨੀਆਂ ਚਾਹੀਦੀਆਂ। ਤੇ ਤੁਸੀਂ ਦੇਖਿਆ ਤਾਲਿਬਾਨ ਦੇ ਜਾਂ ਅਫਗਾਨਿਸਤਾਨ ਦੇ ਮਸਲੇ ਦੇ ਵਿੱਚ ਕਿ ਰੂਸ ਤੇ ਚੀਨ ਵੱਖਰੇ ਨਜ਼ਰ ਆਏ, ਜਦ ਕਿ ਭਾਰਤ, ਜਦੋਂ ਭਾਰਤ ਦੀ ਸ਼ੁਰੂਆਤ 47 ਤੋਂ ਹੁੰਦੀ ਆ, ਭਾਰਤ ਨਾਨ ਅਲਾਈਨਮੈਂਟ ਮੂਵਮੈਂਟ ਦਾ ਹਾਮੀ ਸੀ। ਨੈਮ ਇੱਕ ਗਰੁੱਪ ਬਣਾਇਆ ਗਿਆ ਸੀ, ਪਰ ਉਸ ਨੈਮ ਦੀ ਅੱਜ ਕਿਤੇ ਜਿਹੜੀ ਆ ਲੱਭਤ ਵੀ ਨਹੀਂ ਲੱਭਦੀ। ਤੇ ਹੌਲੀ ਇੰਦਰਾ ਗਾਂਧੀ ਤੱਕ ਤੇ ਇਹ ਜਿਹੜੇ ਭਾਰਤ ਦੇ ਸਬੰਧ ਆ ਉਹ ਰਸ਼ੀਆ ਨਾਲ ਵਧੀਆ ਸੀ ਰਾਦਰ ਦੈਨ ਅਮਰੀਕਾ।
ਬੈਲੈਂਸ ਬਣਾ ਕੇ ਰੱਖਣਾ ਚੰਗੀ ਗੱਲ ਸੀ, ਇੱਕ ਪਾਸੇ ਹੋਣਾ ਵੀ ਚੰਗੀ ਗੱਲ ਆ। ਜੇ ਤੁਸੀਂ ਅਮਰੀਕਾ ਵਾਲੇ ਪਾਸੇ ਵੀ ਆ ਤਾਂ ਠੀਕ ਆ, ਤੁਸੀਂ ਤਕੜੀ ਧਿਰਿਆ, ਤੁਸੀਂ ਉਹਨਾਂ ਨਾਲ ਚੰਗੇ ਸੰਬੰਧ ਬਣਾ ਲਏ, ਪਰ ਟਰੰਪ ਨੂੰ ਤੁਸੀਂ ਦੋਸਤ ਕਹਿ ਦੋਗੇ ਤਾਂ ਉਹ ਦੋਸਤੀ ਤਾਂ ਦੀ ਮੰਨੀ ਜਾਂਦੀ ਜੇਕਰ ਉਹ ਤੁਹਾਨੂੰ ਕਤਰ ਦੇ ਵਿੱਚ ਤਾਲਿਬਾਨ ਨਾਲ ਹੋਣ ਵਾਲੀ ਮੁਲਾਕਾਤ ਦੇ ਵਿੱਚ ਵੀ ਵਿੱਚ ਬਿਠਾਉਂਦੇ, ਕਿਉਂਕਿ ਤੁਸੀਂ ਉਹਨਾਂ ਦੇ ਜ਼ਿਆਦਾ ਨੇੜੇ ਆ। ਭਾਰਤ, ਪਾਕਿਸਤਾਨ, ਅਫਗਾਨਿਸਤਾਨ ਬਹੁਤ ਗੁੰਝਲਦਾਰ ਤਰੀਕੇ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਹਿੱਤ ਵੀ ਸਾਂਝੇ ਨੇ ਤੇ ਸੇਕ ਵੀ ਬਹੁਤ ਛੇਤੀ ਇੱਕ ਦੂਜੇ ਨੂੰ ਲੱਗਦਾ। ਸੋ ਪ੍ਰਧਾਨ ਮੰਤਰੀ ਦਾ ਜਿਹੜਾ ਦੌਰਾ ਆ ਉਹ ਜਦੋਂ ਵੀ ਮੁੱਕੇਗਾ ਉਹਦੇ ਤੇ ਲੰਬੀ ਤੌਰ ਤੇ ਗੱਲਬਾਤ ਫਿਰ ਵੀ ਹੋਵੇਗੀ। ਦੇਖਿਆ ਜਾਵੇਗਾ ਕਿ ਜੋ ਕੁਝ ਗੋਦੀ ਮੀਡੀਆ ਕਹਿ ਰਿਹਾ ਉਹੀ ਸਾਰਾ ਕੁਝ ਸੱਚ ਹੈ ਜਾਂ ਉਸ ਤੋਂ ਇਲਾਵਾ ਵੀ ਇਹਦੇ ਵਿੱਚ ਬਹੁਤ ਕੁਝ ਹੋ ਰਿਹਾ। ਮੋਦੀ ਫੇਰੀ ਬਾਰੇ ਤੇ ਸ਼ਰਮਾ ਜੀ ਤੁਸੀਂ ਵਿਸਥਾਰ ਨਾਲ ਦੱਸ ਦਿੱਤਾ ਹੈ, ਪਰ ਚਲਦੇ ਬਿਲਕੁਲ ਥੋੜੇ ਜਿਹੇ ਸ਼ਬਦਾਂ 'ਚ ਦਿੱਲੀ ਦੀ ਇੱਕ ਅਦਾਲਤ ਦੇ ਵਿੱਚ ਗੈਂਗਸਟਰਾਂ ਦਾ ਕਤਲ, ਗੈਂਗਸਟਰਾਂ ਨੇ ਇੱਕ ਦੂਜੇ ਨੂੰ ਮਾਰਿਆ, ਕੋਈ ਹੋਰ ਕਾਰਨ? ਦੇਖੋ, ਜਦੋਂ ਤੁਸੀਂ ਨੌਜਵਾਨਾਂ ਨੂੰ ਅਸੀਂ ਗੈਂਗਸਟਰ ਕਹਿੰਦੇ ਹਾਂ ਤੇ ਉਹਦੇ ਫਿਰ ਪਿੱਛੇ ਜਿਹੜੀ ਆ ਉਹ ਸੱਤਾ, ਪੈਸਾ ਤੇ ਪੈਸੇ ਦਾ ਲੋਭ, ਇਹ ਜਿਹੜੀਆਂ ਚੀਜ਼ਾਂ ਆ ਉਹ ਬਹੁਤ ਖੁੱਲ੍ਹ ਕੇ ਸਾਹਮਣੇ ਆਉਂਦੀਆਂ। ਪੰਜਾਬੀ ਦੀ ਇੱਕ ਫਿਲਮ ਦਾ ਇੱਕ ਡਾਇਲੌਗ ਸੀ ਕਿ ਜਿਹੜੀ ਰਾਜਨੀਤੀ ਆ ਉਹ ਗੈਂਗਸਟਰਾਂ ਦੀ ਬਹੁਤ ਸਭ ਤੋਂ ਆਖਰੀ ਜਿਹੜੀ ਉਹ ਪਨਾਹ ਮੰਨੀ ਜਾਂਦੀ ਹੈ। ਮੈਂ ਕੁਝ ਨਾਮ ਲਵਾਂ, ਇਸੇ ਤੋਂ ਪਹਿਲਾਂ ਕੱਲ੍ਹ ਦਾ ਜਿਹੜਾ ਜਤਿੰਦਰ ਮਾਨ ਉਰਫ ਗੋਗੀ ਦਾ ਕਤਲ ਹੋਇਆ, ਇਸੇ ਤਰੀਕੇ ਨਾਲ ਕਤਲ ਹੋਇਆ ਸੀ ਵਿੱਕੀ ਤਿਆਗੀ ਦਾ, ਇਸੇ ਤਰੀਕੇ ਨਾਲ ਕਤਲ ਹੋਇਆ ਸੀ ਸੁੱਖਾ ਕਾਲਵਾਂ ਦਾ, ਇਸੇ ਤਰੀਕੇ ਨਾਲ ਕਤਲ ਹੋਇਆ ਸੀ ਜੈਪਾਲ ਭੁੱਲਰ ਦਾ, ਇਸੇ ਤਰੀਕੇ ਨਾਲ ਕਤਲ ਹੋਇਆ ਸੀ ਵਿਕਾਸ ਦੁਬੇ ਦਾ, ਜਦੋਂ ਗੱਡੀ ਪਲਟਾ ਦਿੱਤੀ ਗਈ ਤੇ ਬਾਅਦ 'ਚ ਉਹਨੂੰ ਗੋਲੀਆਂ ਮਾਰਤੀਆਂ ਗਈਆਂ। ਕੁਝ ਕੇਸਿਸ ਦੇ ਵਿੱਚ ਗੋਲੀਆਂ ਉਹ ਪੁਲਿਸ ਦੀਆਂ ਗੰਨਾਂ 'ਚੋਂ ਨਿਕਲੀਆਂ, ਕੁਝ ਕੇਸਿਸ ਦੇ ਵਿੱਚ ਗੋਲੀਆਂ ਉਹ ਗੈਂਗਸਟਰ ਵੱਲੋਂ ਨਿਕਲੀਆਂ। ਕੱਲ੍ਹ ਰੋਣੀ ਦੀ ਅਦਾਲਤ ਦੇ ਵਿੱਚ ਜਿਸ ਤਰੀਕੇ ਨਾਲ ਜਿਹੜੇ ਗੈਂਗਸਟਰ ਸੀ ਉਹ ਵਕੀਲਾਂ ਵਾਲੀ ਵਰਦੀ ਪਾ ਕੇ ਅੰਦਰ ਗਏ ਤੇ ਉੱਥੇ ਕੋਰਟ ਕੰਪਲੈਕਸ ਦੇ ਅੰਦਰ ਗੋਲੀਆਂ ਚੱਲੀਆਂ, ਬਾਅਦ ਵਿੱਚ ਪੁਲਿਸ ਨੇ ਉਹ 2 ਜਿਹੜੇ ਸ਼ੂਟਰ ਸੀ ਉਹ ਵੀ ਮਾਰ ਦਿੱਤੇ ਗਏ, ਉਹ ਵੀ ਇਨਾਮ ਯਾਫਤਾ ਮੁਜਰਮ ਸੀ। ਹੁਣ ਕਿਹਾ ਜਾਵੇਗਾ ਜਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕੋਵਿਡ ਦਾ ਦੌਰ ਆ ਤੇ ਮਾਸਕ ਦੇ ਦੌਰਾਨ ਬੰਦੇ ਜਿਹੜੇ ਉਹ ਫੜੇ ਨਹੀਂ ਗਏ, ਪਰ ਫਿਰ ਵੀ ਜਿਹੜੀ ਲਾਅ ਐਂਡ ਆਰਡਰ ਦੀ ਵਿਵਸਥਾ ਹੈ, ਹਾਲਾਂਕਿ ਉਹ ਸਟੇਟ ਦਾ ਸਬਜੈਕਟ ਹੈ ਕਿ ਹਰ ਰਾਜ ਨੇ ਆਪਣੇ ਕੋਲ ਰੱਖਣੀ ਹੈ, ਪਰ ਜਿੰਨੇ ਕੁ ਅਸੀਂ ਨਾਮ ਲਏ ਆ, ਵਿੱਕੀ ਤਿਆਗੀ ਵਾਲਾ ਮਸਲਾ ਯੂਪੀ ਨਾਲ ਜੁੜਿਆ ਹੋਇਆ, ਗੋਗੀ ਵਾਲਾ ਮਸਲਾ ਦਿੱਲੀ ਨਾਲ ਜੁੜਿਆ ਹੋਇਆ, ਸੁੱਖਾ ਕਾਲਵਾਂ ਵਾਲਾ ਮਸਲਾ ਪੰਜਾਬ ਨਾਲ ਜੁੜਿਆ ਹੋਇਆ, ਜੈਪਾਲ ਭੁੱਲਰ ਵਾਲਾ ਮਸਲਾ ਬੰਗਾਲ ਨਾਲ ਜੁੜਿਆ ਹੋਇਆ। ਸੋ ਸਾਰੇ ਹੀ ਮੁਲਕ ਦਾ ਜਿਹੜਾ ਹਾਲਾਤ ਆ ਉਹ ਇਹੋ ਜਿਹੇ ਨੇ। ਅਸੀਂ ਪੰਜਾਬ ਦੀ ਇੱਕ ਦਿਨ ਅੱਗੇ ਗੱਲ ਕੀਤੀ ਸੀ ਕਿ 21 ਇਹਨਾਂ ਕੋਲ A ਸਟਾਰ ਗੈਂਗਸਟਰ ਨੇ ਜਾਂ ਨੰਬਰ 1 ਦੇ ਗੈਂਗਸਟਰ ਨੇ। ਕਿਉਂ ਉਹਨਾਂ ਦੀ ਵੇਟ ਕੀਤੀ ਜਾਂਦੀ ਹੈ ਕਿ ਉਹ ਕੋਈ ਵੱਡੀ ਘਟਨਾ ਕਰਨ ਤੇ ਫਿਰ ਉਹਨਾਂ ਨੂੰ ਮਾਰਿਆ ਜਾਵੇ? ਕਿਉਂ ਜੇਲ੍ਹਾਂ ਦੇ ਵਿੱਚੋਂ ਫੋਨ ਜਿਹੜੇ ਆ ਅਕਸਰ ਫੜੇ ਜਾਂਦੇ ਨੇ? ਕਿਉਂ 3-3000 ਕਿਲੋ ਦੁਨੀਆ ਦੀ ਸਭ ਤੋਂ ਵੱਡੀ ਸਮਗਲਿੰਗ ਦੀ ਜਿਹੜੀ ਖੇਪ ਆ ਉਹ ਮੁੰਦਰਾ ਪੋਰਟ ਤੋਂ ਹੀ ਫੜੀ ਜਾਂਦੀ ਹੈ? ਇਹ ਲੰਬਾ ਸਵਾਲ ਆ, ਲੰਬੀ ਬਹਿਸ ਆ। ਤੁਸੀਂ ਜਾਂਦੇ ਪੁੱਛਿਆ ਤੇ ਉਹ ਦਿੱਲੀ ਦੀ ਜਿਹੜੀ ਘਟਨਾ ਸੀ ਉਹ ਲਾਅ ਐਂਡ ਆਰਡਰ ਲਈ ਵੀ ਸਵਾਲ ਖੜੇ ਕਰਦੀ ਆ, ਪੁਲਿਸ ਪ੍ਰਸ਼ਾਸਨ ਲਈ ਵੀ ਸਵਾਲ ਖੜੇ ਕਰਦੀ ਆ, ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਭਾਰਤ ਸਰਕਾਰ ਦਾ ਵੀ ਧਿਆਨ ਮੰਗਦੀਆਂ ਜੀ। ਤੇ ਸ਼ਰਮਾ ਜੀ, ਇਸ ਵੇਲੇ ਪ੍ਰੋਗਰਾਮ ਦਾ ਸਮਾਂ ਖਤਮ ਹੈ, ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕੋ, ਤੁਹਾਡਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਸਿਲਸਿਲੇ ਨਾਲ ਜੁੜਨ ਲਈ। ਨਵੇਂ ਮੁੱਦਿਆਂ ਦੇ ਨਾਲ ਫਿਰ ਤੋਂ ਹੋਵਾਂਗੇ ਹਾਜ਼ਰ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।